ਬਾਦਲਾਂ ਦੀ ਫਾਈਲ ਕੈਪਟਨ ਕੋਲੇ ਆ ਤੇ ਕੈਪਟਨ ਦੀ ਫਾਈਲ ਬਾਦਲਾਂ ਕੋਲੇ ਆ ਤੇ ਦੋਨਾਂ ਦੀ ਫਾਈਲ ਮੋਦੀ ਕੋਲੇ ਆ। ਪੰਜਾਬ ਵਿੱਚ ਐਡਾ ਵੱਡਾ ਸ਼ਰਾਬ ਦਾ ਸਕੈਂਡਲ ਹੋ ਰਿਹਾ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ। ਲੀਡਰ ਇਗਨੋਰ ਨਹੀਂ ਕਰ ਰਹੇ, ਲੀਡਰਾਂ ਦੇ ਹਿੱਸੇ ਨੇ। ਸ਼ਰਾਬ ਮਾਫੀਆ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ। ਅਫਸਰ ਇਹਨਾਂ ਦੀ ਮਰਜ਼ੀ ਨਾਲ ਲੱਗਦੇ ਆ, ਮੇਅਰ ਤੱਕ ਇਹਨਾਂ ਦੀ ਮਰਜ਼ੀ ਨਾਲ ਚੁਣੇ ਜਾਂਦੇ ਆ। ਮੈਨੂੰ ਧਮਕੀਆਂ ਦੇਣ ਲੱਗੇ ਜੀ, ਮੈਂ ਮੰਨਿਆ ਨਹੀਂ, ਮੇਰੇ ਤੇ ਹਮਲਾ ਕਰਵਾਤਾ। ਲੀਡਰਾਂ ਨੂੰ ਵਸੂਲਣੀ ਆਉਂਦੀ ਹੈ ਜੀ। ਉਹ ਕਹਿੰਦੇ ਵੀ ਇਹ ਅਫਸਰ ਦੀ ਬਾਂਹ ਜਾਂ ਇਹ ਥੱਲੜਲੇ ਮੈਂ ਆਪਦੇ ਵਰਕਰ ਦੀ ਬਾਂਹ ਉਦੋਂ ਮਰੋੜੂੰਗਾ ਜਦੋਂ ਮੈਥੋਂ ਬਾਹਰ ਚੱਲਦਾ ਹੋਇਆ। 4800 ਕਰੋੜ ਦੇ ਵਿੱਚ ਜਿਹੜਾ ਡਿਪਾਰਟਮੈਂਟ ਤੁਹਾਨੂੰ ਸੌਂਪ ਕੇ ਗਈ ਪਿਛਲੀ ਗਵਰਨਮੈਂਟ, ਤੁਸੀਂ 14% ਉਤੇ ਹਰੇਕ ਸਾਲ ਵਾਧਾ ਲੈ ਰਹੇ ਹੋ। ਉਸ ਦੇ ਬਾਵਜੂਦ 5000 ਕਰੋੜ ਕਿਵੇਂ ਰਹਿ ਗਿਆ ਜਨਾਬ? ਤਾਂ ਜਿਹੜੇ ਸ਼ਰਾਬ ਮਾਫੀਆ ਬੇਸਿਕਲੀ ਮੈਂ ਕਹੂੰਗਾ ਅਫਸਰਾਂ ਨੂੰ ਤੇ ਲੀਡਰਾਂ ਨੂੰ। ਕਿਵੇਂ 77 ਕਰੋੜ ਦੀ ਜਿਹੜੀ ਰਿਕਵਰੀ ਨੂੰ ਐਕਸਾਈਜ਼ ਵਿਭਾਗ ਦੀ ਨੂੰ ਉੱਥੇ ਈਟੀਓ ਨੇ ਕਹਿਤਾ ਮੈਂ 23 ਲੱਖ ਦੇ ਰਿਕਵਰੀ ਨਾਲ ਹੀ ਸਹਿਮਤ ਹਾਂ ਜੀ। ਇਸ ਟਾਈਮ ਸਭ ਤੋਂ ਵੱਧ ਜੀ ਕੋਈ ਡਰਿਆ ਹੋਇਆ ਤਾਂ ਜਸਵਿੰਦਰ ਸਿੰਘ ਜੁਗਨੂ ਬਠਿੰਡੇ ਵਾਲਾ ਠੇਕੇਦਾਰ, ਸ਼ਿਵ ਲਾਲ ਡੋਡੇ ਦਾ ਭਰਾ ਤੁਹਾਨੂੰ ਦੱਸਿਆ ਜਿਹਨੇ ਟਾਂਗ ਕਾਂਡ ਕੀਤਾ ਸੀ, ਉਹ ਡਰਿਆ ਹੋਇਆ ਹੋਊ ਕਿ ਜਿਵੇਂ 6 ਤੋਂ 7000 ਕਰੋੜ ਦਾ ਇਸ ਸਰਕਾਰ ਦਾ ਘੁਟਾਲਾ ਹੈ। 6 ਤੋਂ 7000 ਕਰੋੜ ਦਾ। ਮੇਰੀ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਨਾਲ ਵੀ ਦੁਸ਼ਮਣੀ ਹੈ। ਮੇਰੀ ਮਿਊਨਿਸਪਲ ਕਾਰਪੋਰੇਸ਼ਨ ਹੈ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਹੈ ਪੰਜਾਬ ਦਾ, ਉਹਦੇ ਨਾਲ ਵੀ ਦੁਸ਼ਮਣੀ ਹੈ। ਮੇਰੀ ਜੇਲ੍ਹ ਡਿਪਾਰਟਮੈਂਟ ਨਾਲ ਵੀ ਦੁਸ਼ਮਣੀ ਹੈ। ਮੇਰੀ ਜਿਹੜਾ ਕਹਿ ਲਓ ਪੰਜਾਬ ਪੁਲਿਸ ਹੈ ਉਹਦੇ ਨਾਲ ਵੀ ਇਸ ਹਿਸਾਬ ਨਾਲ ਦੁਸ਼ਮਣੀ ਹੈ। ਸਤਿ ਸ਼੍ਰੀ ਅਕਾਲ। RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਸ਼ਰਾਬ ਦੀ ਗੱਲ ਜਦੋਂ ਗੀਤਾਂ ਦੇ ਵਿੱਚ ਆਉਂਦੀ ਹੈ ਨਾ, ਤਾਂ ਗੀਤਾਂ ਦੇ ਵਿੱਚ ਅਸੀਂ ਅਕਸਰ ਇੰਨਾ ਕੁ ਸੁਣਦੇ ਹਾਂ ਕਿ ਸ਼ਰਾਬ ਟੁੱਟੇ ਦਿਲਾਂ ਦੀ ਦਵਾਈ ਆ, ਟੁੱਟੇ ਦਿਲਾਂ ਵਾਲਿਆਂ ਨੂੰ ਸਹਾਰਾ ਦਿੰਦੀ ਆ। ਇਹ ਆਮ ਲੋਕਾਂ ਦੇ ਲਈ ਟੁੱਟੇ ਦਿਲਾਂ ਦੀ ਦਵਾਈ ਹੋ ਸਕਦੀ ਆ, ਟੁੱਟੇ ਦਿਲਾਂ ਨੂੰ ਸਹਾਰਾ ਦੇ ਸਕਦੀ ਆ, ਪਰ ਇਹ ਸਹਾਰਾ ਵੱਡੇ ਵੱਡੇ ਲੀਡਰਾਂ ਦਾ ਬਣਦੀ ਆ। ਇਹ ਸਹਾਰਾ ਜਦੋਂ ਵੱਡੇ ਵੱਡੇ ਲੋਕਾਂ ਦੇ ਐਮਪਾਇਰ ਬਣਦੇ ਆ, ਵੱਡੇ ਵੱਡੇ ਠੇਕੇਦਾਰਾਂ ਦੇ ਵੱਡੇ ਵੱਡੇ ਐਮਪਾਇਰ ਬਣਦੇ ਆ, ਉਹਨਾਂ ਦੇ ਲਈ ਸਹਾਰਾ ਬਣਦੀ ਆ। ਅੱਜ ਦੀ ਗੱਲਬਾਤ ਜਿਹੜੀ ਆ ਸ਼ਰਾਬ ਮਾਫੀਆ 'ਤੇ ਰਹੇਗੀ। ਗੱਲਬਾਤ ਅਸੀਂ ਕੋਈ ਉਰਲੀ ਪਰਲੀ ਨਹੀਂ ਕਰਾਂਗੇ, ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ। ਜਿੰਨੀ ਕੁ ਗੱਲ ਕਰਾਂਗੇ ਤੱਥਾਂ ਦੇ ਨਾਲ ਕਰਾਂਗੇ, ਸਬੂਤਾਂ ਦੇ ਨਾਲ ਕਰਾਂਗੇ। ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਡਵੋਕੇਟ ਸੰਦੀਪ ਪਾਠਕ ਹੋਣਗੇ, ਉਹਨਾਂ ਦੇ ਨਾਲ ਗੱਲਬਾਤ ਰਹੇਗੀ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਉਸ ਮਾਫੀਆ ਦੀ ਗੱਲ 'ਤੇ ਗੱਲ ਕਰਾਂਗੇ ਜਿਹਦੇ 'ਤੇ ਸ਼ਾਇਦ ਗੱਲ ਹੁੰਦੀ ਆ ਤਾਂ ਬਹੁਤ ਘੱਟ ਹੁੰਦੀ ਆ, ਜਾਂ ਫਿਰ ਇਉਂ ਕਹਿ ਲਈਏ ਕਿ ਉਸ ਡੂੰਘਾਈ ਤੱਕ ਗੱਲ ਨਹੀਂ ਹੁੰਦੀ। ਅਤੇ ਗੱਲ ਕਿਉਂ ਨਹੀਂ ਹੁੰਦੀ ਇਹ ਗੱਲ ਵੀ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਜਸ ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਅਤੇ ਤੁਹਾਡੀ ਇੱਥੇ ਟੀਮ ਦਾ ਮੇਰੇ ਕੋਲ ਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਤੁਹਾਡੇ ਸਰੋਤਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਾਠਕ ਸਾਹਿਬ, ਜਿੱਦਾਂ ਮੈਂ ਗੱਲ ਕਰੀ ਆ ਸ਼ਰਾਬ ਮਾਫੀਆ, ਇਹ ਚੀਜ਼ ਹੈ ਕੀ? ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ, ਖਾਸ ਡਿਟੇਲ ਦੇ ਵਿੱਚ ਜਾਵਾਂਗੇ ਜਿਹੜੀ ਲੋਕਾਂ ਦੇ ਨਾਲ ਅੱਜ ਆਪਾਂ ਸਾਂਝੀ ਕਰਨੀ ਆ। ਪਹਿਲਾਂ ਸ਼ਰਾਬ ਮਾਫੀਆ 'ਤੇ ਇੱਕ ਗੱਲ ਹੋ ਜੇ। ਸ਼ਰਾਬ ਮਾਫੀਆ ਜਿਵੇਂ ਕਿ ਜਸ ਜੀ ਤੁਸੀਂ ਆਪ ਹੀ ਕਹਿ ਕੇ ਹਟੇ ਹੋ ਵੀ ਟੁੱਟੇ ਦਿਲਾਂ ਦੀ ਇਹ ਦਵਾਈ ਬਣ ਕੇ ਨਹੀਂ ਰਹਿ ਗਈ ਹੈ। ਇਹ ਹਿੰਦੁਸਤਾਨ ਨੋਟ ਪੰਜਾਬ, ਮੈਂ ਤੁਹਾਨੂੰ ਹੁਣ ਕਹੂੰਗਾ ਕਿ ਪੂਰੇ ਹਿੰਦੁਸਤਾਨ ਦੇ ਲੀਡਰਾਂ ਦਾ ਬਹੁਤ ਵੱਡਾ ਸਹਾਰਾ ਬਣ ਚੁੱਕੀ ਹੈ। ਜਿਹੜੀ ਇੱਕ ਨੰਬਰ ਦੇ ਵਿੱਚ ਕਮਾਈ ਦਾ ਇਹਨਾਂ ਦਾ ਸਭ ਤੋਂ ਵੱਡਾ ਸਾਧਨ ਹੈ, ਜਿਹਨੂੰ ਤੁਸੀਂ ਚੋਰੀਆਂ ਨੂੰ, ਇਹਨਾਂ ਨੂੰ ਠੱਗੀਆਂ ਨੂੰ ਕਿਸੇ ਹਿਸਾਬ ਨਾਲ ਫੜ ਹੀ ਨਹੀਂ ਸਕਦੇ, ਤਾਂ ਲੀਡਰਾਂ ਦੀ ਜਿਹੜੀ ਸਭ ਤੋਂ ਜਿਹਦੇ 'ਚ ਇਹਨਾਂ ਦੇ ਜਿਹਨੂੰ ਕਹਿ ਲਓ ਵੀ ਰੇਨ ਕੋਟ ਪਾ ਕੇ ਜਿਹੜੀ ਠੱਗੀ ਵੱਜ ਸਕਦੀ ਹੈ, ਉਹ ਸਭ ਤੋਂ ਵੱਡੀ ਸ਼ਰਾਬ ਦੇ ਵਿੱਚ ਹੈ। ਤਾਂ ਇਸੇ ਲਈ ਤੁਸੀਂ ਦੇਖੋਗੇ ਕਿ ਸਭ ਤੋਂ ਵੱਧ ਸ਼ਰਾਬ ਮਾਫੀਆ ਪਾਵਰਫੁਲ ਨੇ। ਸ਼ਰਾਬ ਮਾਫੀਆ ਦਾ ਡੰਕਾ ਕਿਵੇਂ ਵੱਜਦਾ ਸਾਰੇ ਪਾਸੇ, ਕਿਵੇਂ ਇਹਨਾਂ ਦਾ ਲੀਡਰ ਵੀ ਸਾਰੇ ਪਾਣੀ ਭਰਦੇ ਨੇ, ਇਹ ਨਾ ਤੁਹਾਡੇ ਤੋਂ ਕੁਛ ਲੁਕਿਆ ਅਤੇ ਮੈਨੂੰ ਲੱਗਦਾ ਨਾ ਹੀ ਹਿੰਦੁਸਤਾਨੀਆਂ ਤੋਂ, ਇਸ ਪੰਜਾਬ ਵਾਸੀਆਂ ਤੋਂ ਕੁਛ ਲੁਕਿਆ। ਅੱਛਾ, ਫਿਰ ਇੱਕ ਗੱਲ ਦੱਸਿਓ, ਜਿਹੜਾ ਸ਼ਰਾਬ ਮਾਫੀਆ ਆ ਇਹ ਸਰਕਾਰਾਂ ਨੂੰ ਲੁੱਟਦਾ ਆ। ਸਰਕਾਰਾਂ ਲੁੱਟ ਦਾ ਸ਼ਿਕਾਰ ਵੀ ਹੁੰਦੀਆਂ ਨੇ, ਅਤੇ ਲੁੱਟ ਦਾ ਸ਼ਿਕਾਰ ਉਹਦੀ ਹੁੰਦੀਆਂ ਸ਼ਾਇਦ ਜਦੋਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੀ ਰਲੀ ਮਿਲੀ ਭੁਗਤ ਹੁੰਦੀ ਆ। ਇਹ ਲੁੱਟ ਹੁੰਦੀ ਕਿਵੇਂ ਆ?
ਲੁੱਟ ਲੁੱਟ ਤਾਂ ਮੈਂ ਤੁਹਾਨੂੰ ਜਸ ਜੀ ਬਾਅਦ ਦੇ ਵਿੱਚ ਦੱਸੂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਇਹ ਜਿਹੜੇ ਲੋਕਾਂ ਨੂੰ ਵਹਿਮ ਨੇ ਨਾ ਵੀ ਯਾਰ ਕੋਈ ਨਹੀਂ ਇਹ ਸਰਕਾਰਾਂ ਦੀ ਲੁੱਟ ਹੋ ਰਹੀ ਹੈ ਅਤੇ ਸਾਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ, ਤਾਂ ਤੁਸੀਂ ਇਸ ਚੀਜ਼ ਦਾ ਹਿਸਾਬ ਲਗਾ ਲਓ ਕਿ ਮੈਨੂੰ ਲੱਗਦਾ ਵੀ ਪੰਜਾਬ ਆਪਣਾ ਪੂਰੇ ਹਿੰਦੁਸਤਾਨ ਦੇ ਵਿੱਚ ਨੰਬਰ 1 'ਤੇ ਨਹੀਂ ਤਾਂ ਦੂਸਰੇ ਤੀਸਰੇ ਨੰਬਰ 'ਤੇ ਹੋਊਗਾ ਵੀ ਜਿੱਥੇ ਸਭ ਤੋਂ ਵੱਧ ਸ਼ਰਾਬ ਦੀ ਵਰਤੋਂ ਹੁੰਦੀ ਹੈ, ਸ਼ਰਾਬ ਦੀ ਖਪਤ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੈ। ਅਤੇ ਤੁਹਾਨੂੰ ਇਹ ਵੀ ਜਾਣ ਕੇ ਬੜੀ ਹੈਰਾਨੀ ਹੋਊਗੀ, ਮੈਨੂੰ ਲੱਗਦਾ ਵੀ ਸ਼ਰਾਬ ਦੇ ਵਿੱਚ ਰੈਵਨਿਊ ਦੇ ਮਸਲੇ ਦੇ ਵਿੱਚ ਪੰਜਾਬ ਜੇ 28-29 ਸਟੇਟਾਂ ਦਾ ਉਹਦੇ ਵਿੱਚ ਮੈਨੂੰ ਲੱਗਦਾ ਹੋ ਸਕਦਾ 22ਵੇਂ-23ਵੇਂ ਨੰਬਰ 'ਤੇ ਹੀ ਹੋਵੇ। ਤਾਂ ਇਹ ਜਿਹੜੀ ਲੁੱਟ ਕੀਤੀ ਜਾਂਦੀ ਹੈ ਇਹ ਬੜੇ ਪੜ੍ਹੇ ਲਿਖੇ ਬੰਦਿਆਂ ਦੀ ਸਲਾਹ ਮਸ਼ਵਰੇ ਦੇ ਨਾਲ ਇਹਦੇ ਵਿੱਚ ਐਸੇ ਮਤਲਬ ਲੀਡਰਸ ਇਨਵੋਲਵ ਨੇ ਜੀ, ਐਸੇ ਇਹਦੇ ਵਿੱਚ ਆਫਿਸਰ ਲੌਬੀ ਇਨਵੋਲਵ ਹੈ। ਅਤੇ ਇਹ ਜਿਹੜੇ ਸ਼ਰਾਬ ਮਾਫੀਏ ਨੇ ਬੇਸਿਕਲੀ ਲੀਡਰਾਂ ਅਤੇ ਅਫਸਰਾਂ ਦੇ ਪੈਦਾ ਕੀਤੇ ਹੋਏ ਨੇ, ਇਹ ਤੁਹਾਡੇ ਮੇਰੇ ਨਹੀਂ, ਇਹ ਕਿਸੇ ਨੂੰ ਪਤਾ ਹੀ ਨਹੀਂ ਸੀ ਇਹ ਠੱਗੀ ਕਿਵੇਂ ਵੱਜਣੀ ਹੈ। ਤਾਂ ਇਹ ਠੱਗੀ ਮਾਰਨ ਦੇ ਲਈ ਇਹਨਾਂ ਦੇ ਕਰਿੰਦੇ ਨੇ ਬੇਸਿਕਲੀ ਜਿਹੜੇ ਸ਼ਰਾਬ ਮਾਫੀਆ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹ ਲੀਡਰਾਂ ਅਤੇ ਅਫਸਰਾਂ ਦੇ ਕਰਿੰਦੇ ਆ ਵਿਚਾਰੇ, ਕਿਉਂਕਿ ਇਹਨਾਂ ਤੱਕ ਤਾਂ ਬਹੁਤ ਛੋਟੀਆਂ ਅਮਾਊਂਟਾਂ ਪਹੁੰਚਦੀਆਂ ਨੇ। ਅਤੇ ਜਿਹੜੇ ਇਹਨਾਂ ਵਿੱਚ ਲੀਡਰਾਂ ਅਤੇ ਅਫਸਰਾਂ ਤੋਂ ਬਾਅਦ ਜੇ ਕੋਈ ਤੀਸਰੇ ਨੰਬਰ 'ਤੇ ਜਾਂ ਦੂਸਰੇ ਨੰਬਰ ਦੀ ਜਿਹੜੀ ਇਹਨਾਂ ਦੀ ਰੇਸ ਹੈ ਉਹਦੇ ਵਿੱਚ ਆ ਜਾਂਦੇ ਸ਼ਰਾਬ ਫੈਕਟਰੀਆਂ ਦੇ ਮਾਲਕ। ਪਰ ਇਹ ਹਿੰਦੁਸਤਾਨ ਹੈ ਜੀ, ਇਹਦੇ ਵਿੱਚ ਤੁਸੀਂ ਦੇਖ ਲਓ ਹੁਣ ਮੈਨੂੰ ਲੱਗਦਾ ਮੋਸਟਲੀ ਸ਼ਰਾਬ ਦੀਆਂ ਫੈਕਟਰੀਆਂ ਵੀ ਸਾਰੀਆਂ ਲੀਡਰਾਂ ਦੀਆਂ ਹੀ ਆ। ਬਿਲਕੁਲ ਠੀਕ ਹੈ ਜੀ। ਤਾਂ ਤੁਹਾਨੂੰ ਇਹ ਚੀਜ਼ ਸਮਝਣੀ ਪਊਗੀ ਕਿ ਇਹ ਬਹੁਤ ਪੜ੍ਹੇ ਲਿਖੇ ਬੰਦੇ ਦੇ ਵਿੱਚ ਇਨਵੋਲਵ ਹੋ ਚੁੱਕੇ ਆ, ਬਹੁਤ ਵੱਡੇ ਲੈਵਲ ਵਾਈਟ ਕਾਲਰ ਠੱਗ ਇਹਦੇ ਵਿੱਚ ਆ ਚੁੱਕੇ ਹੈ। ਤਾਂ ਜਿਹੜੇ ਸ਼ਰਾਬ ਮਾਫੀਆ ਬੇਸਿਕਲੀ ਮੈਂ ਕਹੂੰਗਾ ਅਫਸਰਾਂ ਨੂੰ ਅਤੇ ਲੀਡਰਾਂ ਨੂੰ ਇਹ ਠੱਗ ਇਕੱਠੇ ਹੋਏ ਆ ਜੀ। ਇਹ ਸ਼ਰਾਬ ਮਾਫੀਆ ਵਗੈਰਾ ਤਾਂ ਕਰਿੰਦੇ ਆ ਇਹਨਾਂ ਦੇ ਵਿਚਾਰੇ ਸਾਰੇ। ਅੱਛਾ, ਫਿਰ ਤੁਸੀਂ ਕਿਹਾ ਕਿ ਸ਼ਰਾਬ ਮਾਫੀਆ ਦੇ ਵਿੱਚ ਵੱਡੇ ਅਫਸਰ ਇਨਵੋਲਵ ਹੋ ਗਏ, ਵੱਡੇ ਲੀਡਰ ਆ ਜਿਹੜੇ ਉਹ ਇਨਵੋਲਵ ਹੋ ਗਏ, ਤਾਂ ਫਿਰ ਇਹਨਾਂ ਨੂੰ ਠੱਲ ਕਿਵੇਂ ਪੈ ਸਕਦੀ ਆ ਜਦੋਂ ਵੱਡੇ ਜਿਹੜੇ ਸਾਡੇ 'ਤੇ ਸਿਆਸਤ ਕਰਦੇ ਆ, ਸਾਡੇ 'ਤੇ ਰਾਜ ਕਰਦੇ ਆ, ਉਸ ਤੋਂ ਬਾਅਦ ਆਫਿਸਰ ਆ ਗਿਆ, ਉਹ ਵੀ ਇਹਦੇ ਵਿੱਚ ਸ਼ਾਮਿਲ ਆ, ਲੀਡਰ ਵੀ ਇਹਦੇ ਵਿੱਚ ਸ਼ਾਮਿਲ ਆ, ਫਿਰ ਇਹਨੂੰ ਠੱਲ ਕਿਵੇਂ ਪੈ ਸਕਦੀ ਆ? ਉਹ ਕਹਿੰਦੇ ਚੋਰ ਮਸੇਰੇ ਭਾਈ, ਕੋਈ ਇਹੋ ਜਿਹੀ ਕਹਾਵਤ ਹੁੰਦੀ ਹੈ ਜੀ। ਅਤੇ ਇਹਨਾਂ 'ਤੇ ਠੱਲ ਦੇਖੋ, ਲੋਕ ਜੇ ਜਾਗਰੂਕ ਹੋ ਜਾਣ ਇਹਨਾਂ 'ਤੇ ਠੱਲ ਫੇਰ ਹੀ ਪੈ ਸਕਦੀ ਹੈ। ਇਹਨਾਂ 'ਤੇ ਜੇ ਕੋਈ ਬੰਦਾ ਸਟੈਂਡ ਲੈ ਲੇ, ਜੇ ਕਹਿ ਲਓ ਕੋਈ ਜਿਹਦਾ ਹਜੇ ਖੂਨ ਚਿੱਟਾ ਨਹੀਂ ਹੋਇਆ, ਜਾਂ ਜਿਹੜਾ ਕਹਿ ਲਓ ਅਣਖੀ ਹੈ, ਜਾਂ ਜਿਹੜਾ ਆਮ ਆਪਣੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਜਾਂ ਪਰਿਵਾਰਕ ਬੰਦਿਆਂ ਦੇ ਵਿੱਚ ਜਿਹੜਾ ਕਮਲਾ ਬੰਦਾ ਮੇਰੇ ਵਰਗਾ, ਉਹ ਬੰਦਾ ਜੇ ਕਿਸੇ ਜਿੱਦ 'ਤੇ ਪੈ ਜੇ ਜਾਂ ਰਾਹ 'ਤੇ ਤੁਰ ਪਏ ਅਤੇ ਉਹਦੇ 2-4 ਸਾਲ ਕੋਈ ਸਹੀ ਲੰਘ ਜਾਣ, ਵੀ ਜਿਵੇਂ ਤੁਹਾਨੂੰ ਮੈਂ ਦੱਸਦਾ ਮੇਰੇ ਕੋਲ ਮੈਸੇਜ ਆਏ ਕਿ ਅਸੀਂ ਟਾਂਕ ਕਾਂਡ ਨਹੀਂ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਦੁਬਾਰਾ। ਅੱਛਾ ਜੀ। ਤੁਹਾਨੂੰ ਯਾਦ ਹੋਊਗਾ ਅਬੋਹਰ ਦੇ ਵਿੱਚ ਇੱਕ ਸ਼ਿਵ ਲਾਲ ਠੇਕੇਦਾਰ ਹੈ ਸ਼ਰਾਬ ਦਾ, ਹੁਣ ਜੇਲ੍ਹ ਦੇ ਵਿੱਚ ਹੈ, ਉਹਨੇ ਇੱਕ ਟਾਂਕ ਕਾਂਡ ਕੀਤਾ ਸੀ। ਤਾਂ ਮੇਰੇ ਕੋਲ ਮੈਸੇਜ ਲੱਗਿਆ ਵੀ ਪਾਠਕ ਸਾਹਿਬ ਅਸੀਂ ਟਾਂਕ ਕਾਂਡ ਨਹੀਂ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ। ਤਾਂ ਮੈਂ ਉਹਨੂੰ ਕਿਹਾ ਸੀ ਵੀ ਤੁਹਾਡੇ ਕੋਲ ਟਾਂਕ ਕਾਂਡ ਕਰਨ ਦੇ ਲਈ ਨਾ ਟਾਈਮ ਕਰੋਨਾ ਦਾ, ਜਿੰਨੀ ਦੇਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਖੁੱਲ੍ਹਦੀ ਨਹੀਂ। ਕਿਉਂਕਿ ਜਸ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੇਰੇ ਕੋਲੇ ਤੁਹਾਡੇ ਸਾਹਮਣੇ ਪੁਲਿੰਦਾ ਪਿਆ, ਆਰਟੀਆਈਆਂ ਪਈਆਂ, ਇਹ ਸਾਰਾ ਡਾਕੂਮੈਂਟਰੀ ਐਵੀਡੈਂਸ ਜਿਹੜਾ ਡਿਪਾਰਟਮੈਂਟਾਂ ਵੱਲੋਂ ਮੈਨੂੰ ਮਿਲਿਆ ਹੋਇਆ, ਕੋਰਟਾਂ ਵੱਲੋਂ ਮਿਲਿਆ ਹੋਇਆ, ਅਤੇ ਇਹਨਾਂ ਵਿੱਚ ਇਹਨਾਂ ਨੂੰ ਭੱਜਣ ਤੋਂ ਰਾਹ ਹੀ ਨਹੀਂ ਥੋਣੀ। ਮੈਨੂੰ ਲੱਗਦਾ ਵੀ ਜਿਹੜੀ ਇਹ PIL ਪਾਵਾਂਗੇ ਅਸੀਂ, ਅਤੇ ਇਹ ਜੱਜ ਸਾਹਿਬ ਨੇ ਮਿੰਟ 'ਚ ਹਾਈ ਕੋਰਟ ਨੇ ਮਨਜ਼ੂਰ ਕਰ ਲੈਣੀ ਹੈ ਜੀ। ਅਤੇ ਨਾਲ ਦੀ ਨਾਲ ਇਹਦੇ ਉੱਤੇ ਤੁਸੀਂ ਕਹਿ ਲਓ CBI ਦੀ ਭਾਵੇਂ ਜਾਂਚ ਬੈਠ ਜੇ ਜੀ, CBI ਨੂੰ ਕੇਸ ਇਹ ਹੈਂਡਓਵਰ ਕਰ ਦਿੱਤਾ ਜਾਵੇ, ਚਾਹੇ ਇਹ ਕੋਈ ਮੈਨੂੰ ਲੱਗਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਈ ਮੌਜੂਦਾ ਜੱਜ ਨੂੰ ਇਹਦੀ ਇਨਕੁਆਇਰੀ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ। ਕਿਉਂਕਿ ਇਹ ਲੋਕਾਂ ਨੂੰ ਲੱਗਦਾ ਜੀ ਪੰਜਾਬ ਵਿੱਚ ਐਡਾ ਵੱਡਾ ਸ਼ਰਾਬ ਦਾ ਸਕੈਂਡਲ ਹੋ ਰਿਹਾ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ, ਹੈ। ਅੱਛਾ, ਫਿਰ ਇੱਕ ਚੀਜ਼ ਹੋਰ ਦੱਸੋ, ਜੋ ਤੁਸੀਂ ਕਿਹਾ ਪਤਾ ਹੀ ਨਹੀਂ, ਪਹਿਲਾਂ ਤੁਸੀਂ ਇਹ ਵੀ ਕਿਹਾ ਕਿ ਮੈਨੂੰ ਧਮਕੀਆਂ ਮਿਲੀਆਂ ਨੇ, ਜਿਵੇਂ ਬਾਕੀ ਲੋਕ ਬੈਠੇ ਆ, ਬਾਕੀ ਐਡਵੋਕੇਟ ਬੈਠੇ ਦੇਖੀ ਜਾਂਦੇ ਆ, ਫਿਰ ਇੱਕ ਗੱਲ ਹੁੰਦੀ ਹੈ ਜਦੋਂ ਕੋਈ ਬੰਦਾ ਕਿਸੇ ਇਹੋ ਜਿਹੀ ਚੀਜ਼ ਪਿੱਛੇ ਕਮਲਾ ਜਿਹਾ ਹੋ ਕੇ ਲੱਗ ਜੇ ਨਾ, ਆਪਾਂ ਕਹਿੰਦੇ ਯਾਰ ਪਾਗਲ ਹੈ, ਤਾਂ ਇਹ ਇਸ ਚੀਜ਼ ਪਿੱਛੇ ਪਾਗਲ ਹੋ ਕੇ ਲੱਗਿਆ ਪਿਆ। ਫਿਰ ਇਹੋ ਜਿਹਾ ਕੀ ਕਮਲ ਚੜ੍ਹਿਆ ਪਾਠਕ ਸਾਹਿਬ ਤੁਹਾਨੂੰ ਕਿ ਤੁਸੀਂ ਸੋਚਿਆ ਯਾਰ ਇਸ ਚੀਜ਼ ਨੂੰ ਮੈਂ ਨੰਗਾ ਕਰਕੇ ਲੋਕਾਂ ਸਾਹਮਣੇ ਜ਼ਰੂਰ ਦਿਖਾਊਂਗਾ, ਕੁਝ ਹੋਵੇ ਕੁਝ ਨਾ ਹੋਵੇ, ਪਰ ਮੈਂ ਨੰਗਾ ਕਰਕੇ ਲੋਕਾਂ ਸਾਹਮਣੇ ਜ਼ਰੂਰ ਦਿਖਾਉਣਾ? ਮੈਨੂੰ ਜਿਵੇਂ ਤੁਹਾਨੂੰ ਆਪਾਂ ਕਹਿ ਦਿੰਦੇ ਹਾਂ ਨਾ ਜੀ, ਇੱਕ ਬੰਦਾ ਸਿਸਟਮ ਤੋਂ ਕੋਈ ਦੁਖੀ ਹੁੰਦਾ ਜਾਂ
ਕੁਛ ਚੀਜ਼ਾਂ ਜਿਵੇਂ ਸਭ ਤੋਂ ਵੱਧ ਮੈਂ ਕਰੋਨਾ ਦੇ ਵਿੱਚ ਸਭ ਤੋਂ ਵੱਧ ਫ੍ਰੀ ਸੀਗੇ ਆਪਾਂ। ਤਾਂ ਮੈਂ ਇੱਥੇ ਸਾਡੀ ਜਿਹੜੀ ਸੋਸ਼ਲ ਵਰਕ ਜਿਹੜੇ ਬੰਦੇ ਕਰਦੇ ਆ ਉਹਨਾਂ ਨਾਲ ਵੀ ਜੁੜਿਆ ਹੋਇਆ ਸੀ। ਮੈਂ ਖੁਦ ਵੀ ਸੋਸ਼ਲ ਵਰਕ ਕਰਦਾ ਸੀ। ਮੇਰੇ ਦਿਮਾਗ 'ਚ ਨਾ ਉਦੋਂ ਇੱਕ ਗੱਲ ਬਈ ਘਰ ਕੀਤੀ ਕਿ ਯਾਰ ਇੰਨਾ ਸਿਸਟਮ ਡਾਵਾਂਡੋਲ ਹੈ ਸਾਡਾ ਕਿ 2-2 4-4 ਮਹੀਨੇ ਵੀ ਨਹੀਂ ਸਾਡੇ ਤੋਂ ਸਿਸਟਮ ਸੰਭਲਿਆ। ਦੇਖੋ ਹਰੇਕ ਪਰਿਵਾਰ ਇੱਕ ਆਪਦੀ ਸੇਵਿੰਗ ਕਰਕੇ ਰੱਖਦਾ, ਐਡੀ ਛੇਤੀ ਡੋਲ ਗਏ। ਲੋਕਾਂ ਦੇ ਘਰਾਂ 'ਚ ਸੱਚੀ ਆਟਾ ਨਹੀਂ ਸੀ ਯਾਰ। ਠੀਕ ਹੈ ਜੀ। ਤਾਂ ਤੁਸੀਂ ਉਹ ਦੇਖ ਸਕਦੇ ਹੋ, ਅਸੀਂ ਉਦੋਂ ਜਦੋਂ ਸੇਵਾ ਕੀਤੀ ਉਦੋਂ ਉਹ ਆਇਆ। ਤਾਂ ਫਿਰ ਆਪਾਂ ਕਹਿੰਦੇ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ। ਤਾਂ ਆਪਾਂ ਕਹਿੰਦੇ ਗਰੀਬੀ ਕਿਉਂ ਆ ਰਹੀ ਹੈ? ਕਰਪਸ਼ਨ ਕਰਕੇ। ਠੀਕ ਹੈ ਜੀ। ਕਰਪਸ਼ਨ ਕਿਵੇਂ ਪੈਦਾ ਹੋ ਰਹੀ ਹੈ? ਮਹਿਕਮੇ 'ਚ ਪੈਦਾ ਹੋ ਰਹੀ ਹੈ। ਮਹਿਕਮੇ 'ਚ ਕਿਵੇਂ ਪੈਦਾ ਹੋ ਰਹੀ ਹੈ? ਲੀਡਰ ਇਗਨੋਰ ਕਰ ਰਹੇ। ਬੇਸਿਕਲੀ ਲੀਡਰ ਇਗਨੋਰ ਨਹੀਂ ਕਰ ਰਹੇ, ਲੀਡਰਾਂ ਦੇ ਹਿੱਸੇ ਨੇ। ਠੀਕ ਹੈ ਨਾ ਜੀ। ਤਾਂ ਉੱਥੋਂ ਆਰਟੀ ਤਾਂ ਮੇਰਾ ਬੜਾ ਅੱਛਾ ਮਿੱਤਰ ਇੱਕ ਆਰਟੀ ਐਕਟੀਵਿਸਟ ਹੈ, ਉਹਨੂੰ ਮੈਂ ਬੜਾ ਕਿਹਾ ਕਰਾਂ। ਤਾਂ ਉਹ ਵਿਚਾਰਾ ਮੇਰੇ ਵਰਗਾ ਜ਼ਿਲ੍ਹਾ, ਅਤੇ ਉਹਨੇ ਜੀ ਉਹਨੇ ਤੁਹਾਨੂੰ ਸਹੀ ਦੱਸਾਂ, ਉਹਨੇ ਕੋਈ ਮੇਰੀ ਗੱਲ ਨੂੰ ਤਵੱਜੋ ਨਹੀਂ ਦਿੱਤੀ ਕਿ ਪਾਠਕ ਸਾਹਿਬ ਇਹ ਵੱਡੇ ਮਸਲੇ ਆ। ਬੇਸਿਕਲੀ ਉਹਨੇ ਉਹ ਕਾਫੀ ਪੁਰਾਣਾ ਆਰਟੀ ਐਕਟੀਵਿਸਟ ਹੈ ਅਤੇ ਉਹ 'ਤੇ ਹਮਲਾ ਵੀ ਹੋ ਗਿਆ ਸੀ, ਉਹਨੂੰ ਧਮਕੀਆਂ ਵੀ ਮਿਲੀਆਂ ਸੀਗੀਆਂ। ਉਹ ਹਮਲੇ ਦੇ ਵਿੱਚ ਉਹਦਾ ਫਿਜ਼ੀਕਲੀ ਕੋਈ ਬੜਾ ਨੁਕਸਾਨ ਤਾਂ ਨਹੀਂ ਹੋਇਆ, ਪਰ ਉਹਨੂੰ ਸਿਰਫ ਡਰਾਇਆ ਧਮਕਾਇਆ ਇੰਨਾ ਗਿਆ ਸੀ। ਅਤੇ ਉਹ ਇਕੱਲਾ ਪਰਿਵਾਰ ਦਾ ਉਹ ਸੀਗਾ, ਜਿਵੇਂ ਇਸ ਦਾ 3 ਭਰਾ ਅਤੇ ਉਹਦੇ ਮਤਲਬ ਬੱਚੇ ਸੀਗੇ। ਅਤੇ ਉਹ ਬੰਦਾ ਕਹਿ ਲਓ ਮੈਨੂੰ ਜਵਾਬ ਤਾਂ ਨਹੀਂ ਦੇ ਸਕਿਆ, ਪਰ ਉਹ ਇਨਡਾਇਰੈਕਟ ਤਰੀਕੇ ਨਾਲ ਉਹਦਾ ਜਵਾਬ ਸੀ ਅਤੇ ਉਹ ਇਗਨੋਰ ਮਾਰਨ ਲੱਗ ਗਿਆ ਵੀ ਇਹ ਆਰਟਿੰਗ ਹੈ ਉਹ ਨਹੀਂ ਪਾ ਸਕਦਾ। ਅਤੇ ਅਸੀਂ ਜਿਹੜੀ ਇੱਕ ਸਟਾਰਟਿੰਗ ਕੀਤੀ ਸੀਗੀ, ਇਹ ਸਟਾਰਟਿੰਗ ਅਸੀਂ ਕੀਤੀ ਸੀ, ਤੁਸੀਂ ਕਹੋਗੇ ਨੋਟ ਸ਼ਰਾਬ ਮਾਫੀਆ, ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬੜੇ ਵੱਡੇ ਘਪਲੇ ਹੈ ਜੀ। ਰੈਵਨਿਊ ਡਿਪਾਰਟਮੈਂਟ ਹੈ ਜਿਹੜਾ, ਤੁਸੀਂ ਉਹਦੇ ਵਿੱਚ ਸੋਚ ਹੀ ਨਹੀਂ ਸਕਦੇ ਕਿੰਨੇ ਵੱਡੇ ਘਪਲੇ ਹੈ। ਤਾਂ ਇਹ ਭਰੇ ਪਏ ਹੈ ਜੀ ਘਪਲਿਆਂ ਦੇ। ਮਤਲਬ ਤੁਸੀਂ ਕਹਿ ਲਓ ਨਾ ਵੀ ਉਹ ਤੁਹਾਨੂੰ, ਜੇ ਤੁਸੀਂ ਐਕਸਾਈਜ਼ ਮਹਿਕਮੇ ਨੂੰ ਛੱਡੋਗੇ ਹੋਰ ਮਹਿਕਮੇ ਵੱਲ ਤੁਰ ਪਓਗੇ, ਤੁਹਾਨੂੰ ਲੱਗੂ ਐਕਸਾਈਜ਼ ਮਹਿਕਮਾ ਤਾਂ ਬੜਾ ਛੋਟਾ ਸੀ ਯਾਰ, ਇੱਥੇ ਐਡੇ ਵੱਡੇ ਘਪਲੇ ਹੈ। ਡਿਪਾਰਟਮੈਂਟ ਦੇ ਵਿੱਚ ਮਗਰਮੱਛ ਬੈਠੇ ਆ, ਡਿਪਾਰਟਮੈਂਟ ਦੇ ਵਿੱਚ ਐਡੇ ਮਗਰਮੱਛ ਬੈਠੇ ਆ ਜੀ, ਜਿਹੜੇ ਤੁਸੀਂ ਸੋਚ ਹੀ ਨਹੀਂ ਸਕਦੇ। ਔਰ ਇਹਨਾਂ ਦੀਆਂ ਫਾਈਲਾਂ ਇਹ ਦੱਬ ਦਿੱਤੀਆਂ ਜਾਂਦੀਆਂ, ਜਿਹੜਾ ਕੁਛ ਪੁੱਛੇ ਨਹੀਂ ਤੁਸੀਂ। ਇੱਕ ਮੈਂ ਬੜੀ ਅੱਛੀ, ਸ਼ਾਇਦ ਤੁਹਾਡੇ ਚੈਨਲ 'ਤੇ ਇੰਟਰਵਿਊ ਆ ਰਹੀ ਸੀ ਕਿਸੇ ਅਫਸਰ ਦੀ, ਆਪਣੇ DSP ਸ਼ਾਇਦ ਸ਼ੇਖੋ ਨੇ, ਲੁਧਿਆਣੇ ਵਾਲੇ, ਜਿਹੜੇ ਇਸ ਟਾਈਮ ਸਸਪੈਂਡ ਚੱਲ ਰਹੇ ਆ। ਉਹਨਾਂ ਨੇ ਬੜੀ ਵਧੀਆ ਗੱਲ ਕਹੀ ਸੀ, ਬਾਦਲਾਂ ਦੀ ਫਾਈਲ ਕੈਪਟਨ ਕੋਲੇ ਆ ਅਤੇ ਕੈਪਟਨ ਦੀ ਫਾਈਲ ਬਾਦਲਾਂ ਕੋਲੇ ਆ ਅਤੇ ਦੋਨਾਂ ਦੀ ਫਾਈਲ ਮੋਦੀ ਕੋਲੇ ਆ, ਹੈ ਨਾ ਜੀ। ਅਤੇ ਸ਼ਾਇਦ ਮੈਨੂੰ ਲੱਗਦਾ, ਮੈਂ ਕਿਸੇ ਪਾਰਟੀ ਨੂੰ ਨਹੀਂ ਟਾਰਗੇਟ ਕਰ ਰਿਹਾ, ਸ਼ਾਇਦ ਆਪ ਦੀ ਫਾਈਲ ਵੀ ਮੋਦੀ ਕੋਲੇ ਹੋਵੇ, ਮੋਦੀ ਦੀ ਫਾਈਲ ਗਾਂ ਸੋਨੀਆ ਵਰਗਿਆਂ ਕੋਲੇ ਹੋਵੇ। ਤਾਂ ਇਹ ਸਾਰੇ ਆਪਸ ਦੇ ਵਿੱਚ ਇਹਨਾਂ ਦੇ ਕੀ ਸਿਸਟਮ ਹੈ ਜੀ, ਇਹ ਸਮਝੋ ਬਾਹਰ ਹੈ। ਪਰ ਮੈਨੂੰ ਸ਼ੇਖੋ ਸਾਹਿਬ ਦੀ ਉਹ ਗੱਲ ਨਾਲ ਮੈਂ ਬਹੁਤ ਸਹਿਮਤ ਹੋਇਆ। ਬੜੇ ਲੋਕ ਛਾਲਾਂ ਮਾਰਦੇ ਸੀ ਜੀ ਵੀ 10 ਇਹਨਾਂ ਨੂੰ ਕੋਈ ਪੁੱਛਣਾ, ਤੁਹਾਨੂੰ ਵਾਕਈ ਲੱਗਦਾ ਵੀ 10 ਸਾਲ ਦੇ ਵਿੱਚ ਕੋਈ ਘੁਟਾਲਾ ਨਹੀਂ ਹੋਇਆ? ਹੁਣ ਕੈਪਟਨ ਨੇ ਕੋਈ ਘੁਟਾਲਾ ਸਾਹਮਣੇ ਕਿਉਂ ਨਹੀਂ ਲਿਆਤਾ ਜੀ? ਤੁਹਾਨੂੰ ਵਾਕਈ ਲੱਗਦਾ ਵੀ ਕਾਂਗਰਸ ਨੇ ਕੋਈ ਬੜੇ ਵੱਡੇ ਬਲੰਡਰ ਨਹੀਂ ਕੀਤੇ ਹੋਣੇ 10 ਸਾਲਾਂ ਦੇ ਵਿੱਚ? ਸੈਂਟਰ ਦੇ ਵਿੱਚ ਮੋਦੀ ਕਿਉਂ ਨਹੀਂ ਸਾਹਮਣੇ ਲਿਆ ਸਕਿਆ ਜੀ? ਕਿਹਦੇ 'ਤੇ ਕੀ ਕਾਰਵਾਈ ਹੋਈ? ਇਹ ਤਾਂ ਜੀ ਇੱਕ ਬੜੀ ਸੋਹਣੀ ਕਿਸੇ ਬੰਦੇ ਨੇ ਗੱਲ ਕਹੀ। ਮੈਂ ਕਿਹਾ ਯਾਰ ਜਿਹੜੇ ਅਫਸਰ ਆ ਤੁਹਾਡੇ, ਇਹਨਾਂ ਨੂੰ ਦਿਖਦਾ ਨਹੀਂ? ਕਹਿੰਦਾ ਸਾਰਾ ਕੁਝ ਦਿਖਦਾ ਜੀ। ਅਤੇ ਮੈਂ ਕਿਹਾ ਜੀ ਕਰਦੇ ਕਿਉਂ ਨਹੀਂ ਕੁਛ? ਕਹਿੰਦਾ ਜੀ ਕਰਦੇ ਆ ਜਦੋਂ ਇਹਦੀ ਖੁਦ ਹੀ ਵੰਗਾਰ ਦੇਣੀ ਬੰਦ ਕਰ ਦਿੰਦਾ। ਤਾਂ ਤੁਸੀਂ ਜਿਹੜੀ ਚਿੱਠੀ ਪੱਤਰ ਪਾਉਂਦੇ ਹੋ, ਇਹ ਗੱਲ ਬਹੁਤ ਇਸ ਵਜ਼ਨਦਾਰ ਗੱਲ ਹੈ। ਇਸ ਗੱਲ 'ਚ ਸੱਚਾਈ ਹੈ ਵੀ ਸਰਕਾਰ ਦੇ ਘਰੇ ਇੱਕ 10 ਪੈਸੇ ਦਾ ਜਿਹੜਾ ਕਾਗਜ਼ ਪਾ ਦਿਓ ਤੁਸੀਂ, ਉਹਦੀ ਪੂਰੀ ਵੈਲਿਊ ਹੈ। ਪਰ ਉਹ ਵੈਲਿਊ ਵਸੂਲਣੀ ਕਿਹੜੇ ਬੰਦਿਆਂ ਨੂੰ ਆਉਂਦੀ ਹੈ, ਇਹਦੇ 'ਤੇ ਡਿਪੈਂਡ ਹੈ। ਉਹ ਵੈਲਿਊ ਵਸੂਲਣੀ ਆਉਂਦੀ ਹੈ ਜੀ ਉਹਦੇ ਸੀਨੀਅਰ ਅਫਸਰਾਂ ਨੂੰ। ਵੀ ਇਹਦੀ ਮੈਂ ਬਾਂਹ ਉਦੋਂ ਮਰੋੜੂੰਗਾ ਜਦੋਂ ਇਹ ਮੈਥੋਂ ਬਾਹਰ ਚੱਲਦਾ ਹੋਇਆ। ਲੀਡਰਾਂ ਨੂੰ ਵਸੂਲਣੀ ਆਉਂਦੀ ਹੈ ਜੀ, ਉਹ ਕਹਿੰਦੇ ਵੀ ਇਹ ਅਫਸਰ ਦੀ ਬਾਂਹ ਜਾਂ ਇਹ ਥੱਲੜਲੇ ਮੈਂ ਆਪਦੇ ਵਰਕਰ ਦੀ ਬਾਂਹ ਉਦੋਂ ਮਰੋੜੂੰਗਾ ਜਦੋਂ ਮੈਥੋਂ ਬਾਹਰ ਚੱਲਦਾ ਹੋਇਆ। ਤਾਂ ਇਹ ਜਨਾਬ ਸਿਸਟਮ ਨੇ ਜੀ, ਇਹ ਬੜਾ ਕਰਪਟ ਸਿਸਟਮ ਹੋ ਚੁੱਕਿਆ। ਇਹ ਤਾਂ ਇਹੀ ਹੈ ਵੀ ਜਿਹੜੇ ਚੰਗੇ RTI ਐਕਟਿਵਿਸਟ ਨੇ, ਚੰਗੇ ਵਕੀਲ ਨੇ, ਜਿਹੜੇ ਸਮਾਜ ਦੇ ਬੁੱਧੀਜੀਵੀ ਨੇ, ਅੱਛੇ ਜਾਂ ਜਿਹੜੇ ਬੰਦੇ ਹੌਸਲਾ ਰੱਖਦੇ ਆ, ਜਿਨ੍ਹਾਂ ਦੇ ਘਰੇ ਰੋਟੀ ਦਾ ਫਿਕਰ ਨਹੀਂ, ਵੈਲ ਸੈਟਲਡ ਬੰਦੇ ਆ, ਜਿਨ੍ਹਾਂ ਨੂੰ ਕੋਈ ਫਿਕਰ ਨਹੀਂ, ਉਹਨਾਂ ਨੂੰ ਸਮਾਜ ਵਾਸਤੇ ਕੋਈ ਸੋਚਣਾ ਚਾਹੀਦਾ, ਸਟੈਂਡ ਲੈਣਾ ਚਾਹੀਦਾ। ਇੱਕ ਬਹੁਤ ਗੰਦਲਾ ਸਿਸਟਮ ਹੋ ਚੁੱਕਿਆ। ਤੁਸੀਂ ਸੋਚ ਨਹੀਂ ਸਕਦੇ ਜਿਹੜਾ ਆਪਣੀਆਂ ਜਨਰੇਸ਼ਨਾਂ ਦਾ ਗਾਂਹ ਹਾਲ ਹੋ ਜਾਣਾ। ਸਾਰੇ ਆਪਾਂ ਦੁਖੀ ਤਾਂ ਹੈਗੇ ਆ ਵੀ ਆਪਣੇ ਬੱਚੇ ਬਾਹਰ ਜਾ ਰਹੇ ਆ, ਬੱਚੇ ਪਰ ਬਾਹਰ ਕਿਉਂ ਜਾ ਰਹੇ ਆ? ਪੰਜਾਬ ਕਿਉਂ ਕਰਜ਼ਾਈ ਹੋ ਰਿਹਾ? ਪੰਜਾਬ ਦਾ ਰੈਵਨਿਊ ਕੌਣ ਖਾ ਰਿਹਾ? ਇਸ ਚੀਜ਼ ਪਿੱਛੇ ਕੋਈ ਜਾਣ ਨੂੰ ਤਿਆਰ ਨਹੀਂ। ਜੇ ਜਾਂਦਾ ਤਾਂ ਉਹਨੂੰ ਰੋਕਣਾ ਕਿਵੇਂ ਆ? ਉਸ ਚੀਜ਼ ਪਿੱਛੇ ਜਾਣ ਨੂੰ ਕੋਈ ਤਿਆਰ ਨਹੀਂ। ਅਤੇ ਜਿਹੜਾ ਸਾਡੇ ਵਰਗਾ ਜਾਣ ਲੱਗਦਾ, ਤੁਹਾਨੂੰ ਜਿਵੇਂ ਦੱਸਿਆ ਹੀ ਹੈ ਵੀ ਮੈਨੂੰ ਐ ਸੀ ਵੀ ਅਸੀਂ ਟਾਂਗ ਕਾਂਡ ਨਹੀਂ ਕਰਨਾ ਚਾਹੁੰਦੇ। 29 ਦਸੰਬਰ ਨੂੰ ਮੇਰੇ 'ਤੇ ਹਮਲਾ ਵੀ ਹੋ ਗਿਆ ਸੀ, 307 ਦਾ ਪਰਚਾ ਦਰਜ ਹੈ ਕੋਤਵਾਲੀ ਥਾਣੇ ਦੇ ਵਿੱਚ।
ਤੁਸੀਂ ਉਹਦੀ ਤੁਹਾਨੂੰ ਇੱਕ ਮੈਂ ਇਹਦੇ ਵਿੱਚ ਇਹ ਸ਼ਰਾਬ ਮਾਫੀਆ ਤੋਂ ਹਟ ਕੇ ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹੂੰ। 307 ਦਾ ਪਰਚਾ ਦਰਜ ਹੈ ਜੀ, 219 ਨੰਬਰ ਮੁਕੱਦਮਾ, 30 ਦਸੰਬਰ 2020, 5 ਮਹੀਨੇ ਹੋ ਚੁੱਕੇ ਆ। ਉਸ ਮੁਕੱਦਮੇ 'ਚ ਚਲੋ ਪੁਲਿਸ ਕੋਲੇ ਬੜੇ ਬਹਾਨੇ ਹੁੰਦੇ ਆ ਜੀ, ਪਾਵਰਾਂ ਹੁੰਦੀਆਂ ਵੀ ਨਹੀਂ ਜੀ ਰੇਡ ਕੀਤੀ ਬੰਦਾ ਮਿਲਿਆ ਨਹੀਂ। ਇੱਕ ਬੰਦਾ ਉਹਨਾਂ 'ਚੋਂ ਜੇਲ੍ਹ 'ਚ ਬੰਦਾ ਜਿਹੜਾ ਪਲੈਨਰ ਸੀਗਾ ਮੇਰੇ 'ਤੇ ਹਮਲਾ ਕਰਵਾਉਣ ਦਾ, ਉਹ ਬੰਦੇ ਨੂੰ ਸਿਵਲ ਲਾਈਨ ਬਠਿੰਡਾ ਸਿਵਲ ਲਾਈਨ ਥਾਣੇ ਵਾਲੇ ਤੇ ਇੱਕ ਮੁਕੱਦਮੇ ਦੇ ਵਿੱਚ ਲਿਆਏ ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ। ਜਿਹੜੇ ਕਤਵਾਲੀ ਵਾਲੇ ਉਹਨਾਂ ਨੂੰ ਹਜੇ ਤੱਕ ਉਹ ਪਤਾ ਹੀ ਨਹੀਂ ਲੱਗਿਆ, ਉਹ ਬੰਦਾ ਜੇਲ੍ਹ ਦੇ ਵਿੱਚ ਹੈ, ਉਹਦੀ ਹਜੇ ਤੱਕ ਅਰੈਸਟ ਨਹੀਂ ਪਾਈ ਇਹਨਾਂ ਨੇ। ਤਾਂ ਇੱਥੋਂ ਪਤਾ ਲੱਗਦਾ ਸ਼ਰਾਬ ਮਾਫੀਆ ਦਾ ਕਿੰਨਾ ਜ਼ਿਆਦਾ ਪ੍ਰਭਾਵ ਹੈ। ਅਫਸਰ ਇਹਨਾਂ ਦੀ ਮਰਜ਼ੀ ਨਾਲ ਲੱਗਦੇ ਹੈ, ਮੇਅਰ ਤੱਕ ਇਹਨਾਂ ਦੀ ਮਰਜ਼ੀ ਨਾਲ ਚੁਣੇ ਜਾਂਦੇ ਹੈ। ਤਾਂ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ। ਮੈਨੂੰ ਲੱਗਦਾ ਵਿਚਾਰੇ ਕਾਂਗਰਸੀਆਂ ਨੂੰ ਵਿਚਾਰਿਆਂ ਨੂੰ ਪਤਾ ਹੋਣਾ, ਸਾਰੇ ਸ਼ਹਿਰ ਨੂੰ ਪਤਾ ਕਿ ਮੇਅਰ ਕੌਣ ਲੱਗਿਆ ਅਤੇ ਕਿਵੇਂ ਲੱਗਿਆ। ਹਾਂਜੀ, ਅਤੇ ਬੜੀ ਰਿਸਪੈਕਟ ਕਰਦਾ ਮੈਂ ਸਾਡੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਦੀ, ਕਿਉਂਕਿ ਮੈਨੂੰ ਲੱਗਦਾ ਵੀ ਇੰਨਾ ਸੁਲਝਿਆ ਹੋਇਆ ਬੰਦਾ, ਹਾਈਲੀ ਐਜੂਕੇਟਡ ਬੰਦਾ ਅਤੇ ਪੰਜਾਬ ਲਈ ਗੰਭੀਰ, ਜਿਹੜੇ ਬੰਦੇ ਨੂੰ ਦਿਲੋਂ ਸ਼ਾਇਦ ਦਰਦ ਹੈ ਪੰਜਾਬ ਦੇ ਖਜ਼ਾਨੇ ਲਈ ਵੀ। 75 ਕਰੋੜ ਦੀ ਠੱਗੀ ਵਾਲਾ ਬੰਦਾ ਜੀ ਉਹਨਾਂ ਦੇ ਸ਼ਹਿਰ ਵਿੱਚ ਆਈ ਆਜ਼ਾਦ ਫਿਰਦਾ। 75 ਕਰੋੜ ਦੀ ਠੱਗੀ ਵਾਲਾ ਬੰਦਾ ਸਰਕਾਰ ਦਾ, ਜਿਹਦੀ ਰਿਕਵਰੀ ਪੈਂਡਿੰਗ ਹੈ, ਉਹ ਉਹਨਾਂ ਦੇ ਨਾਲ ਫਿਰਦੇ ਆ ਜੀ। ਤਾਂ ਜੇ ਉਹ ਲੁਕੋ ਰੱਖ ਗਏ ਮੰਤਰੀ ਸਾਹਿਬ ਤੋਂ ਤਾਂ ਬੜੀ ਮਾੜੀ ਗੱਲ ਹੈ। ਜੇ ਅਫਸਰਾਂ ਨੇ ਹਜੇ ਤੱਕ ਮੰਤਰੀ ਸਾਹਿਬ ਨੂੰ ਜਾਣੂ ਨਹੀਂ ਕਰਵਾਇਆ ਵੀ ਜੀ ਇਹ ਐਡੇ ਠੱਗ ਤੁਹਾਡੀ ਛਤਰ ਛਾਇਆ ਹੇਠ ਫਿਰਦੇ ਹੈ, ਕੱਲ੍ਹ ਨੂੰ ਤੁਹਾਡੇ 'ਤੇ ਇਲਜ਼ਾਮ ਲੱਗੂਗਾ, ਤਾਂ ਬਹੁਤ ਮਾੜੀ ਗੱਲ ਹੈ ਜੀ। ਤਾਂ ਬੜੀ ਜਸ ਜੀ ਹੈਰਾਨੀ ਹੁੰਦੀ ਹੈ। ਦੇਖੋ ਮੈਨੂੰ ਲੱਗਦਾ ਵੀ ਇਹ ਜਿਹੜੇ ਜੇ ਕੋਈ ਤੁਸੀਂ ਸੱਚੀ 5-7 ਕੋਈ ਬੰਦੇ ਲੱਭਣੇ ਹੋਣ, 10 ਬੰਦੇ ਜਿਹਨਾਂ ਨੂੰ ਪੰਜਾਬ ਦਾ ਦਰਦ ਹੈ ਜਾਂ ਪੰਜਾਬ ਦੇ ਵਿੱਤ ਖਜ਼ਾਨੇ ਦਾ ਮਤਲਬ ਫਿਕਰ ਹੈ, ਤਾਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਉਹ ਪਹਿਲਾਂ 10 ਬੰਦਿਆਂ 'ਚੋਂ ਆਉਂਦੇ ਆ। ਅਤੇ ਐਡੀਆਂ ਠੱਗੀਆਂ ਵਾਲੇ ਬੰਦੇ ਬਠਿੰਡੇ ਆਜ਼ਾਦ ਫਿਰਦੇ ਆ ਜੀ। ਅੱਛਾ, ਫਿਰ ਇੱਕ ਪਾਸੇ ਇਹ ਚਲੋ ਇਹ ਮੰਨ ਲਈਏ ਕਿ ਪਤਾ ਹੋਣਾ ਆ, ਮੰਤਰੀ ਸਾਹਿਬ ਨੂੰ ਪਤਾ ਹੋਣਾ ਆ, ਜੇ ਇਹ ਮੰਨਦੇ ਆ ਕਿ ਪਤਾ ਆ, ਤਾਂ ਫਿਰ ਉਸ ਤੋਂ ਬਾਅਦ ਵੀ ਇੱਦਾਂ ਦੇ ਆਜ਼ਾਦ ਫਿਰਦੇ ਆ, ਫਿਰ ਤੁਹਾਨੂੰ ਲੱਗਦਾ ਕਿ ਇਨਸਾਫ ਤੁਹਾਨੂੰ ਮਿਲ ਜੂਗਾ? ਦੇਖੋ ਜੀ, ਮੈਨੂੰ ਜੇ ਤੁਸੀਂ ਕਹੋ ਅਫਸਰਾਂ ਤੋਂ ਜਾਂ ਲੀਡਰਾਂ ਤੋਂ ਕੋਈ ਉਮੀਦ ਨਹੀਂ। ਮੈਂ ਤੁਸੀਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਜੀ, ਜਿਹੜੀ ਅਸੀਂ RTI ਪਾਈ, ਸਾਨੂੰ 75-77 ਕਰੋੜ ਦੀ ਰਿਕਵਰੀ ਦਾ ਇਹਨਾਂ ਨੇ ਲਿਖ ਕੇ ਦਿੱਤਾ। ਤੁਸੀਂ ਮੰਨੋਗੇ ਕਿ ਜਿਹੜਾ ਕਮਿਸ਼ਨਰ ਪੰਜਾਬ ਹੈ ਉਹਨੂੰ ਪਤਾ ਹੀ ਨਹੀਂ ਵੀ ਬਠਿੰਡੇ ਦੇ ਵਿੱਚ 1 ਸਾਲ ਦੀ ਇਕੱਲੀ 75 ਕਰੋੜ ਰਿਕਵਰੀ ਖੜੀ ਹੈ। ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋਣਾ। ਤੁਹਾਨੂੰ ਆਮ ਕਹਾਵਤ ਹੈ ਵੀ ਜੇ ਤੁਸੀਂ ਸਰਕਾਰੀ ਦਰਬਾਰੇ ਕਿਤੇ ਜਾਓ, ਤੁਹਾਡੀ ਕੋਈ ਸੁਣਵਾਈ ਨਹੀਂ, ਤੁਹਾਡਾ ਚਿੱਠੀ ਪੱਤਰ ਨਹੀਂ ਲੈਂਦਾ ਪਿਆ, ਤਾਂ ਤੁਸੀਂ ਉਹਨਾਂ ਨੂੰ ਲਿਖਤੀ ਇੱਕ ਰਜਿਸਟਰਡ ਪੋਸਟ ਪਾ ਦਿਓ ਅਤੇ ਤੁਹਾਡੀ ਉਹ ਮਨਜ਼ੂਰ ਹੋ ਜੂਗੀ। ਉਹਨਾਂ ਨੂੰ ਉਹਨੂੰ ਨੰਬਰ ਲਾਉਣਾ ਪੈਣਾ, ਉਹ ਰਿਸੀਵਿੰਗ ਆਟੋਮੈਟਿਕਲੀ ਤੁਹਾਡੇ ਕੋਲ ਆ ਗਈ। ਪਰ ਮੈਂ ਤੁਹਾਨੂੰ ਜੇ ਤੁਸੀਂ ਕਹੋ ਤਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ, ਇਹ ਮੈਨੂੰ ਲੱਗਦਾ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋਣਾ। ਇਹ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਕਾਰਨਾਮੇ ਦਿਖਾਉਣਾ ਜੀ ਤੁਹਾਨੂੰ ਇਹਦੇ 'ਤੇ, ਜੇ ਤੁਸੀਂ ਜ਼ੂਮ ਲੈ ਸਕਦੇ ਹੋ ਜੀ, ਇਹ ਲਿਓ ਜਰਾ। ਇਹ ਐਕਸਾਈਜ਼ ਕਮਿਸ਼ਨਰ ਪੰਜਾਬ ਦਾ ਜੀ, ਲੈਣ ਤੋਂ ਇਨਕਾਰੀ ਜੀ। ਠੀਕ ਹੈ ਜੀ। ਦੂਸਰੀ ਚਿੱਠੀ ਜੀ, ਲੈਣ ਤੋਂ ਇਨਕਾਰੀ। ਮਤਲਬ ਐਕਸਾਈਜ਼ ਵਿਭਾਗ ਦਾ ਤਾਂ ਇਹ ਹਾਲ ਹੋ ਚੁੱਕਿਆ ਜੀ। ਮੈਨੂੰ ਲੱਗਦਾ ਜਿਹੜੇ ਉਹ ਰਿਸੀਵਿੰਗਾਂ ਵਾਲੇ ਵਿਚਾਰੇ ਮੁੰਡੇ ਲੈਟਰਾਂ ਵਾਲੇ ਬੈਠੇ ਆ, ਤਾਂ ਉਹਨਾਂ ਨੂੰ ਨੋਟ ਕਰਾ ਦਿੱਤਾ ਇਹਨਾਂ ਨੇ ਵੀ ਜੇ ਕੋਈ ਸੰਦੀਪ ਪਾਠਕ ਦੀ ਲੈਟਰ ਆਉਂਦੀ ਹੈ ਤਾਂ ਉਹ ਰਿਸੀਵ ਨਹੀਂ ਕਰਨੀ। ਅਤੇ ਇਹ ਤੁਹਾਨੂੰ ਮੈਂ ਦੱਸਦਾ, ਇਹ ਸਮਝਣ ਦੀ ਮੈਂ ਨਾ ਇੱਕ ਹੈਸ਼ਟੈਗ ਵੀ ਚਲਾਇਆ ਜੀ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਤੁਸੀਂ ਸੱਚ ਮੰਨੋ, ਕਿਸੇ ਨਾਲ ਕੋਈ ਮੇਰੀ ਪਰਸਨਲ ਰੰਜਿਸ਼ ਨਹੀਂ ਹੈਗੀ। ਦੇਖੋ ਚੰਡੀਗੜ੍ਹ ਕੋਈ ਨਹੀਂ, ਮੈਂ ਚੰਡੀਗੜ੍ਹ ਵੀ ਪਾਈ ਹੈ, ਤੁਹਾਨੂੰ ਚੰਡੀਗੜ੍ਹ ਦੇ ਵੀ ਦਿਖਾ ਦਿੰਦਾ। ਚੰਡੀਗੜ੍ਹ ਵਾਲਿਆਂ ਨੇ ਵੀ ਲੈਣ ਤੋਂ ਮਨਾ ਕਰਤਾ ਜੀ। ਮੈਂ ਉਹਨਾਂ ਨੂੰ RTI ਪਾਈ, ਉਦੋਂ ਬਾਅਦ ਉਹਦਾ ਰਿਪਲਾਈ ਮੰਗਿਆ ਦੁਬਾਰਾ, ਉਹਨਾਂ ਨੂੰ ਇੱਕ ਮੈਂ ਵਾਰਨਿੰਗ ਲੈਟਰ ਭੇਜਿਆ, ਤਾਂ ਉਹ ਲੈਣ ਤੋਂ ਇਨਕਾਰੀ ਹੋ ਗਈ ਜੀ। ਕਈ ਦਫ਼ਤਰਾਂ ਦੇ ਵਿੱਚ ਦਫ਼ਤਰੀ ਉੱਥੇ ਹੋ ਜਾਂਦਾ ਵੀ ਐਡਰੈਸ ਇਹ ਹੈ ਨਹੀਂ ਗਾ। ਮਤਲਬ ਉਦਾਹਰਨ ਤੁਹਾਨੂੰ ਦਊਂਗਾ, ਜਿਵੇਂ ਮੈਂ SSP ਬਠਿੰਡਾ ਨੂੰ ਇੱਕ ਲੈਟਰ ਲਿਖ ਕੇ ਲੈਟਰ 'ਤੇ ਬਾਹਰ ਲਿਖਣਾ ਬਹੁਤ ਹੈ ਵੀ SSP ਬਠਿੰਡਾ ਟੂ SSP ਬਠਿੰਡਾ, ਅਤੇ ਉੱਥੇ ਕਹਿ ਦੇਣ ਵੀ SSP ਦਫ਼ਤਰੀ ਹੈ ਨਹੀਂ ਜਾਂ ਐਕਸਾਈਜ਼ ਕਮਿਸ਼ਨਰ ਦਾ ਦਫ਼ਤਰੀ ਹੈ ਨਹੀਂ। ਤਾਂ ਇਹ ਹਾਲ ਹੋ ਰਿਹਾ ਜਨਾਬ। ਦੇਖੋ ਇਹ ਜਿਹੜੀ ਇਹ ਮੁਹਿੰਮ ਛੇੜੀ ਹੈ, ਮੈਂ ਇਹਨੂੰ ਮੁਹਿੰਮ ਕਹਿਣਾ।
ਕਿਉਂਕਿ ਬਹੁਤ ਲੋਕ ਮੈਨੂੰ ਬੜੇ ਫੋਨ ਆਏ ਜਿਹੜੇ ਸੋਸ਼ਲ ਵਰਕਰ ਨੇ, ਜਿਨ੍ਹਾਂ ਦਾ ਐਕਚੁਅਲ ਸਿਸਟਮ ਤੋਂ ਦੁਖੀ ਨੇ, ਜਿਹੜੇ ਬੰਦਿਆਂ ਦਾ ਇੰਟਰਸਟ ਹੈ ਵੀ ਕੁਛ ਹੋਣਾ ਚਾਹੀਦਾ, ਤਾਂ ਬੜੇ ਬੰਦਿਆਂ ਦੇ ਫੋਨ ਆਏ। ਉਹਨਾਂ ਨੂੰ ਮੈਂ ਗਾਈਡ ਕਰ ਰਿਹਾ ਜਿੰਨੀ ਮੈਨੂੰ ਨੌਲੇਜ ਹੈ ਕਿ RTI ਪਾਓ, RTI ਥਰੂ ਇਹਨਾਂ ਦੇ ਖਿਲਾਫ ਐਵੀਡੈਂਸ ਇਕੱਠੇ ਕਰੋ। ਇਹ ਆਪਾਂ ਨੂੰ ਪਿੰਡ ਪੱਧਰ 'ਤੇ ਇਹ ਚੀਜ਼ਾਂ ਛੇੜਨੀਆਂ ਪੈਣੀਆਂ। ਮੈਂ ਉਹਨੂੰ ਕਹਿੰਦਾ ਵੀ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਕੰਮ ਹੋਏ, ਪਿੰਡਾਂ ਦੀਆਂ RTI ਲੈ ਕੇ ਬਿੱਲ ਲੈ ਕੇ ਰੱਖੋ ਇਹਨਾਂ ਤੋਂ, ਕਿਉਂਕਿ ਸਭ ਨੂੰ ਪਤਾ ਵੀ ਇਹ ਕਰਪਸ਼ਨ ਕਿਵੇਂ ਹੋ ਰਹੀ ਹੈ। ਜਦੋਂ RTI ਪਾਉਣੇ ਹੋ, ਐਡੀ ਵੱਡੀ ਕਰਪਸ਼ਨ ਦੀ ਜਾਣਕਾਰੀ ਸੌਖਿਆਂ ਉਪਲਬਧ ਹੋ ਗਈ ਸੀ, ਜਾਂ ਇਹਦੇ ਵਿੱਚ ਵੀ ਜਿੱਦਾਂ ਤੁਸੀਂ ਕਿਹਾ ਤੁਸੀਂ ਚਿੱਠੀਆਂ ਲਿਖਦੇ ਹੋ ਉੱਥੇ ਕਹਿੰਦੇ ਕਿ ਭਈ ਅਸੀਂ ਤਾਂ ਮਨਜ਼ੂਰ ਹੀ ਨਹੀਂ ਕਰਨੀ, ਤਾਂ ਫਿਰ ਜਾਣਕਾਰੀ ਸੌਖਿਆਂ ਉਪਲਬਧ ਹੋ ਗਈ ਸੀ? ਨਹੀਂ ਜੀ, ਜਾਣਕਾਰੀ ਮੈਨੂੰ ਉਪਲਬਧ ਹੋਈ ਹੈ ਜੀ, ਮਤਲਬ ਆਪਦੇ 'ਤੇ ਜਾਨਲੇਵਾ ਹਮਲਾ ਕਰਵਾ ਕੇ। ਜਦੋਂ ਇਹ ਕੀ ਹੋਇਆ ਜੀ, ਮੈਂ ਦੇਖੋ 21 ਦਸੰਬਰ ਨੂੰ RTI ਪਾਈ, 23 ਜਾਂ 24 ਦਸੰਬਰ ਨੂੰ RTI ਰਿਸੀਵ ਹੋ ਗਈ। ਤਾਂ ਇਹਨਾਂ ਦੇ ਐਡਾ ਸਿਸਟਮ ਹੈ ਇਹ ਸ਼ਰਾਬ ਮਾਫੀਆ ਦਾ। ਤੁਸੀਂ ਇਹ ਦੇਖੋ, ਜਿਵੇਂ ਕਹਿੰਦੇ ਆ, ਉਹ ਮੈਨੂੰ ਲੱਗਦਾ ਮੇਲ ਜਦੋਂ ਆਈ ਹੈ ਤਾਂ ਮੋਦੀ ਸਾਹਿਬ ਕਹਿੰਦੇ ਮੈਂ 85 'ਚ ਮੇਲ ਵਰਤੀ ਸੀ, ਅੱਜ ਤੋਂ 15 ਸਾਲ ਪਹਿਲਾਂ। ਤਾਂ ਬਠਿੰਡੇ ਦੇ ਜਿਹੜੇ ਮਾਫੀਆ ਨੇ, ਜਾਂ ਪੰਜਾਬ ਦਾ ਜਿਹੜਾ ਐਕਸਾਈਜ਼ ਵਿਭਾਗ ਹੈ, ਇਹ ਮੋਦੀ ਜੀ ਨਾਲੋਂ ਵੀ ਫਾਸਟ ਹੈ ਜੀ। ਇਹ ਮੈਨੂੰ ਲੱਗਦਾ ਰਿਸੀਵ ਬਾਅਦ 'ਚ ਹੋਈ, ਜਾਂ ਮੇਰੇ ਕੰਪਿਊਟਰ ਜਦੋਂ ਟਾਈਪ ਹੋ ਰਹੀ ਸੀ ਇਹਨਾਂ ਨੂੰ ਪਹਿਲਾਂ ਪਤਾ ਲੱਗ ਗਈ, ਅਤੇ ਨਾਲ ਦੀ ਨਾਲ ਜਿਹੜਾ ਮਾਫੀਆ ਸੀ ਉਹਦੇ ਕੋਲ ਮੈਸੇਜ ਪਹੁੰਚ ਗਿਆ ਵੀ ਜੇ ਇਹਨੂੰ ਟਿਕਾ ਨਹੀਂ ਜਾਣਕਾਰੀ ਦੇਣੀ ਪੈਣੀ ਹੈ। ਉਹਦੀ ਮੈਨੂੰ ਧਮਕੀਆਂ ਦੇਣ ਲੱਗ ਗਏ ਜੀ। ਮੈਂ ਮੰਨਿਆ ਨਹੀਂ, ਮੇਰੇ 'ਤੇ ਹਮਲਾ ਕਰਵਾਤਾ। ਜਦੋਂ ਮੇਰੇ 'ਤੇ ਹਮਲਾ ਕਰਵਾਤਾ, ਤੁਸੀਂ ਦੇਖੋ ਉਹਦੇ 'ਚ ਪੁਲਿਸ ਅਫਸਰਾਂ ਦੇ ਵੀ ਨਾਮ ਹੈ ਜੀ, ਜਿਨ੍ਹਾਂ ਨੇ ਮੈਨੂੰ ਥ੍ਰੈਟ ਕੀਤਾ ਸੀਗਾ। ਇਹ ਜਿਹੜਾ ਪ੍ਰੀ ਪਲੈਨ ਮੇਰੇ 'ਤੇ ਜਿਹੜਾ ਹਮਲਾ ਹੋਇਆ, ਤਾਂ ਉਹ ਮੇਰੇ ਕੋਲ ਆਡੀਓ ਰਿਕਾਰਡਿੰਗ ਸੀ, ਮੇਰੇ ਕੋਲ ਸਾਰਾ ਸਿਸਟਮ ਸੀ, ਮੈਂ ਇਹਨਾਂ 'ਤੇ ਪਰਚਾ ਦਰਜ ਕਰਵਾਤਾ। ਉਹਦੇ ਵਿੱਚ ਜਦੋਂ ਐਕਸਾਈਜ਼ ਵਿਭਾਗ ਦਾ ਵੀ ਨਾਮ ਆ ਗਿਆ, ਤਾਂ ਐਕਸਾਈਜ਼ ਵਿਭਾਗ ਬਾਕੀ ਦਾ ਕਿਸੇ ਨੇ ਦਿੱਤੀ ਨਹੀਂ। ਕੱਲ੍ਹ ਅਸਿਸਟੈਂਟ ਕਮਿਸ਼ਨਰ ਬਠਿੰਡਾ ਸਾਹਿਬ ਨੇ ਨਾਲ ਦੀ ਨਾਲ ਮੈਨੂੰ ਮਤਲਬ ਫਸਟ ਅਪੀਲ ਲੈ ਕੇ ਮੈਨੂੰ ਜਾਣਕਾਰੀ ਮੁਹੱਈਆ ਕਰਵਾਤੀ, ਜਿਹਦੇ ਵਿੱਚ ਇਹਨਾਂ ਦਾ ਕੋਈ ਦੇਣ ਦਾ ਮਨ ਨਹੀਂ ਸੀ, ਇਹਨਾਂ ਦੀ ਮਜਬੂਰੀ ਬਣ ਗਈ, ਬਹੁਤ ਵੱਡੀ ਮਜਬੂਰੀ ਬਣ ਗਈ। ਤਾਂ ਚੱਲਦੇ ਸਮੱਸਿਆਵਾਂ ਆਉਂਦੀਆਂ ਜੀ, ਕਾਫੀ ਆਉਂਦੀਆਂ, ਫੇਸ ਕਰਨੀਆਂ ਪੈਂਦੀਆਂ। ਅਤੇ ਇਹ ਲੜਾਈਆਂ ਬੇਸਿਕਲੀ ਜਸ ਜੀ ਸੌਖੀਆਂ ਨਹੀਂ ਹੁੰਦੀਆਂ। ਤੁਸੀਂ ਦੇਖੋਗੇ ਮਤਲਬ ਤੁਹਾਡੇ 'ਤੇ ਬੜੇ ਇਲਜ਼ਾਮ ਵੀ ਲੱਗਦੇ ਆ। ਮੈਂ ਜਿਵੇਂ ਦੇਖ ਰਿਹਾ ਸੀ, ਕਿਉਂਕਿ ਨਾ ਜਦੋਂ ਤੁਸੀਂ PIL ਪਾਉਣੀ ਹੈ, ਤਾਂ ਜਿਹੜੇ ਇਹ ਤੁਹਾਡੇ ਦਰਸ਼ਕ ਵੀ ਦੇਖ ਰਹੇ ਹੋਣਗੇ ਜਾਂ ਪੜ੍ਹੇ ਲਿਖੇ ਸੂਝਵਾਨ 'ਚ ਬੰਦੇ ਆ, PIL ਜਿਹੜੀ ਹੈ ਹਾਈ ਕੋਰਟ ਦੇ ਵਿੱਚ ਸੌਖਿਆਂ ਨਹੀਂ ਪੈਂਦੀ। ਉਹ ਬਹੁਤ ਤੱਥ ਵੇਖਦੇ ਆ, ਤੁਹਾਨੂੰ ਪੈਨਲਟੀ ਵੀ ਪੈ ਜਾਂਦੀ ਹੈ ਜੇ ਤੁਸੀਂ ਬਿਨਾਂ ਫਾਲਤੂ ਕੋਈ PIL ਪਾਓ। ਤਾਂ ਮੈਂ ਹੁਣ ਤੱਕ ਸਾਰੇ ਐਵੀਡੈਂਸ ਇਕੱਠੇ ਕੀਤੇ ਤੁਹਾਡੇ ਸਾਹਮਣੇ। ਐਡਾ ਪੁਲਿੰਦਾ ਇਹ ਮੈਨੂੰ ਇਕੱਠੇ ਕਰਨੇ ਪਏ ਆ ਸਾਰੇ। ਇਹ ਸਾਰੇ ਪੇਜ ਫਿਰ ਟਰਾਂਸਲੇਟ ਹੋਣੇ ਆ। ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ ਸਾਰੇ ਟਰਾਂਸਲੇਟ ਹੋ ਕੇ ਲੱਗਦੇ ਆ। ਤਾਂ ਮੈਨੂੰ ਇਹ ਮਾਰਚ ਦੇ ਵਿੱਚ ਆਲਮੋਸਟ ਸਾਰੀਆਂ ਜਾਣਕਾਰੀਆਂ ਮਿਲ ਗਈਆਂ ਸੀ, ਅਤੇ ਮਾਰਚ ਤੱਕ ਲੋਕਾਂ ਨੇ ਗੱਲਾਂ ਉਡਾਉਣੀਆਂ, ਅੱਛਾ ਹੋ ਗਈ ਸੈਟਿੰਗ ਜੀ, ਫਿਰ ਤਾਂ ਕਿੰਨੇ ਪੈਸੇ ਮਿਲ ਗਏ ਜੀ। ਤਾਂ ਇਹ ਪੈਸੇ ਨਹੀਂ ਮਿਲੇ ਪਾਠਕ ਸਾਹਿਬ, ਜਿਹੜੀਆਂ ਚੀਜ਼ਾਂ, ਪਰ ਪੈਸਿਆਂ ਦੀ ਆਫਰ ਤਾਂ ਹੀ ਹੋਣੀ ਆ। ਇਹ ਸਾਰਾ ਕੁਛ ਹੀ ਚੱਲਦਾ ਹੀ ਰਹਿੰਦਾ ਜੀ। ਇਹ ਜਿਹੜੇ ਤੁਹਾਡੇ ਚੈਨਲ ਰਾਹੀਂ ਜਿਹੜੇ ਬੰਦੇ ਨੇ ਆਫਰਾਂ ਦਿੱਤੀਆਂ ਉਹ ਵੀ ਦੇਖ ਰਹੇ ਹੋਣਗੇ। ਇਹ ਪਾਰਟ ਹੁੰਦਾ ਹੈ RTI। ਇਹ ਜਿਹੜੇ RTI ਕਾਰਕੁਨ ਹੁੰਦੇ ਆ ਜੀ, ਜਾਂ ਜਿਹੜੇ ਸਿਸਟਮ ਨਾਲ ਲੜਨ ਵਾਲੇ ਬੰਦੇ ਹੁੰਦੇ ਆ, ਸਭ ਤੋਂ ਪਹਿਲਾ ਸਟੈਪ ਹੁੰਦਾ ਉਹਨਾਂ ਨੂੰ ਡਰਾਉਣਾ ਧਮਕਾਉਣਾ, ਦੂਸਰਾ ਸਟੈਪ ਹੁੰਦਾ ਉਹਨਾਂ 'ਤੇ ਹਮਲਾ ਕਰਵਾਉਣਾ, ਤੀਸਰਾ ਸਟੈਪ ਹੁੰਦਾ ਫਿਰ ਉਹ ਪੈਸੇ ਪੂਸੇ ਵਾਲੇ ਸਿਸਟਮ 'ਚ ਆ ਜਾਂਦੇ ਆ। ਅਤੇ ਜੇ ਤੁਸੀਂ ਉਹਦੇ 'ਤੇ ਵੀ ਨਹੀਂ ਆਉਂਦੇ, ਫਿਰ ਚੌਥਾ ਸਟੈਪ ਹੁੰਦਾ ਜੀ, ਫਿਰ ਉਹਨਾਂ ਦੇ ਅੰਦਰ ਜਾਣ ਦੀ ਵਾਰੀ ਆ ਜਾਂਦੀ ਹੈ ਜੀ। ਤਾਂ ਇਹ ਸਟੈਪ ਔਖੇ ਹੁੰਦੇ ਜੀ। ਮੈਨੂੰ ਲੱਗਦਾ ਵੀ ਜਿਹੜੇ ਸਿਸਟਮ ਤੋਂ ਦੁਖੀ ਨੇ, ਜਿਹੜੇ ਬੰਦੇ ਐਕਚੁਅਲ 'ਚ ਸਮਾਜ 'ਚ ਚੇਂਜ ਚਾਹੁੰਦੇ ਆ, ਜੇ ਪਹਿਲੇ ਤਿੰਨੋਂ ਸਟੈਪ ਟੱਪ ਜਾਣ, ਤਾਂ ਚੌਥਾ ਸਟੈਪ ਆਉਂਦਾ ਜੀ, ਇਹਨਾਂ ਨੂੰ ਅੰਦਰ ਜਾਣਾ ਹੀ ਪੈਂਦਾ। ਅੱਛਾ, ਰੈਵਨਿਊ ਦੀ ਗੱਲ ਕਰਦੇ ਹਾਂ, ਤਾਂ ਅਕਸਰ ਗੱਲ ਕਰਦੇ ਹਾਂ ਕਰੋਨਾ ਦੇ ਦੌਰ ਦੇ ਵਿੱਚ, ਇੱਕ ਭਾਈ ਸਕੂਲ ਬੰਦ ਆ ਅਤੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਖੁੱਲ੍ਹੇ ਆ, ਤਾਂ ਹਰ ਇੱਕ ਦੇ ਜ਼ੁਬਾਨ 'ਤੇ ਇੱਕ ਹੀ ਗੱਲ ਆ ਕਿ ਯਾਰ ਇਹਨਾਂ 'ਚੋਂ ਪੈਸਾ ਸਰਕਾਰ ਨੂੰ ਬਣਦਾ, ਇਹ ਤਾਂ ਖੋਲ੍ਹੀ ਬੈਠੀ ਆ। ਤੁਹਾਡੇ ਕੋਲੇ ਪੂਰੇ ਤੱਥ ਆ, ਮੈਂ ਚਾਹੂੰਗਾ ਤੱਥਾਂ ਸਹਿਤ ਦੱਸੀਏ ਕਿ ਕਿੰਨਾ ਕੁ ਰੈਵਨਿਊ ਸਰਕਾਰ ਨੂੰ ਆਉਂਦਾ, ਕਿੰਨਾ ਕੁ ਫਲਕਚੁਏਟ ਹੁੰਦਾ ਰਹਿੰਦਾ, ਘਟਦਾ ਵੱਧਦਾ, ਕਿੰਨਾ ਕੁ, ਉਹ ਟੋਟਲ ਜ਼ਰੂਰ ਦਿਓ। ਜਸ ਜੀ, ਇੱਥੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਮੈਂ ਤੁਹਾਨੂੰ ਇੱਥੇ ਦੱਸਦਾ ਵੀ ਰੈਵਨਿਊ ਸਰਕਾਰ ਨੂੰ ਨਹੀਂ, ਇਹ ਤੁਹਾਨੂੰ ਬਹੁਤ ਵੱਡੀ ਗਲਤਫਹਿਮੀ ਹੈ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਵੀ, ਲੋਕਾਂ ਨੇ ਜੋਕਸ ਵੀ ਬਣਾਏ ਵੀ ਮੈਂ ਸ਼ਰਾਬ ਤਾਂ ਪੀਨਾ, ਵੀ ਮੈਂ ਘਰ ਦਾ ਨਹੀਂ, ਮੈਂ ਦੇਸ਼ ਦਾ ਵੀ ਸੋਚਦਾ। ਸ਼ਰਾਬੀ ਲੋਕ ਨੇ ਜਿਹੜੇ, ਉਹ ਬੇਸਿਕਲੀ ਲੀਡਰਾਂ ਦਾ ਸੋਚਦੇ ਆ, ਬੇਸਿਕਲੀ ਉਹ ਅਫਸਰਾਂ ਦਾ ਸੋਚਦੇ ਆ। ਤੁਹਾਨੂੰ ਮੈਂ ਇੱਕ ਮਜ਼ੇਦਾਰ ਗੱਲ ਦੱਸਦਾ। ਇਹ ਚੀਜ਼ ਸੁਣ ਕੇ ਸਾਰੇ ਪੰਜਾਬ ਦੇ ਲੋਕ ਹੈਰਾਨ ਹੋ ਜਾਣਗੇ। ਤੁਹਾਡੇ ਚੈਨਲ ਦੇ ਰਾਹੀਂ ਮੈਂ ਦੱਸਣਾ ਚਾਹੂੰਗਾ, ਮੈਂ ਇੱਕ RTI ਪਾਈ ਸੀਗੀ ਜੀ। ਮੈਂ ਇਹਨਾਂ ਨੂੰ ਕੀ ਕੀਤਾ ਜੀ, ਕਿਵੇਂ ਉਲਝ ਗਿਆ ਆਪਦੇ ਉਹਦੇ ਵਿੱਚ।
ਮੈਂ ਇੱਕ ਤਾਂ ਜ਼ਿਲ੍ਹਾ ਲੈਵਲ 'ਤੇ ਸਾਰਿਆਂ ਤੋਂ ਇਹਨਾਂ ਤੋਂ ਰਿਕਾਰਡ ਮੰਗ ਲਿਆ ਜੀ ਵੀ ਕਿੰਨਾ ਤੁਹਾਨੂੰ ਰੈਵਨਿਊ ਲਾਸ ਹੋਇਆ, ਤੁਹਾਨੂੰ ਕਿੰਨੇ ਤੁਹਾਡੇ ਡਿਫਾਲਟਰਸ ਦੀ ਲਿਸਟ ਦੇ ਦਿਓ, ਹੋਰ ਦੇ ਦਿਓ। ਉਹਦੇ ਵਿੱਚ ਜੀ ਮੈਂ ਇੱਕ ਐਕਸਾਈਜ਼ ਕਮਿਸ਼ਨਰ ਪੰਜਾਬ ਤੋਂ ਵੀ ਤੁਹਾਨੂੰ ਦਿਖਾ ਦਿੰਦਾ ਜੀ। ਪਹਿਲਾਂ ਇਹ ਮੰਗੀ ਸੀ ਮੈਂ ਇਹਨਾਂ ਤੋਂ ਜਾਣਕਾਰੀ, ਐਕਸਾਈਜ਼ ਕਮਿਸ਼ਨਰ ਪੰਜਾਬ ਤੋਂ ਮੰਗੀ ਸੀ। ਉਹਦੇ ਵਿੱਚ ਇਹਨਾਂ ਨੇ ਮੈਨੂੰ ਤੱਥ ਦਿੱਤੇ ਜੀ, ਜਿਹੜੇ ਬੜੇ ਮਜ਼ੇਦਾਰ ਤੱਥ ਹੈ ਜੀ। ਜਨਾਬ ਮੈਂ ਪਿਛਲੇ 10 ਸਾਲਾਂ ਦਾ ਰਿਕਾਰਡ ਮੰਗਿਆ ਸੀਗਾ, ਤਾਂ 2010 ਦੇ ਵਿੱਚ ਜੀ 2372 ਕਰੋੜ ਰੁਪਏ ਰੈਵਨਿਊ ਸੀਗਾ, 2009 ਦੇ ਵਿੱਚ, ਬੇਸਿਕਲੀ 9-10 ਦੇ ਵਿੱਚ। ਅਤੇ 2372 ਤੋਂ 271 ਕਰੋੜ ਰੁਪਏ ਹੋਰ ਇਹਨਾਂ ਨੂੰ ਪ੍ਰੋਫਿਟ ਆਇਆ। 11-12 'ਚ 2755 ਕਰੋੜ ਹੋ ਗਿਆ ਹੈ, 12-13 'ਚ 3324 ਕਰੋੜ ਹੋ ਗਿਆ, 2013-14 'ਚ ਜੀ 3760 ਕਰੋੜ ਹੋ ਗਿਆ, 2014-15 'ਚ 4250 ਕਰੋੜ ਹੋ ਗਿਆ, 15-16 'ਚ ਜੀ 4796 ਕਰੋੜ 80 ਲੱਖ ਰੁਪਇਆ ਹੋ ਗਿਆ। ਤੁਸੀਂ ਸਮਝੋ 4 ਸਾਲਾਂ ਦੇ ਵਿੱਚ ਆਲਮੋਸਟ ਡਬਲ। ਜਿਵੇਂ ਹੀ ਸਾਡੇ ਕਾਂਗਰਸ ਸਰਕਾਰ ਆਉਂਦੀ ਹੈ, ਇਹ ਸਮਝ ਨਹੀਂ ਆਉਂਦੀ ਜੀ। ਇਹਨਾਂ ਨੇ ਬੜੀ, ਦੇਖੋ ਤੁਹਾਨੂੰ ਜਿਵੇਂ ਮੈਂ ਦੱਸਿਆ, ਸਰਦਾਰ ਮਨਪ੍ਰੀਤ ਸਿੰਘ ਬਾਦਲ ਬਹੁਤ ਸੁਲਝੇ ਵੇ ਸੂਝਵਾਨ ਬੰਦੇ ਹੈ। ਇਹ ਕਿਸੇ ਵੀ ਸਟੇਟ ਦੇ ਵਿੱਚ ਤੁਸੀਂ ਦੇਖਿਓ ਜੀ 11% ਤੋਂ ਲੈ ਕੇ 17% ਪ੍ਰੋਫਿਟ ਆਉਂਦਾ ਹਰੇਕ ਸਾਲ, ਰੈਵਨਿਊ ਜਿਹੜਾ ਐਕਸਾਈਜ਼ ਦੇ ਵਿੱਚ ਹੁੰਦਾ। ਤਾਂ ਇਹਨਾਂ ਨੇ ਇੱਕ ਕਾਮਨ ਜਿਹਾ ਚੱਕ ਲਿਆ, ਤੁਹਾਨੂੰ ਸ਼ਾਇਦ ਲੋਕਾਂ ਨੂੰ, ਪੰਜਾਬ ਦਿਆਂ ਨੂੰ ਪਤਾ ਹੋਵੇ, 14% ਵਾਲੀ ਪਾਲਿਸੀ ਇਹਨਾਂ ਨੇ ਲਾਗੂ ਕਰਤੀ ਸੀਗੀ ਕਿ ਜਿਹੜਾ ਤੁਹਾਡੇ ਕੋਲ ਠੇਕਾ ਹੈਗਾ 14% ਤੁਸੀਂ ਸਾਨੂੰ ਵਾਧਾ ਦੇ ਕੇ ਠੇਕਾ ਰੱਖ ਸਕਦੇ ਹੋ। ਤਾਂ ਤੁਸੀਂ ਸਮਝੋ ਜਦੋਂ 2015-16 ਦੇ ਵਿੱਚ 4796 ਕਰੋੜ 97 ਕਰੋੜ ਦੇ ਵਿੱਚ ਇਹਨਾਂ ਨੂੰ ਹੈਂਡਓਵਰ ਕਰ ਗਏ, ਤਾਂ ਤੁਸੀਂ ਅੰਦਾਜ਼ਾ ਲਾ ਲਓ ਜੀ ਵੀ ਹਰੇਕ ਸਾਲ 14% ਵਧਣ ਦੇ ਹਿਸਾਬ ਨਾਲ ਆਪਾਂ ਲਾ ਲਈਏ ਤਾਂ ਤੁਸੀਂ ਮੰਨ ਕੇ ਚੱਲੋ 10 ਤੋਂ 11,000 ਕਰੋੜ ਰੁਪਏ ਦਾ ਰੈਵਨਿਊ ਇਕੱਠਾ ਹੋਣਾ ਚਾਹੀਦਾ ਸੀ ਐਕਸਾਈਜ਼ ਡਿਪਾਰਟਮੈਂਟ ਪੰਜਾਬ ਨੂੰ। ਅਤੇ ਮੈਂ ਤੁਹਾਡੇ ਚੈਨਲ ਰਾਹੀਂ ਪੰਜਾਬ ਵਾਸੀਆਂ ਨੂੰ ਦਿਖਾਉਣਾ ਚਾਹੁੰਦਾ ਜੀ, ਦੇਖ ਲਓ 19-20 ਦੇ ਵਿੱਚ 19-20 ਦੇ ਵਿੱਚ ਜੀ ਇਹ ਰਹਿ ਗਿਆ 5027 ਕਰੋੜ। ਇਹ ਗੱਲ ਇਸੇ ਦੇ ਬਿਹਾਫ 'ਤੇ ਅਸੀਂ ਉੱਥੇ ਜਾ ਰਹੇ ਹਾਂ ਜੀ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। 4800 ਕਰੋੜ ਦੇ ਵਿੱਚ ਜਿਹੜਾ ਡਿਪਾਰਟਮੈਂਟ ਤੁਹਾਨੂੰ ਸੌਂਪ ਕੇ ਗਈ ਪਿਛਲੀ ਗੌਰਮੈਂਟ, ਤੁਸੀਂ 14% ਉੱਤੇ ਹਰੇਕ ਸਾਲ ਵਾਧਾ ਲੈ ਰਹੇ ਹੋ, ਉਸ ਦੇ ਬਾਵਜੂਦ 5000 ਕਰੋੜ ਕਿਵੇਂ ਰਹਿ ਗਿਆ ਜਨਾਬ। ਤਾਂ ਮੈਨੂੰ ਤਾਂ ਲੱਗਦਾ ਵੀ ਇਹ ਲੋਕਾਂ ਨੂੰ ਇਹ ਗੱਲ ਸਮਝਣ ਦੇ ਵਿੱਚ ਬੜੀ ਆਸਾਨੀ ਹੋਊਗੀ। ਜਿਹੜਾ ਮੈਂ ਕਿਹਾ ਸੀ, ਇਹ ਵਾਈਟ ਕਾਲਰ ਲੋਕ ਕਿਵੇਂ ਸਰਕਾਰਾਂ ਥਰੂ ਆਪਾਂ ਨੂੰ ਲੁੱਟਦੇ ਆ ਜੀ। 4800 ਕਰੋੜ ਦਾ ਕਿੱਥੇ 11,000 12,000 ਕਰੋੜ ਹੋਣਾ ਚਾਹੀਦਾ ਸੀ, ਇਹ 5000 ਤੇ 27 ਕਰੋੜ ਕਿਵੇਂ ਰਹਿ ਗਿਆ ਜੀ। ਇਹ ਔਨ ਰਿਕਾਰਡ ਹੈ ਜੀ। ਇਹ ਆਪਣਾ ਕੋਈ ਆਪਦੇ ਕਿਆਸ ਨਹੀਂ ਹੈਗੇ, ਇਹ ਪੰਜਾਬ ਐਕਸਾਈਜ਼ ਵਿਭਾਗ ਦੀ RTA ਥਰੂ ਲਈ ਗਈ ਜਾਣਕਾਰੀ ਹੈ। ਮੈਂ ਇੱਥੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਗੱਲ ਕਰੀ ਸੀ ਕਿ ਜੋ ਗੱਲ ਅੱਜ ਮੁਲਾਕਾਤ ਦੇ ਵਿੱਚ ਸੰਦੀਪ ਪਾਠਕ ਸਾਹਿਬ ਨਾਲ ਸਾਡੀ ਹੋ ਰਹੀ ਆ, ਕੱਲੀ ਗੱਲ ਅਸੀਂ ਸਬੂਤਾਂ ਤੇ ਤੱਥਾਂ ਤੇ ਬੇਸ 'ਤੇ ਕਰ ਰਹੇ ਹਾਂ। ਇਹ ਨਹੀਂ ਕਿ ਕਿਤੇ ਆਸੇ-ਪਾਸਿਓਂ ਜਾਣਕਾਰੀ ਇਕੱਠੀ ਕੀਤੀ, ਕਿਸੇ ਆਰਟੀਕਲ 'ਚੋਂ ਚੱਕ ਲਿਆ, ਕਿਸੇ ਅਖਬਾਰ 'ਚੋਂ ਚੱਕ ਲਿਆ, ਨਹੀਂ। ਅਸੀਂ ਜਾਣਕਾਰੀ ਜਿਹੜੀ ਆ ਤੱਥਾਂ ਸਬੂਤਾਂ ਬੇਸ 'ਤੇ ਜਿਹੜੀ ਆ ਇਕੱਠੀ ਕਰਕੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇੱਕ ਗੱਲ ਹੋਰ ਦੱਸਿਓ, ਜਿਹੜੀਆਂ ਸ਼ਰਾਬ ਫੈਕਟਰੀਆਂ ਨੇ ਸਰਕਾਰਾਂ ਨੂੰ ਲੁੱਟਦੀਆਂ ਕਿਵੇਂ ਆ ਸ਼ਰਾਬ ਫੈਕਟਰੀਆਂ? ਨਹੀਂ, ਤੁਸੀਂ ਤੁਹਾਡਾ ਕੁਐਸਚਨ ਗਲਤ ਹੈ ਜੀ। ਮਤਲਬ ਸ਼ਰਾਬ ਫੈਕਟਰੀਆਂ ਸਰਕਾਰਾਂ ਨੂੰ ਲੁੱਟਦੀਆਂ, ਤੁਸੀਂ ਇਹ ਕੁਐਸਚਨ ਪੁੱਛਣਾ ਚਾਹ ਰਹੇ ਹੋ ਕਿ ਤੁਸੀਂ ਸ਼ਰਾਬ ਫੈਕਟਰੀਆਂ ਥਰੂ ਪੰਜਾਬ ਨੂੰ ਲੀਡਰ ਕਿਵੇਂ ਲੁੱਟਦੇ ਆ ਪੁੱਛਣਾ ਚਾਹ ਰਹੇ ਤੁਸੀਂ ਕਿਹੜੇ ਬੇਸ 'ਤੇ ਲੈਣੋ ਮੇਰੇ? ਇੱਕ ਕੀ ਹੁੰਦਾ ਜੀ, ਜਿਹੜੀਆਂ ਇਹ ਸ਼ਰਾਬ ਫੈਕਟਰੀਆਂ ਹੁੰਦੀਆਂ ਨੇ ਜੀ, ਇਹਦਾ ਸਾਰਾ ਇਹਦੇ ਵਿੱਚ ਇੱਕ ਹਰ ਇੱਕ ਚੀਜ਼ ਦੀ ਲਿਮਿਟ ਹੁੰਦੀ ਹੈ। ਲਿਮਿਟ ਕੀ, ਤੁਸੀਂ ਜੀ ਇੰਨੀ ਬੋਟਲਿੰਗ ਕਰਨੀ ਹੈ, ਇੰਨੇ ਲੈਵਲਸ ਤੁਹਾਨੂੰ ਬਣ ਕੇ ਜਾਂਦੇ ਹੈ ਜਾਂ ਪ੍ਰਿੰਟ ਹੁੰਦੇ ਹੈ ਜਿੱਥੋਂ ਵੀ, ਉਹਦੀ ਇੰਨੀ ਪਰਮਿਸ਼ਨ ਹੁੰਦੀ ਹੈ, ਉਹਦੀ ਸਾਰੀ ਵੀਡੀਓਗ੍ਰਾਫੀ ਹੁੰਦੀ ਹੈ, ਕਮਿਸ਼ਨਰਸ ਦਾ ਕੰਟਰੋਲ ਹੁੰਦਾ, ਐਵਰੀਥਿੰਗ, ਸਾਰਾ ਕੁਛ। 24 ਘੰਟੇ ਉੱਥੇ ਕੈਮਰੇ ਚੱਲਦੇ, 1 ਮਿੰਟ ਵੀ ਬੰਦ ਨਹੀਂ ਹੋ ਸਕਦੇ। ਸਰਕਾਰ ਨੂੰ ਉੱਥੇ 100 ਬੋਤਲ ਦਾ ਲੈਵਲ ਲਏ ਜੀ, 100 ਬੋਤਲ ਛਾਪਤੀ, ਇੱਕ ਉਦਾਹਰਣ ਹੈ। ਉਸ ਤੋਂ ਬਾਅਦ ਕੀ ਕੀਤਾ, ਕੈਮਰੇ ਬੰਦ, 900 ਬੋਤਲ ਹੋਰ ਛੱਪੀ, ਲੈਵਲ ਲੱਗੇ ਬਾਹਰ। ਅਤੇ ਉਹਦੇ 'ਚੋਂ ਫਿਰ ਉਹੀ ਹੈ ਜੀ, ਦੇਖੋ ਵੰਡ ਵੀ 200 ਬੋਤਲ ਉਹ ਅਫਸਰਾਂ ਦੀ ਹੈ, ਠੀਕ ਹੈ ਜੀ, ਜਿਹਨੂੰ ਕਹਿ ਲਓ
200 ਬੋਤਲ ਜਿਹੜੇ ਕਰਿੰਦੇ ਆ ਜਾਂ ਆਸੇ ਪਾਸੇ ਜਿਹੜਾ ਸਿਸਟਮ ਇਹ ਕਰਦੇ ਆ ਸਾਰੇ ਉਹਨਾਂ ਦੀ ਹੈ, ਅਤੇ 50 ਕੁ ਬੋਤਲਾਂ ਜੀ ਵਿਚਾਰੇ ਲੀਡਰ ਲੈ ਜਾਂਦੇ ਆ। ਤਾਂ ਇਹ ਬੜੀ ਤਰੀਕੇ ਨਾਲ ਠੱਗੀ ਮਾਰੀ ਜਾ ਰਹੀ ਹੈ ਜਨਾਬ। ਤੁਸੀਂ ਇੱਕ ਚੀਜ਼ ਨੂੰ ਸਮਝੋ, ਮੈਂ ਤੁਹਾਨੂੰ ਜਿਵੇਂ ਸ਼ਾਇਦ ਪਹਿਲਾਂ ਵੀ ਦੱਸ ਚੁੱਕਿਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਮੈਨੂੰ ਲੱਗਦਾ ਪਹਿਲੇ ਨਹੀਂ ਦੂਜੇ ਜਾਂ ਤੀਜੇ ਨੰਬਰ 'ਤੇ ਖਪਤ ਪੂਰੇ ਪੰਜਾਬ 'ਚ ਹੋਊਗੀ ਸ਼ਰਾਬ ਦੀ, ਅਤੇ ਰੈਵਨਿਊ ਦੇ ਵਿੱਚ ਪੰਜਾਬ ਐਕਸਾਈਜ਼ ਮਹਿਕਮਾ ਜਿਹੜਾ 20ਵੇਂ ਤੋਂ 22ਵੇਂ ਨੰਬਰ 'ਤੇ ਹੋਊਗਾ। ਤਾਂ ਪੰਜਾਬ ਦੇ ਲੀਡਰ ਵਿਚਾਰੇ ਜਿਹੜੇ ਅਫਸਰ ਸਾਹਿਬਾਨ ਨੇ, ਇਹਨਾਂ ਦੀ ਜੇ ਕੋਈ ਸਭ ਤੋਂ ਵੱਡੀ ਕਮਾਈ ਦਾ ਸਾਧਨ ਹੈ ਇਸ ਟਾਈਮ ਉਹ ਐਕਸਾਈਜ਼ ਮਹਿਕਮਾ ਹੈ ਜੀ। ਜਿੰਨੇ ਸ਼ਰਾਬ ਮਾਫੀਆ ਨੇ ਇਹਨਾਂ ਦੇ ਸਭ ਕਰਿੰਦੇ ਆ ਜੀ। ਕੋਈ ਸਰਕਾਰ ਆ ਜੇ, ਤੁਸੀਂ ਕਦੇ ਨਹੀਂ ਦੇਖੋਗੇ ਵੀ ਜਿਹਨੇ ਪਹਿਲਾਂ 10 ਸਾਲ ਮੌਜਾਂ ਕੀਤੀਆਂ, 5 ਸਾਲ ਮੌਜਾਂ ਕੀਤੀਆਂ ਅਤੇ ਉਹ ਦੂਸਰੀ ਸਰਕਾਰ 'ਚ ਆਉਂਦੇ ਉਹਦਾ ਕੰਮ ਬੰਦ ਹੋ ਜੇ। ਇਹ ਇਹਨਾਂ ਦੇ ਕਮਾਊ ਪੁੱਤ ਨੇ ਜੀ, ਇਹ ਕਦੇ ਨਹੀਂ ਇਹਨਾਂ ਦਾ ਸਾਥ ਛੱਡ ਸਕਦੇ। ਕੋਈ ਲੀਡਰ ਦੇਖੋ, ਮੈਂ ਇੱਥੇ ਤੁਹਾਨੂੰ ਕਹੂੰਗਾ ਵੀ ਕਿਹਨੂੰ ਨਹੀਂ ਪੈਸਾ ਚਾਹੀਦਾ ਜੀ, ਸਾਰੇ ਪੈਸਾ ਕਮਾਉਣ ਆਏ ਆ ਜੀ, ਇਹ ਸੇਵਾ ਕਰਨ ਕੋਈ ਨਹੀਂ ਆਏ। ਜਿਹੜੇ ਵਿਚਾਰੇ ਸੱਚੇ ਸੁੱਚੇ ਕੋਈ ਹੁੰਦੇ ਆ ਉਹ ਸਿਸਟਮ ਤੋਂ ਹਾਰ ਕੇ ਬਹਿ ਜਾਂਦੇ, ਜਾਂ ਸਿਸਟਮ ਉਹਨਾਂ ਨੂੰ ਕਹਿ ਦਿਓ ਹਰਾ ਦਿੰਦਾ। ਤਾਂ ਇਹ ਬਹੁਤ ਸਿਸਟਮ ਕਰਪਟ ਹੋ ਚੁੱਕਿਆ ਜਨਾਬ, ਇਹ ਬਹੁਤ ਕਰਪਟ ਸਿਸਟਮ ਹੋ ਚੁੱਕਿਆ। ਇਹ ਕਿਸੇ ਦੇ ਪੈਰ ਹੀ ਨਹੀਂ ਲੱਗਣ ਦਿੰਦੇ। ਤੁਸੀਂ ਜੇ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਊਂਗਾ। ਇਹ ਜਿੱਥੋਂ ਸਿਸਟਮ ਚੱਲਿਆ ਜੀ, ਜਿੱਥੋਂ ਸਿਸਟਮ ਵਧਿਆ, ਬਠਿੰਡੇ ਦਾ ਇੱਕ ਮਸ਼ਹੂਰ ਸ਼ਰਾਬ ਵਪਾਰੀ ਜਾਂ ਕਹਿ ਲਓ ਸਮਗਲਰ ਜੀ 'ਤੇ ਪਰਚਾ ਦਰਜ ਸੀਗਾ। ਚਲੋ ਕੋਰਟ ਨੇ ਉਹਨੂੰ ਕਰਤਾ, ਤਾਂ ਆਪਾਂ ਨੂੰ ਇਹ ਸ਼ਬਦ ਸ਼ਾਇਦ ਕਹਿਣੇ ਨਹੀਂ ਚਾਹੀਦੇ। ਮੈਂ ਮਾਫ ਇੱਥੇ ਉਹਨੂੰ ਕਹੂੰ, ਜਦੋਂ ਕੋਰਟ ਨੇ ਮਾਫ ਕਰਤਾ ਉਹਨੂੰ ਤਾਂ ਆਪਾਂ ਕੌਣ ਹੁੰਦੇ ਹਾਂ, ਪਰ ਅਸੀਂ ਉਹਦੇ ਖਿਲਾਫ ਇਹ ਪਰਚਾ ਖੁਲਵਾਉਣ ਜਾ ਰਹੇ ਹਾਂ। ਬਠਿੰਡਾ ਵਾਸੀਆਂ ਨੂੰ ਤਾਂ ਪਤਾ ਹੋਊ, ਸ਼ਾਇਦ ਪੰਜਾਬ ਵਾਲਿਆਂ ਨੂੰ ਯਾਦ ਹੋਵੇ ਨਾ ਹੋਵੇ, ਸਾਡੇ ਬਠਿੰਡੇ ਦਿਆਂ ਨੂੰ ਯਾਦ ਹੋਊਗਾ ਜੀ। 2017 MLA ਇਲੈਕਸ਼ਨਾਂ ਵੇਲੇ ਜੀ ਬਠਿੰਡੇ ਇੱਕ ਸ਼ਰਾਬ ਦਾ ਜ਼ਖੀਰਾ ਫੜਿਆ ਗਿਆ ਸੀ। 2 ਗਡਾਊਨਾਂ ਦੇ ਵਿੱਚ 10,500 ਪੇਟੀ ਸ਼ਰਾਬ ਦੀ ਫੜੀ ਗਈ ਸੀ। ਉਹਦੇ ਵਿੱਚ ਜਿਹੜਾ ਮੇਨ ਕਾਰਜ ਪ੍ਰਣਾਲੀ ਜੀ ਦੀ ਸੀ ਜੀ, ਇੱਕ ਜਸਵਿੰਦਰ ਸਿੰਘ ਜੁਗਨੂ ਹੈ ਜੀ, ਠੇਕੇਦਾਰ ਸ਼ਰਾਬ ਦਾ। ਉਹਦੇ ਕੋਲੋਂ 10,500 ਪੇਟੀ ਸ਼ਰਾਬ ਦੀ ਫੜੀ ਗਈ। ਸਰਕਾਰ ਆ ਗਈ ਜੀ, ਬਦਲ ਗਈ। ਜਿਹੜਾ ਅਕਾਲੀ ਦਲ ਦੇ ਵਿੱਚ ਐਸ਼ ਕਰ ਰਿਹਾ ਸੀ ਬੰਦਾ, ਸਰਕਾਰ, ਮੈਂ ਇੱਥੇ ਵਾਰੀ ਕਹਿਣਾ ਚਾਹੁੰਦਾ, ਅਕਾਲੀ, ਕਾਂਗਰਸ, ਆਪ, BJP, ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ, ਮੈਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ। ਮਤਲਬ ਗੱਲ ਸਿਰਫ ਇਹ ਹੈ ਵੀ ਕਿ ਮੇਰੀ ਵਾਰੀ ਤੇਰੀ ਵਾਰੀ, ਪਰ ਜਿਹੜੇ ਇਹਨਾਂ ਦੇ ਕਰਿੰਦੇ ਆ ਨਾ ਜੀ, ਇਹਨਾਂ ਦੀ ਵਾਰੀ ਰੈਗੂਲਰ ਚੱਲਦੀ ਹੈ। ਲੀਡਰਾਂ ਦੀਆਂ ਤਾਂ ਅਜੇ ਫੇਰ ਵਾਰੀਆਂ ਵੰਡੀਆਂ ਵੀਆਂ, ਪਰ ਜਿਹੜੇ ਕਰਿੰਦੇ ਆ, ਬਿਜ਼ਨਸਮੈਨ, ਵਪਾਰੀ ਬਣ ਗਏ ਜਿਹੜੇ, ਇਹਨਾਂ ਦੀ ਕੋਈ ਆ ਜੀ, ਇਹਨਾਂ ਨੂੰ ਕੋਈ ਫਰਕ ਨਹੀਂ। ਉੱਤੇ ਪਰਚਾ ਦਰਜ ਹੋਇਆ ਜੀ 10,500 ਸ਼ਰਾਬ ਦੀ ਪੇਟੀ ਦਾ। ਦੋਨੋਂ ਗੋਡਾਊਨ ਜਿਹੜੇ ਹੈ ਉਹ ਮਨਜ਼ੂਰਸ਼ੁਦਾ ਨਹੀਂ ਸੀਗੇ। ਮਹੀਨੇ ਬਾਅਦ ਉਹਦਾ ਪਰਚਾ ਕੈਂਸਲ ਕਰ ਦਿੱਤਾ ਗਿਆ, ਉਹ ਬੰਦਾ ਜ਼ਮਾਨਤ 'ਤੇ ਬਾਹਰ ਆ ਗਿਆ। ਮਾਣਯੋਗ ਕੋਰਟ ਦੇ ਵਿੱਚ ਉਹਦੀ ਕੈਂਸਲੇਸ਼ਨ ਰਿਪੋਰਟ ਮੂਵ ਕੀਤੀ ਗਈ। ਅਤੇ ਇੱਥੇ ਬਠਿੰਡੇ ਦਾ ਇੱਕ ਐਕਸਾਈਜ਼ ਵਿਭਾਗ ਦਾ ਜੀ ETO ਹੈ ਵਿਕਰਮਦੇਵ ਸਿੰਘ ਠਾਕੁਰ। ਵਿਕਰਮਦੇਵ ਸਿੰਘ ਠਾਕੁਰ ਜੀ ਨੂੰ ਕੰਪਲੇਂਟਡ ਸੀ ਸਰਕਾਰ, ਉਹ ਕੰਪਲੇਂਟਡ ਸੀਗੇ ਜੀ। ਉਹ 'ਚ ਜਿਹੜੀ ਇਫੈਕਟਡ ਪਾਰਟੀ ਸੀ ਉਹ ਆਪਣਾ ਪੰਜਾਬ ਸਰਕਾਰ ਸੀ, ਅਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਪਰਚਾ ਦਰਜ ਕਰਾਇਆ ਸੀ ਵਿਕਰਮਦੇਵ ਸਿੰਘ ਠਾਕੁਰ ਨੇ ਕਰਵਾਇਆ ਸੀ, ETO ਨੇ। ਉਹ ਕੋਰਟ 'ਚ ਪੇਸ਼ ਹੋਏ ਜੀ, ਜੱਜ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਜੀ, ਉਹ ਕਹਿੰਦੇ ਜੀ ਜਿਹੜੀ ਇਹ ਕਹਿ ਰਹੇ ਆ ਵੀ ਅਸੀਂ ਐਕਸਾਈਜ਼ ਡਿਊਟੀ ਭਰਤੀ, ਤਾਂ ਜਿਹੜੀ ਪੰਜਾਬ ਐਕਸਾਈਜ਼ ਪਾਲਿਸੀ 1914 ਉਹਦੇ ਅਕੋਰਡਿੰਗ ਅੱਜ ਤੱਕ ਇਹ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਵੀ ਤੁਸੀਂ ਐਕਸਾਈਜ਼ ਫੀਸ ਭਰ ਦਿਓ ਅਤੇ ਤੁਹਾਡਾ ਪਰਚਾ ਕੈਂਸਲ ਹੋ ਜੇ। ਤਾਂ ਮੈਂ ਇਹਦੇ ਨਾਲ ਸਹਿਮਤ ਨਹੀਂ। ਮੈਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਸਹਿਮਤ ਨਹੀਂ। ਜੱਜ ਸਾਹਿਬ ਨੇ ਰੀਇਨਵੈਸਟੀਗੇਸ਼ਨ ਦੇ ਆਰਡਰ ਕਰਤੇ ਜੀ। ਉਹੀ ਪਰਚੇ ਦੀ ਕੈਂਸਲੇਸ਼ਨ ਦੁਬਾਰਾ ਸਿੱਟ ਬਣਾ ਕੇ ਕੀਤੀ ਜਾਂਦੀ ਹੈ ਜੀ, ਅਤੇ ਕੈਂਸਲੇਸ਼ਨ ਮੂਵ ਕਰ ਦਿੱਤੀ ਜਾਂਦੀ ਹੈ ਕੋਰਟ ਦੇ ਵਿੱਚ। ਫਿਰ ਉਹਦੇ ਵਿੱਚ ਜਾਲੀ ਬਿੱਲ ਲਾਏ ਜਾਂਦੇ। ਇਹ ਉਹਦਾ ਪੁਲਿੰਦਾ ਜੀ, ਮੈਂ ਤੁਹਾਨੂੰ ਚਾਹੂੰਗਾ ਦਰਸ਼ਕਾਂ ਨੂੰ ਦਿਖਾਓ ਤੁਸੀਂ। ਇਹ ਕੈਂਸਲੇਸ਼ਨ ਰਿਪੋਰਟਾਂ ਨੇ ਜੀ। ਇਹਦੇ ਵਿੱਚ ਵਿਕਰਮਦੇਵ ਸਿੰਘ ਠਾਕੁਰ, ਇਹਦੇ ਵਿੱਚ ਕੋਰਟ ਦੇ ਵੀ ਆਰਡਰ ਨੇ ਸਾਰੇ। ਅਤੇ ਕੈਂਸਲੇਸ਼ਨ ਰਿਪੋਰਟ ਜਦੋਂ ਸੈਕਿੰਡ ਟਾਈਮ ਜਸ ਜੀ ਮੂਵ ਹੋਈ ਤਾਂ ਹੈਰਾਨੀ ਉਦੋਂ ਹੋਈ। ਉਹੀ ਵਿਕਰਮਦੇਵ ਸਿੰਘ ਠਾਕੁਰ ਕਹਿੰਦੇ ਕਿ ਮੈਂ ਰਿਪੋਰਟ ਨਾਲ ਸਹਿਮਤ ਹਾਂ। ਅੱਛਾ ਜੀ। ਦੇਖੋ, ਉਸੇ ਕੋਰਟ ਦੇ ਵਿੱਚ ਸਾਲ ਪਹਿਲਾਂ ਉਹੀ ਅਫਸਰ ਕਹਿ ਰਿਹਾ ਮੈਂ ਸਹਿਮਤ ਨਹੀਂ, ਕੋਈ ਪ੍ਰੋਵੀਜ਼ਨ ਹੈ ਨਹੀਂ। 1 ਸਾਲ ਬਾਅਦ ਇਹੋ ਜਿਹਾ ਕੀ ਹੋ ਗਿਆ, ਕੋਈ ਐਕਸਾਈਜ਼ ਪਾਲਿਸੀ 'ਚ ਚੇਂਜ ਨਹੀਂ ਹੋਇਆ, ਉਹ
ਮਨਜ਼ੂਰ ਹੋ ਗਈ। ਇਹਦੇ ਵਿੱਚ ਤੁਹਾਨੂੰ ਹੋਰ ਦੱਸਦਾ ਬਲੰਡਰ ਪੁਲਿਸ ਅਫਸਰਾਂ ਦੇ ਵੀ, ਇਹ ਜਦੋਂ ਜਾਂਚ ਖੁੱਲ੍ਹੀ ਨਾ ਜੀ, ਇਹਦੇ ਵਿੱਚ ਬਹੁਤ ਪੁਲਿਸ ਅਫਸਰ ਵੀ ਮਾਂਜੇ ਜਾਣੇ ਆ ਜਿਨ੍ਹਾਂ ਨੇ ਦਬਾਅ 'ਚ ਆ ਕੇ ਕੰਮ ਕੀਤਾ ਜਾਂ ਲਾਲਚ ਵਸ਼ ਕੀਤਾ। ਉਹਦੇ ਵਿੱਚੋਂ ਮਜ਼ੇਦਾਰ ਗੱਲ ਇਹ ਹੈ ਜੀ ਵੀ ਅਰੁਣਾਚਲ ਪ੍ਰਦੇਸ਼ ਤੱਕ ਦੀ ਸ਼ਰਾਬ ਫੜੀ ਗਈ ਸੀ। ਮੈਨੂੰ ਲੱਗਦਾ 13-14 ਸਟੇਟਾਂ ਪੈਂਦੀਆਂ ਜੀ ਅਰੁਣਾਚਲ ਪ੍ਰਦੇਸ਼ ਪੰਜਾਬ ਤੋਂ ਜਾਈਏ। ਤੁਹਾਨੂੰ ਲੱਗਦਾ ਵੀ ਦੇਸੀ ਸ਼ਰਾਬ ਜਾਂ ਹੋਰ ਜਿਹੜੀ ਅਰੁਣਾਚਲ ਪ੍ਰਦੇਸ਼ ਤੋਂ ਆਈ ਹੋਊ? ਬੇਸਿਕਲੀ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ 100 ਬੋਟਲ ਪੰਜਾਬ ਦੀ ਬਣ ਗਈ ਫੈਕਟਰੀਆਂ 'ਚ, 900 ਬੋਟਲ ਬਣਦੀ ਹੈ ਜੀ, ਬੋਟਲਿੰਗ ਹੁੰਦੀ ਹੈ, ਉੱਤੇ ਲੈਵਲ ਬਾਹਰਲੇ 'ਚ ਪਾ ਕੇ ਲਾ ਦਿੱਤੇ ਜਾਂਦੇ ਆ। ਉੱਥੋਂ ਲੈਵਲ ਵੀ ਫੜੇ ਗਏ ਸੀ ਜਿਹੜੇ ਉੱਤੇ ਲੇਬਲ ਲਾਉਣੇ ਸੀਗੇ, ਉੱਥੋਂ ਸਟੀਕਰ, ਉਹ ਸਾਰਾ ਕੁਛ ਫੜਿਆ ਗਿਆ ਸੀਗਾ। ਇਸ ਲਈ 420 ਦਾ ਪਰਚਾ ਦਰਜ ਹੋਇਆ ਸੀ। ਪੁਲਿਸ ਨੇ ਕਿਵੇਂ 420 ਦਾ ਉਹ ਪਰਚਾ ਕੈਂਸਲ ਕਰਤਾ ਜੀ, ਕਿਵੇਂ ਉਹ ਜਿਹੜੇ ਬੰਦੇ ਤੋਂ ਇੱਕ ਫਰਮ ਦੇ ਵਿੱਚ 27 ਹੈ ਟੋਟਲ, ਇਹਨਾਂ ਦਾ 77 ਕਰੋੜ ਬਣਦਾ, ਕਿਵੇਂ 77 ਕਰੋੜ ਦੀ ਜਿਹੜੀ ਰਿਕਵਰੀ ਨੂੰ ਐਕਸਾਈਜ਼ ਵਿਭਾਗ ਦੀ ਨੂੰ ਉੱਥੇ ETO ਨੇ ਕਹਿਤਾ ਮੈਂ 23 ਲੱਖ ਦੇ ਰਿਕਵਰੀ ਨਾਲ ਹੀ ਸਹਿਮਤ ਹੈ ਜੀ। ਤਾਂ ਇਹ ਤਾਂ ਰੱਬ ਹੀ ਜਾਣਦਾ ਜੀ। ਦੇਖੋ 2016-17 ਦੀ ਹੀ ਰਿਕਵਰੀ ਸੀ ਉਹ 77 ਕਰੋੜ ਰੁਪਇਆ, ETO ਸਾਹਿਬ 23 ਲੱਖ ਰੁਪਏ ਨਾਲ ਉੱਥੇ ਕਿਵੇਂ ਸਹਿਮਤ ਹੋ ਗਏ? ਕਿਤੇ ਇਹ ਪ੍ਰੋਵੀਜ਼ਨ ਹੀ ਹੈ ਨਹੀਂ ਕਿ ਜੇ ਕੋਈ ਬੰਦਾ ਐਕਸਾਈਜ਼ ਡਿਊਟੀ ਭਰ ਦਿੰਦਾ ਤਾਂ ਪਰਚਾ ਕੈਂਸਲ ਹੋ ਜੂ। ਤੁਸੀਂ ਦੇਖੋ ਵਿਚਾਰੇ ਇੱਕ ਪੇਟੀਆਂ 2-2 ਪੇਟੀਆਂ ਵਾਲਿਆਂ ਨੂੰ ਜੁਰਮਾਨੇ ਕੀਤੇ ਆ ਕੋਰਟਾਂ ਨੇ, ਸਜ਼ਾਵਾਂ ਹੋਈਆਂ ਜੀ ਲੋਕਾਂ ਨੂੰ। ਤਾਂ ਇਹ ਕੌਣ ਕਹਿੰਦਾ ਜੀ ਕਾਨੂੰਨ ਠੀਕ ਹੈ? ਕਾਨੂੰਨ ਕਿਤੇ ਨਾ ਕਿਤੇ ਪਿੱਛੇ ਪੈ ਜਾਓ ਤਾਂ ਉਹ ਹੈ, ਪਰ ਕਾਨੂੰਨ ਦੇ ਜਿਹੜੇ ਤੁਸੀਂ ਕਹਿ ਲਓ ਪੈਮਾਨਾ ਨਾ ਜੀ, ਉਹ ਗਰੀਬ ਲਈ ਅੱਡ ਅਤੇ ਅਮੀਰ ਲਈ ਅੱਡ ਹੈ। ਤੁਸੀਂ ਖੁਦ ਹੀ ਕਿਹਾ ਕਿ ਗੰਦਾ ਸਿਸਟਮ ਆ, ਸਾਰਾ ਸਿਸਟਮ ਹੀ ਗੰਦਾ, ਸਭ ਕੁਝ ਗੰਦਲਾ ਹੋਇਆ ਪਿਆ। ਫਿਰ ਉਸ ਗੰਦਲੇ ਸਿਸਟਮ ਦੇ ਵਿੱਚ ਤੁਸੀਂ ਲੜ ਰਹੇ ਹੋ, ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਕੁਛ ਨਾ ਕੁਛ ਹੋ ਸਕਦਾ ਜਿਹੜੀ ਮੈਂ ਲੜਾਈ ਲੜ ਰਿਹਾ? ਕਿਉਂਕਿ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹਮਲੇ ਹੋਣੇ, ਧਮਕੀਆਂ ਆਉਣੀਆਂ ਸੁਭਾਵਿਕ ਆ, ਫੈਮਿਲੀ ਤੱਕ ਨੂੰ ਧਮਕੀਆਂ ਆ ਜਾਂਦੀਆਂ ਨੇ, ਹੈ ਨਾ, ਆਸੇ ਪਾਸੇ ਧਮਕੀਆਂ ਆ ਜਾਂਦੀਆਂ, ਇਹ ਚੀਜ਼ਾਂ ਸੁਭਾਵਿਕ ਆ। ਤਾਂ ਉਦੋਂ ਕਿਤੇ ਘਰ ਦੇ ਨਹੀਂ ਰੋਕਦੇ, ਘਰ ਦੇ ਨਹੀਂ ਆਖਦੇ ਕਿ ਜਿਵੇਂ ਜ਼ਿੰਦਗੀ ਕੱਟ ਰਹੇ ਹਾਂ, ਚੰਗੀ ਨੌਕਰੀ ਆ, ਜ਼ਿੰਦਗੀ ਕੱਟ ਲਈਏ, ਕੀ ਲੈਣਾ ਇੱਦਾਂ ਦੀ ਜ਼ਿੰਦਗੀ ਤੋਂ, ਇੱਦਾਂ ਦੇ ਡਰ ਵਾਲੇ ਤੋਂ ਕਿ ਰਾਤ ਨੂੰ ਵੀ ਡਰ, ਜੇ ਘਰੋਂ ਬਾਹਰ ਨਿਕਲਾਂਗੇ ਤਾਂ ਡਰ ਆ, ਪਾਸੇ ਜਾਵਾਂਗੇ ਤਾਂ ਡਰ ਆ, ਇਕੱਲੇ ਜਾਓਗੇ ਤਾਂ ਡਰ ਆ? ਦੇਖੋ ਜੀ ਜਸ ਜੀ, ਬੜੇ ਫੈਮਿਲੀ ਹੈ ਤੁਹਾਡੀ ਆਖਰ ਨੂੰ, ਹੈ ਨਾ, ਅਤੇ ਡਰ ਵੀ ਉਹਨਾਂ ਨੂੰ ਲੱਗਦਾ ਸਾਰਾ ਕੁਛ ਹੈ, ਪਰ ਤੁਸੀਂ ਫੈਮਿਲੀ ਦੀ ਸਪੋਰਟ ਤੋਂ ਇਹ ਬਿਨਾਂ ਇਹ ਕੁਛ ਨਹੀਂ ਕਰ ਸਕਦੇ। ਫੈਮਿਲੀ ਦਾ ਤੁਹਾਨੂੰ ਹੌਸਲਾ ਹੁੰਦਾ। ਤਾਂ ਮੇਰੇ ਫਾਦਰ ਇਨ ਲੋ ਜਿਹੜੇ ਨੇ, ਸਹੁਰਾ ਸਾਹਿਬ ਮੇਰੇ, ਉਹ ਬੜੇ ਹੌਸਲਾ ਵਧਾਉਣ ਵਾਲੇ ਬੰਦੇ ਆ। ਮਤਲਬ 1-2 ਵਾਰੀ ਹੋਇਆ ਜਦੋਂ ਸਾਰਾ ਟੱਬਰ ਮੈਨੂੰ ਬੈਠ ਕੇ ਸਮਝਾ ਰਿਹਾ ਸੀ, ਤਾਂ ਮਤਲਬ ਉਹਨਾਂ ਦੀ ਮੈਂ ਗੱਲ 'ਤੇ ਮੈਨੂੰ ਅੱਜ ਵੀ ਬੜੀ ਹਾਸੀ ਆਉਂਦੀ ਹੈ। ਕਹਿੰਦੇ ਵੀ ਜਿਹੜੀ ਦਿਲ 'ਚ ਆਉਂਦੀ ਹੈ ਵੀ ਕਰਨੀ ਤਾਂ ਚਾਹੀਦੀ ਹੈ। ਅਤੇ ਦੇਖੋ ਵਾਈਫ ਦੀ ਸਪੋਰਟ ਹੈ ਜੀ, ਹੈ ਨਾ। ਮੇਰੇ ਸਹੁਰਾ ਸਾਹਿਬ ਮੈਨੂੰ ਬੜਾ ਹੌਸਲਾ ਦਿੰਦੇ, ਮੇਰਾ ਭਰਾ ਜਿਹੜੇ ਨੇ, ਮੇਰੇ ਵੱਡੇ ਭਾਈ ਸਾਹਿਬ ਵੀ ਐਡਵੋਕੇਟ ਨੇ, ਫਾਦਰ ਸਾਹਿਬ ਤਾਂ ਮੇਰੇ ਕਾਮਰੇਡ ਤੁਹਾਨੂੰ ਦੱਸਿਆ ਪਹਿਲਾਂ ਹੀ ਹੈ। ਤਾਂ ਇਸ ਕਰਕੇ ਸਾਨੂੰ ਇਹ ਦਿੱਕਤਾਂ ਨਹੀਂ ਆਉਂਦੀਆਂ, ਪਰ ਲੇਡੀਜ਼ ਦਾ ਕਿਤੇ ਨਾ ਕਿਤੇ ਦਿਲ ਡੋਲਦਾ। ਦੇਖੋ ਮੇਰਾ ਵੀ ਬੇਟਾ 6 ਸਾਲ ਦਾ ਮੇਰਾ ਬੇਟਾ ਹੈ, ਅਤੇ ਠੀਕ ਹੈ, ਡਰ ਉਹਨਾਂ ਦਾ ਡਰ ਸੁਭਾਵਿਕ ਹੈ, ਪਰ ਕਿਤੇ ਇਹ ਨਹੀਂ ਹੋਇਆ ਉਹ ਕਹਿ ਦੇਣ ਵੀ ਗਲਤ ਗੱਲ 'ਚ ਪਿੱਛੇ ਹਟ ਜਾਓ। ਸੰਦੀਪ ਪਾਠਕ ਦਾ ਡਰ? ਸੰਦੀਪ ਪਾਠਕ ਦਾ ਡਰ ਤਾਂ ਮੈਨੂੰ ਲੱਗਦਾ ਜੀ ਸ਼ਹਿਰ ਨੂੰ ਵੀ ਪਤਾ ਹੈ, ਤੁਹਾਡੇ ਚੈਨਲ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਲੱਗ ਗਿਆ ਹੋਊਗਾ। ਅਤੇ ਡਰਨਾ ਤਾਂ ਪ੍ਰਮਾਤਮਾ ਤੋਂ ਹੀ ਚਾਹੀਦਾ ਜੀ, ਹੈ ਨਾ। ਅਤੇ ਇਹ ਬੰਦਿਆਂ ਦੇ ਜੇ ਮਾਰੇ 'ਤੇ ਕੋਈ ਮਰਦਾ ਹੁੰਦਾ ਜੀ ਤਾਂ ਮੈਨੂੰ ਲੱਗਦਾ ਉਹਨੂੰ ਅੱਧੀ 80% ਦੁਨੀਆ ਖਤਮ ਹੋ ਗਈ ਹੁੰਦੀ। ਇਹ ਸਾਰਾ ਕੁਛ ਆਈ ਚੱਲਦਾ ਜਾਣਾ ਜੀ, ਹੈ ਨਾ। ਪਰ ਜੇ ਤੁਸੀਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗ ਗਏ, ਤਾਂ ਜੇ ਤੁਸੀਂ ਇਹ ਕਰਪਟ ਸਿਸਟਮ ਦੇ ਖਿਲਾਫ ਆਵਾਜ਼ ਉਠਾਉਣੋਂ ਹਟ ਗਏ, ਤਾਂ ਇੱਥੇ ਸਾਹ ਲੈਣਾ ਵੀ ਔਖਾ ਹੋ ਜਾਊਗਾ ਜੀ। ਅੱਛਾ, ਫਿਰ ਇਹ ਠੇਕੇਦਾਰਾਂ ਨੇ ਹੋਰ ਕਿਸ ਹੱਦ ਤੱਕ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਸ ਕਦਰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ? ਇਹ ਨਾ ਬੇਸਿਕਲੀ ਜੀ ਜਿਹੜੇ ਪੈਸੇ ਵਾਲੇ ਬੰਦੇ ਹੁੰਦੇ ਆ, ਚਾਹੇ ਜਾਂ ਅਫਸਰ ਹੁੰਦੇ ਆ, ਚਾਹੇ ਇਹ ਜਿਹੜੇ ਇਹ ਬਦਮਾਸ਼ ਹੁੰਦੇ ਆ, ਬੇਸਿਕਲੀ ਇਹ ਦਿਲ ਦੇ ਖੁਦ ਬੜੇ ਕਮਜ਼ੋਰ ਹੁੰਦੇ ਆ। ਬਹੁਤ ਛੋਟੀ ਤੁਹਾਨੂੰ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਸੀ, ਪਰ ਗੱਲ ਇਹਨਾਂ ਦੀ ਮਾਨਸਿਕਤਾ 'ਤੇ ਆ ਗਈ ਤਾਂ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਮੇਰੇ ਵਾਈਫ ਕਲਾਸ 1 ਅਫਸਰ ਆ, ਅਤੇ ਮੈਨੂੰ ਥਰਮਲ ਦੇ ਵਿੱਚ ਇੱਥੇ ਸਾਡੇ 6 ਟਾਈਪ ਹਾਊਸ ਅਲੋਟ ਹੋਇਆ ਹੋਇਆ। ਤਾਂ DC ਬਠਿੰਡਾ ਬਾਰੇ ਤਾਂ ਜਿਵੇਂ ਸਭ ਨੂੰ ਪਤਾ ਹੀ ਹੈ। ਤਾਂ ਉਹਨੇ ਵਿਚਾਰੇ ਨੇ ਇਹਨਾਂ ਦੇ ਕਹੇ ਦੇ ਵਿੱਚ ਮੈਨੂੰ 6 ਟਾਈਪ ਤੋਂ ਕਹਿੰਦਾ 5, ਇਹ ਹਿਸਟਰੀ 'ਚ ਪਹਿਲੀ ਵਾਰ ਹੋਇਆ ਹੋ। ਤੁਸੀਂ ਜੇ ਚੈੱਕ ਕਰੋ, ਇੱਕ ਕਲਾਸ 1 ਅਫਸਰ ਨੂੰ ਹੀ ਤੁਸੀਂ ਵੱਡੇ ਘਰ ਤੋਂ ਛੋਟੇ ਘਰ 'ਚ ਜਾਣ ਨੂੰ ਕਹਿੰਦੇ ਹੋ। ਉਹਦੀ ਜਦੋਂ ਤਨਖਾਹ ਵੱਧਦੀ ਹੈ ਤਾਂ ਕੋਠੀਆਂ ਵੱਡੀਆਂ ਤਾਂ ਉਹਨੂੰ ਅਲੋਟ ਹੋਣ ਲੱਗ ਜਾਂਦੀਆਂ। ਅਤੇ ਪਹਿਲਾਂ ਤਾਂ ਇਹਨੇ ਮੈਨੂੰ ਕੋਠੀ ਖਾਲੀ ਕਰਨ ਦਾ, ਚਲੋ ਉਹ ਇੰਡੀਵਿਜੂਅਲ ਆਰਡਰ ਸੀ, ਉਹ ਇਹਨਾਂ ਦਾ ਹੋਰ ਉਹ ਸੀ, ਮੈਂ ਨਹੀਂ ਕਹੂੰਗਾ ਉਹ ਗਲਤ ਹੋ ਜੂਗੀ ਗੱਲ। ਪਰ ਆਹ ਜਿਹੜਾ ਮੈਨੂੰ ਹੁਣ ਕੀਤਾ ਇਹਨਾਂ ਨੇ, ਤਾਂ ਵੱਡੀ ਕੋਠੀ ਤੋਂ ਛੋਟੀ ਕੋਠੀ ਵੱਲ ਜਾਣ ਨੂੰ
ਮਤਲਬ ਕਹਿਤਾ, ਤਾਂ ਤੁਸੀਂ ਦੇਖੋ ਵੀ ਐਡੀ ਨੀਚ ਹਰਕਤ, ਛੋਟੀ ਹਰਕਤ ਕਦੋਂ ਕਰਦਾ ਬੰਦਾ? ਡਰਿਆ ਹੋਇਆ ਬੰਦਾ ਕਰਦਾ। ਤਾਂ ਮੈਨੂੰ ਲੱਗਦਾ ਇਸ ਟਾਈਮ ਸਭ ਤੋਂ ਵੱਧ ਜੇ ਕੋਈ ਡਰਿਆ ਹੋਇਆ ਤਾਂ ਜਸਵਿੰਦਰ ਸਿੰਘ ਜੁਗਨੂ, ਬਠਿੰਡੇ ਵਾਲਾ ਠੇਕੇਦਾਰ, ਸ਼ਿਵ ਲਾਲ ਡੋਡੇ ਦਾ ਭਰਾ ਤੁਹਾਨੂੰ ਦੱਸਿਆ ਜਿਹਨੇ ਟਾਂਗ ਕਾਂਡ ਕੀਤਾ ਸੀ, ਉਹ ਡਰਿਆ ਹੋਇਆ ਹੋਊ। ਬਠਿੰਡੇ ਦੇ ਜਿਹੜੇ 3-4 ਹੋਰ ਵਪਾਰੀ ਹੈ ਜਿਹੜੇ ਇਸ ਟਾਈਮ ਕਾਂਗਰਸ ਦੀ ਛਤਰ ਛਾਇਆ ਦੇ ਵਿੱਚ ਘੁੰਮ ਰਹੇ ਆ, ਡਰਨਗੇ, ਉਹ ਡਰਨਗੇ। ਤਾਂ ਵੈਸੇ ਮੈਂ ਤੁਹਾਨੂੰ ਦੱਸਦਾ, ਕਈ ਵਾਰ ਕੀ ਹੁੰਦਾ ਜੀ, ਲੀਡਰ ਦੇਖੋ ਇੰਨਾ ਬੋਝ ਹੈ। ਜਿਵੇਂ ਮਨਪ੍ਰੀਤ ਸਿੰਘ ਬਾਦਲ ਜੀ ਨੇ ਬੜੀ ਇੱਕ ਅੱਛੀ ਗੱਲ ਕਹੀ ਸੀ ਵੀ ਮੈਂ ਚੁਣਿਆ ਮੈਨੂੰ ਤੁਸੀਂ ਆ, ਪਰ ਮੈਨੂੰ ਬੋਝ ਸਾਰੀ ਪੰਜਾਬ ਦਾ ਦਿੱਤਾ। ਤਾਂ ਸੱਚੀ ਹੋ ਸਕਦਾ, ਦੇਖੋ ਕਿਸੇ ਬਾਰੇ ਆਪਾਂ ਮੈਂ ਅੱਜ ਤੱਕ ਉਹਨਾਂ ਨੂੰ ਮਿਲਿਆ ਨਹੀਂ ਇਸ ਸਿਲਸਿਲੇ ਦੇ ਵਿੱਚ, ਹੋ ਸਕਦਾ ਸੱਚੀ ਉਹਨਾਂ ਨੂੰ ਨਾ ਪਤਾ ਹੋਵੇ ਵੀ ਇਹ ਬੰਦੇ ਐਡੇ ਡਿਫਾਲਟਰ ਬੰਦੇ ਮੇਰੇ ਨਾਲ ਤੁਰੇ ਫਿਰਦੇ ਆ। ਇਹ ਕੋਈ ਵੱਡੀ ਗੱਲ ਨਹੀਂ, ਆਪਾਂ ਨੂੰ ਸੱਚੀ ਨਹੀਂ ਤੁਰਿਆ ਫਿਰਦਾ। ਕਿੰਨੇ ਗਲਤ ਆਪਣੇ ਸਰਕਲ 'ਚ ਬੰਦੇ, ਕਿੰਨੇ ਗਲਤ ਟਾਈਪ ਦੇ ਆ ਜਾਂਦੇ ਆ। ਤਾਂ ਮਾਨਯੋਗ ਆਪਣੇ FM ਸਾਹਿਬ ਨੂੰ ਸੱਚੀ ਨਾ ਪਤਾ ਹੋਵੇ ਵੀ ਜੁਗਨੂ ਨੇ 77 ਕਰੋੜ ਰੁਪਈਆ ਦੇਣਾ, ਜੁਗਨੂ ਐਂਡ ਪਾਰਟੀ ਜਿਹੜੀ ਫਿਰਦੀ ਹੈ, ਇਹਨਾਂ ਨੇ 77 ਕਰੋੜ ਰੁਪਈਆ ਦੇਣਾ। ਇਹਨਾਂ ਨੇ ਕਿਵੇਂ ਗਲਤ ਤਰੀਕੇ ਨਾਲ FM ਸਾਹਿਬ ਦੇ ਮਤਲਬ, ਕਿਉਂਕਿ ਜਿਹੜੇ ਅਫਸਰ ਹੁੰਦੇ ਆ ਨਾ ਜੀ, ਅਫਸਰ ਇਹ ਦੇਖਦਾ ਵੀ ਕਿਹੜਾ ਲੀਡਰ ਦੀ ਗੱਡੀ 'ਚ ਚੜ੍ਹਿਆ ਫਿਰਦਾ, ਅਫਸਰ ਦੇਖਦਾ ਕਿਹੜਾ ਲੀਡਰ ਦੇ ਕਲੋਜ਼ ਹੈ। ਤਾਂ ਕਈ ਕੋਈ ਤਾਂ ਕੰਮ ਹੋਈ ਜਾਂਦੇ ਜੀ, ਅਫਸਰ ਜੀ ਵਿਚਾਰੇ ਡਰੀ ਜਾਂਦੇ ਆ। ਜਦੋਂ ਕੋਈ ਇੱਕ ਅੱਧਾ DSP ਲਵਾ ਲਿਆ, SP ਲਵਾ ਲਿਆ, ਕੋਈ SHO ਲਵਾ ਲਿਆ, ਉਹਨਾਂ ਦੀ ਸਿੱਟ ਬਣਾ ਕੇ ਤੇ ਇਹ ਸਾਰੇ ਇਹ ਕਰ ਕੁਰ ਦਿੰਦੇ ਆ ਜੀ। ਅਤੇ ਇਹ ਤਾਂ ਬਾਅਦ 'ਚੋਂ ਪਤਾ ਲੱਗਦਾ ਜੀ, ਜਦੋਂ ਭੁਗਤਣੀ ਪੈਂਦੀ। ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿੰਨੇ ਵੈਲ ਐਜੂਕੇਟਡ, ਇਮਾਨਦਾਰ, ਪੰਜਾਬ ਦੇ ਹਿਤੈਸ਼ੀ, ਕਰਪਸ਼ਨ ਨੂੰ ਨਫ਼ਰਤ ਕਰਨ ਵਾਲੇ ਨੇ, ਮੈਨੂੰ ਨਹੀਂ ਲੱਗਦਾ ਇਹਨਾਂ ਬੰਦਿਆਂ ਨੂੰ ਬਖਸ਼ਣਗੇ। ਜੇ ਤੁਹਾਡੇ ਅੱਜ ਤੱਕ ਉਹਨਾਂ ਤੱਕ ਕੋਈ ਮੈਸੇਜ ਨਹੀਂ ਪਹੁੰਚ ਪਾਇਆ, ਸ਼ਾਇਦ ਤੁਹਾਡੇ ਚੈਨਲ ਥਰੂ ਉਹਨਾਂ ਕੋਲ ਜੇ ਮੈਸੇਜ ਪਹੁੰਚ ਜਾਂਦਾ, ਤਾਂ ਮੈਨੂੰ ਲੱਗਦਾ ਫਿਰ ਇਹ ਜਿਹੜੇ ਇਹਨਾਂ ਦੇ ਇਹ ਡਿਫਾਲਟ ਇੱਥੇ ਤੁਰੇ ਫਿਰਦੇ, ਇਹ ਥੋੜ੍ਹੇ ਦਿਨਾਂ ਦੀ ਖੇਡ ਰਹਿ ਜਾਣਗੇ ਅਤੇ ਇਹਦੇ ਖਮਿਆਜੇ ਇਹਨਾਂ ਨੂੰ ਭੁਗਤਣੇ ਪੈਣਗੇ। ਬਹੁਤ ਛੇਤੀ ਰਿਜ਼ਲਟ ਆਉਣਗੇ, ਕਿਉਂਕਿ ਇਹਨਾਂ ਨੇ FM ਸਾਹਿਬ ਚਾਹੁਣ ਤਾਂ ਕਮਿਸ਼ਨਰ, ਐਕਸਾਈਜ਼ ਕਮਿਸ਼ਨਰ ਨੂੰ ਤਾੜਨਾ ਵੀ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ। DG ਪੰਜਾਬ ਨੂੰ ਵੀ ਉਹ ਕਹਿ ਸਕਦੇ ਹੈ, SSP ਬਠਿੰਡਾ ਨੂੰ ਵੀ ਤਾੜਨਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ। ਤਾਂ ਇਹਨਾਂ ਦੇ ਖਿਲਾਫ ਜੇ FM ਸਾਹਿਬ ਚਾਹੁਣ ਤਾਂ ਇਹ ਤਾਂ ਘੰਟੇ 'ਚ ਕਾਰਵਾਈ ਹੋ ਸਕਦੀ ਹੈ ਜੀ, ਕਿਉਂਕਿ ਸਾਰੇ ਡਾਕੂਮੈਂਟਰੀ ਐਵੀਡੈਂਸ ਨੇ। ਅੱਛਾ, ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਪਾਠਕ ਸਾਹਿਬ, ਜਦੋਂ ਵੋਟਾਂ ਵੇਲੇ ਕੋਈ ਬੰਦਾ ਬੋਲਦਾ, ਖਾਸ ਕਰ ਸਰਕਾਰ ਦੇ ਖਿਲਾਫ ਬੋਲਦਾ ਕਿ ਸਰਕਾਰ ਇਉਂ ਕਰਦੀ ਆ, ਸਰਕਾਰ ਇਉਂ ਕਰਦੀ ਆ, ਤਾਂ ਉਦੋਂ ਅਕਸਰ ਲੋਕਾਂ ਵੱਲੋਂ ਜਾਂ ਦੂਜੀਆਂ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਹੋ ਜਾਂਦੇ ਆ, ਸਵਾਲ ਕਿ ਯਾਰ ਵੋਟਾਂ ਨੇੜੇ ਆ, ਇਹ ਬੰਦਾ ਜਾਂ ਤਾਂ ਕਿਸੇ ਨਾ ਕਿਸੇ ਪਾਰਟੀ 'ਚ ਜਾਣਾ ਚਾਹੁੰਦਾ, ਜਾਂ ਫਿਰ ਇਹ ਕਿਤੋਂ ਨਾ ਕਿਤੋਂ ਟਿਕਟ ਪਾਲਦਾ। ਇਹ ਸਵਾਲ ਤਾਂ ਫਿਰ ਜ਼ਰੂਰ ਖੜ੍ਹੇ ਹੋਣਗੇ। ਇਹਦੇ ਵਿੱਚ ਹੈ ਸੱਚਾਈ ਵਾਕਿਆ ਦੇ ਵਿੱਚ ਕਿ ਪਾਠਕ ਸਾਹਿਬ ਵੀ ਕਿਤੋਂ ਨਾ ਕਿਤੋਂ? ਮੈਂ ਤੁਹਾਨੂੰ ਇੱਕ ਤੁਹਾਡੇ ਚੈਨਲ ਥਰੂ ਦੱਸਣਾ ਚਾਹੁੰਦਾ ਜੀ, ਮੈਂ ਇਹ ਪ੍ਰੋਮਿਸ ਕਰਦਾ, ਜਾਂ ਕਹਿ ਲਓ, ਕਿਉਂਕਿ ਪ੍ਰੋਮਿਸ ਅਕਸਰ ਸ਼ਾਇਦ ਟੁੱਟ ਜਾਂਦੇ, ਜਾਂ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਕਹੂੰਗਾ। ਪਰ ਦੇਖੋ, ਮੈਂ ਬਠਿੰਡੇ 'ਚ ਰਹਿੰਦਾ ਜੀ, ਅਤੇ ਬਠਿੰਡੇ ਦਾ ਮੈਂ ਜੰਪ ਵਾਲਾ ਇੱਥੇ ਖੇਡਿਆ। ਕੋਈ 10 ਵੋਟਾਂ ਹੋਣਗੀਆਂ ਮੇਰੇ ਮਗਰ, 20 ਹੋਣਗੀਆਂ, 50 ਹੋਣਗੀਆਂ, 100 ਹੋਊ ਕੋਈ। ਜਿਹੜੇ ਮੇਰੇ ਚਾਹੁਣ ਵਾਲੇ ਆ, ਜਿਹੜੇ ਮੈਨੂੰ ਜਾਣਨ ਵਾਲੇ ਆ, ਜੇ ਉਹ ਆਪਦੇ ਰੱਬ ਨੂੰ, ਕਿਸੇ ਈਸਟ ਨੂੰ ਮੰਨਦੇ ਆ, 22 ਤਾਂ ਕੀ, ਘੱਟੋ ਘੱਟ 27 ਵੀ ਮੇਰੇ ਕਹੇ ਤੇ ਕਿਸੇ MLA MP ਨੂੰ ਛੱਡੋ, MC ਨੂੰ ਵੀ ਵੋਟ ਨਾ ਪਾਉਣ, ਠੀਕ ਹੈ ਜੀ। ਅਤੇ ਮੈਂ ਜਦੋਂ ਆਪਦੇ ਲਈ ਜੇ ਕਿਤੇ ਗਲਤੀ ਨਾਲ ਵੀ ਕੋਈ ਵੋਟ ਮੰਗਣ ਚਲਾ ਜਾਵਾਂ, ਤਾਂ ਤੁਹਾਡੇ ਵਾਲੀ ਵੀਡੀਓ ਦੇ ਨਾ ਛੋਟੇ ਛੋਟੇ ਕਲਿੱਪ ਬਣਾ ਕੇ ਵਾਇਰਲ ਕਰ ਦਿਓ, ਤਾਂ ਸੰਦੀਪ ਪਾਠਕ ਦੇ ਮੂਹਰੇ ਰੱਖ ਦੇਣ। ਤਾਂ ਕੋਈ ਵੋਟਾਂ 'ਚ ਇੰਟਰਸਟ ਨਹੀਂ ਜੀ, ਕੋਈ ਕਿਸੇ ਪਾਰਟੀ 'ਚ। ਪੋਲੀਟੀਕਲ ਦੋਸਤ ਹੁੰਦੇ ਆ ਜੀ, ਮੇਰੇ ਵੀ ਹੈਗੇ ਆ, ਠੀਕ ਹੈ ਜੀ, ਕੋਈ ਇਹਦੇ 'ਚ ਨਹੀਂ। ਅਫਸਰ ਵੀ ਦੋਸਤ ਹੁੰਦੇ ਆ, ਪਰ ਇਹ ਨਹੀਂ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਮੈਂ ਤੁਹਾਨੂੰ ਦੱਸਿਆ, ਮੇਰਾ ਹੈਸ਼ਟੈਗ ਵੀ ਚਲਾਇਆ ਹੋਇਆ। ਇਹ ਕੇਰਾ ਇਹਨਾਂ ਨੂੰ ਲੀਡਰਾਂ ਨੂੰ ਜਾਂ ਕੁਛ ਬੰਦਿਆਂ ਨੂੰ, ਸਮਗਲਰਾਂ ਨੂੰ ਵੀ ਲੱਗਿਆ ਸੀ ਵੀ ਸ਼ਾਇਦ ਸਾਡੇ ਨਾਲ ਦੁਸ਼ਮਣੀ ਕੱਢ ਰਿਹਾ, ਅਤੇ ਤੁਹਾਨੂੰ ਜਿਵੇਂ ਦਿਖਾ ਚੁੱਕਿਆ, ਮੈਂ ਤਾਂ ਐਜੂਕੇਸ਼ਨ ਡਿਪਾਰਟਮੈਂਟ 'ਤੇ ਪਾਈ ਵੀ ਹੈ। ਮੇਰਾ ਸਵਾਲ ਅੱਗੇ ਉਹੀ ਆ ਕਿ ਸ਼ਰਾਬ ਠੇਕੇਦਾਰਾਂ ਦੇ ਨਾਲ ਕੋਈ ਨਾ ਕੋਈ ਦੁਸ਼ਮਣੀ ਆ, ਜਾਂ ਹਰੇਕ ਜਿਹੜੇ ਘਪਲੇ ਦੇ ਵਿਰੁੱਧ ਦੁਸ਼ਮਣੀ ਆ, ਕਰਪਸ਼ਨ ਦੇ ਵਿਰੁੱਧ ਲੜਾਈ ਆ? ਇੱਥੇ ਕਹਿ ਲਓ ਜੀ, ਤੁਸੀਂ ਦੇਖੋ, ਮੇਰੀ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਨਾਲ ਵੀ ਦੁਸ਼ਮਣੀ ਹੈ, ਮੇਰੀ ਮਿਊਨਸੀਪਲ ਕਾਰਪੋਰੇਸ਼ਨ ਹੈ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਆ ਪੰਜਾਬ ਦਾ, ਉਹਦੇ ਨਾਲ ਵੀ ਦੁਸ਼ਮਣੀ ਹੈ, ਮੇਰੀ ਜੇਲ੍ਹ ਡਿਪਾਰਟਮੈਂਟ ਨਾਲ ਵੀ ਦੁਸ਼ਮਣੀ ਹੈ, ਮੇਰੀ ਜਿਹੜਾ ਕਹਿ ਲਓ ਪੰਜਾਬ ਪੁਲਿਸ ਹੈ ਉਹਦੇ ਨਾਲ ਵੀ ਇਸ ਹਿਸਾਬ ਨਾਲ ਦੁਸ਼ਮਣੀ ਹੈ, ਕਿਉਂਕਿ ਮੈਂ ਉਹਨਾਂ 'ਤੇ ਵੀ RTI ਆ। ਸਰ ਇਹ ਤੁਸੀਂ ਦੇਖੋ,
ਤੁਹਾਡੇ ਤੇ ਜਦੋਂ ਮੈਂ ਵਿਦ ਫੈਕਟਸ ਗੱਲ ਲੈ ਕੇ ਆ ਰਿਹਾ, ਤੁਸੀਂ ਵਿਦ ਫੈਕਟਸ ਗੱਲ ਕਰੋ। ਜੇ ਕੋਈ ਵੀ ਐਲੀਗੇਸ਼ਨ ਕਿਸੇ ਤੇ ਵੀ ਕੋਈ ਵੀ ਲਾਇਆ ਜਾ ਸਕਦਾ, ਤਾਂ ਇਹ ਦੇਖੋ ਉਹਨਾਂ ਨੇ ਆਪਦਾ ਡਿਫੈਂਸ ਲੈ ਕੇ ਚੱਲਣਗੇ। ਕਿਸੇ ਨੂੰ ਬਦਨਾਮ ਕਰਨਾ, ਕਿਸੇ ਬਾਰੇ ਗੱਲਾਂ ਫੈਲਾਉਣੀਆਂ, ਤੁਹਾਨੂੰ ਮੈਂ ਦੱਸਿਆ ਹੀ ਹੈ, ਜਿਵੇਂ ਕਹਿੰਦੇ ਕਿੰਨੇ 'ਚ ਸੈਟਿੰਗ ਹੋ ਗਈ, ਕੀ ਸੈਟਿੰਗ ਹੋਈ। ਤੁਸੀਂ ਤਾਂ ਥੋੜ੍ਹਾ ਜਿਹਾ ਟਾਈਮ ਵੀ ਪਾ ਦਿਓ ਜੀ, ਤੁਹਾਨੂੰ ਤਾਂ ਲੋਕ ਉਹ ਲਾਉਣ, ਤਾਂ ਇਹ ਤੁਹਾਨੂੰ ਲੋਕਾਂ ਦੀਆਂ ਗੱਲਾਂ ਤੋਂ ਵੀ ਉੱਪਰ ਉੱਠਣਾ ਪੈਂਦਾ। ਠੀਕ ਹੈ ਜੀ, ਨਾ ਲੋਕਾਂ ਦੀ ਪਰਵਾਹ ਕਰਕੇ ਨਾ ਹੀ ਸਿਸਟਮ ਚੱਲਦੇ ਆ, ਤਾਂ ਬੇਧੜਕ ਹੋ ਕੇ ਚੱਲੋ। ਜਿੱਦੇ ਮਹਾਰਾਜ ਨੇ ਚਾਹਿਆ ਜੀ, ਹਾਈ ਕੋਰਟ ਦੇ ਵਿੱਚ ਕੰਮ ਚੱਲ ਪਿਆ, PIL ਜਿੱਦੇ ਪੈ ਗਈ ਅਤੇ ਜਿੱਦੇ ਜਾਂਚ ਬੈਠ ਗਈ ਜੀ। ਇਹ ਜਿਹੜੇ ਛੋਟੇ ਮੋਟੇ ਸਮਗਲਰ ਛੱਡੋ ਜੀ, ਕਈ ਨਾ ਲੀਡਰ ਅਤੇ ਅਫਸਰ ਵੀ ਸ਼ਾਇਦ ਪੰਜਾਬ ਛੱਡ ਜਾਣਗੇ। ਇਹ ਜਿਹੜਾ ਐਕਸਾਈਜ਼ ਵਿਭਾਗ ਦੇ ਅਫਸਰਾਂ ਨੇ ਜਿਹੜਾ ਗੰਦ ਪਾਇਆ ਹੋਇਆ ਨਾ ਜੀ, ਤੁਹਾਨੂੰ ਪਤਾ ਹੀ ਨਹੀਂ। ਉਹਨਾਂ 'ਤੇ ਆਪਣੀ ਡਿਸਕਸ ਬਹੁਤ ਘੱਟ ਹੋ ਚੁੱਕੀ ਹੈ, ਕਿਵੇਂ ਠੱਗੀਆਂ ਵੱਜੀਆਂ। ਇਹ ਐਕਸਾਈਜ਼ ਵਿਭਾਗ ਦੇ ਅਫਸਰ ਬੜੇ ਵੱਡੇ ਜ਼ਿੰਮੇਵਾਰ ਹੈ ਜੀ ਇਹਦੇ ਵਿੱਚ। ਇਹ ਠੱਗੀਆਂ ਅਫਸਰਾਂ ਤੋਂ ਬਿਨਾਂ ਨਹੀਂ ਵੱਜ ਸਕਦੀਆਂ। ਚਾਹੇ ਲੀਡਰ ਨੇ ਆਪ ਮਾਰਨੀਆਂ, ਚਾਹੇ ਬੰਦਾ ਖੜਾ ਕਰਕੇ ਫਰਮਾ ਬਣਵਾ ਕੇ ਉਹਨਾਂ ਥਰੂ ਠੱਗੀਆਂ ਮਾਰਨੀਆਂ, ਕੰਮ ਸਾਰਾ ਅਫਸਰ ਕਰਦੇ ਆ ਲੀਡਰਾਂ ਦਾ। ਠੀਕ ਹੈ ਜੀ, ਤਾਂ ਇਹ ਜਿਵੇਂ ਵੀ ਕਹੀ ਜਾਣ, ਨਾ ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਹੈ ਜੀ, ਮੈਂ ਕਿਸੇ ਪਾਰਟੀ ਦੇ ਨਾਲ ਨਹੀਂ। ਮੈਂ ਸਭ ਨੂੰ ਪਤਾ ਮੈਂ FM ਸਾਹਿਬ ਦੀ ਕਿੰਨੀ ਇੱਜ਼ਤ ਕਰਦਾ, ਮੇਰਾ ਦਾਸ ਬਾਦਲ ਜੀ ਨਾਲ ਕਿੰਨਾ ਪਿਆਰ ਸੀ, ਮੇਰਾ ਹੋਰ ਅਕਾਲੀ ਦਲ ਦੇ ਲੀਡਰਾਂ ਨਾਲ ਵੀ ਬੜਾ ਪਿਆਰ ਹੈ, ਪਰ ਉਹ ਮੇਰੀ ਪਸੰਦ ਨਹੀਂ ਜੀ। ਪਰ ਉਹਨਾਂ ਨੇ ਕਦੇ ਮੈਨੂੰ ਰੋਕਿਆ ਨਹੀਂ, ਕਦੇ ਮੈਨੂੰ ਕਿਹਾ ਨਹੀਂ। ਮੇਰੀ ਕੋਈ ਕਾਲ ਡਿਟੇਲ, ਕੋਈ ਇਹਨਾਂ ਦੇ ਕੋਲ ਸਿਸਟਮ ਹੈ ਸਾਰਾ, ਸਰਕਾਰ ਦੇ ਕੋਲ ਸਿਸਟਮ ਹੈ। ਮੇਰੀਆਂ ਕਾਲ ਡਿਟੇਲਾਂ, ਮੇਰੇ ਫੋਨ ਵੀ ਸਰਵੀਲੈਂਸ 'ਤੇ ਲਾਏ ਹੋਣਗੇ, ਜਦੋਂ ਇਹਨਾਂ ਦੇ ਅਫਸਰਾਂ ਦੇ ਵੀ ਨਾਮ ਆਏ ਆ, ਹੁਣ ਨੂੰ ਤਾਂ ਸਾਰਾ ਕੁਛ ਵਾਇਰਲ ਹੋ ਜਾਂਦਾ ਜੀ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਰਿਕਵਰੀ ਦੀ ਤੁਸੀਂ ਗੱਲ ਕਰਦੇ ਹੋ, ਰਿਕਵਰੀ ਲੰਮੇ ਸਮੇਂ ਤੋਂ ਪੈਂਡਿੰਗ ਪਈ ਹੈ, ਤਾਂ ਰਿਕਵਰੀ ਹੋ ਕਿਉਂ ਨਹੀਂ ਰਹੀ? ਕੌਣ ਰੋਕ ਰਿਹਾ? ਅੜਿੱਕਾ ਕੌਣ ਆ? 3-4 ਵਾਰੀ ਅਸੀਂ ਇਹਦੇ ਬਾਰੇ ਉਸ ਤੋਂ ਬਾਅਦ ਖਬਰਾਂ ਵੀ ਲਵਾ ਚੁੱਕੇ ਹਾਂ ਜੀ, ਜਦੋਂ ਇਹਨਾਂ ਨੇ ਸਾਨੂੰ ਡਿਟੇਲ ਦਿੱਤੀ ਵੀ ਇੰਨੀ ਰਿਕਵਰੀ ਪੈਂਡਿੰਗ ਹੈ। ਅਤੇ ਕਈ ਪੱਤਰਕਾਰਾਂ ਨਾਲ ਵੀ ਮੇਰੀ ਗੱਲ ਹੋਈ, ਜਿਨ੍ਹਾਂ ਨੇ ਖਬਰ ਲਾਉਣ ਲਈ ਇਹਨੂੰ ਪੁੱਛਦੇ ਆ, ਅਤੇ ਸੈਟਰਡੇ ਸੰਡੇ ਇਹ ਕਹਿ ਦਿੰਦੇ ਜੀ ਵਰਕਿੰਗ ਡੇ 'ਚ ਫੋਨ ਕਰਿਓ, ਵਰਕਿੰਗ ਡੇ ਵਾਲੇ ਦਿਨ ਫੋਨ ਨਹੀਂ ਚੱਕਦੇ। ਮਤਲਬ ਐਕਸਾਈਜ਼ ਵਿਭਾਗ, ਤੁਹਾਨੂੰ ਮੈਂ ਤੁਸੀਂ ਕੋਸ਼ਿਸ਼ ਕਰ ਲਿਓ ਜੀ, ਸ਼ਾਇਦ ਤੁਹਾਨੂੰ ਦੱਸ ਦੇਣ ਕਿੰਨੀ ਰਿਕਵਰੀ ਹੋ ਗਈ। ਤਾਂ ਇਹ ਜਨਾਬ ਬੜੇ ਵੱਡੇ, ਮਤਲਬ ਇਹ ਜਿਹੜੇ ਵਾਈਟ ਕਾਲਰ ਗੁੰਡੇ ਨੇ ਨਾ ਜੀ, ਇਹਨਾਂ ਨਾਲ ਨਿਬੜਨਾ ਜਨਾਬ ਬੜਾ ਔਖਾ, ਬਹੁਤ ਔਖਾ ਇਹਨਾਂ ਨਾਲ। ਤਾਂ ਇਹ ਸਾਰਾ ਕੁਛ ਨੂੰ ਕੋਰਟ 'ਚ ਹੀ ਜਵਾਬ ਦੇਣਗੇ। ਇਹ RTIਆਂ ਦੇ ਜਾਂ ਹੋਰ ਵੱਸ ਦਾ ਰੋਕ ਹੀ ਨਹੀਂ ਰਹਿ ਗਿਆ। ਇਹ ਸਾਰਾ ਕੁਛ ਇਹਨਾਂ ਤੋਂ ਜਵਾਬ ਜਾਂਚ ਏਜੰਸੀ ਜਿਹੜੀ ਵੀ ਹੋਊ, ਚਾਹੇ ਉਹ CBI ਵੱਲੋਂ ਜਾਂਚ ਕਰਾਈ ਜਾਵੇ, ਚਾਹੇ ਉਹ ਕੋਈ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਹੋਣ, ਅਤੇ ਇਹ ਤੁਸੀਂ ਦੇਖੋਗੇ, ਤੁਹਾਨੂੰ ਮੈਂ ਦੱਸ ਹੀ ਚੁੱਕਿਆ, ਜਿਵੇਂ 6 ਤੋਂ 7 ਹਜ਼ਾਰ ਕਰੋੜ ਦਾ ਇਸ ਸਰਕਾਰ ਦਾ ਘੁਟਾਲਾ ਹੈ। ਇਹ 6 ਤੋਂ 7 ਹਜ਼ਾਰ ਕਰੋੜ ਦਾ। ਠੀਕ ਹੈ ਜੀ, 2 ਤੋਂ 3 ਹਜ਼ਾਰ ਕਰੋੜ ਦੀ ਰਿਕਵਰੀ ਪੈਂਡਿੰਗ ਪਈ ਹੈ। ਕਿਵੇਂ ਨਹੀਂ ਇਹਨਾਂ ਨੂੰ ਨਜ਼ਰ ਆ ਰਿਹਾ? ਆਪ ਕਿਤੇ ਨਾ ਕਿਤੇ ਡੋਰਾਂ ਜਿਹੜੀਆਂ ਨੇ ਕਿਸੇ ਹੋਰ ਦੇ ਹੱਥ 'ਚ ਹੈ, ਜਿਹੜੇ ਗੁੰਝਲਦਾਰ ਚੀਜ਼ਾਂ ਚੱਲ ਰਹੀ, ਬੜੀਆਂ ਗੁੰਝਲਦਾਰ ਚੀਜ਼ਾਂ ਨੇ ਜੀ, ਪਰ ਬੜਾ ਸਾਫ਼ ਕੰਮ ਹੋ ਜਾਣਾ ਜੀ। ਤੁਸੀਂ ਇਹਨਾਂ ਨੂੰ ਉਹ ਗੱਲਾਂ ਕਰੇ ਤੋਂ ਵੱਡੀਆਂ ਹੋ ਜਾਣ। ਮੈਂ ਕਹਿੰਦਾ ਜੀ ਇਮਾਨਦਾਰੀ ਨਾਲ ਉਹ ਬਿਠਾ ਦਿਓ, ਤੁਸੀਂ ਅਫਸਰਾਂ ਦੀ ਟੀਮ ਲਾ ਦਿਓ, ਉਹਦੇ ਵਿੱਚ 2 ਆਮ ਪਬਲਿਕ ਦੇ ਬੰਦੇ ਰੱਖ ਲੈਣ, ਇੱਕ ਆਪਾਂ ਨੂੰ ਰੱਖ ਲੈਣ, ਇਹਨਾਂ ਨੂੰ ਅਸੀਂ ਦੱਸ ਦਿੰਦੇ ਫੈਕਟਸ ਕੱਢ ਕੇ ਆ ਪਏ ਆ ਸਾਹਮਣੇ। ਗੱਲ ਤਾਂ ਕਰੋ ਵੀ ਆਪ ਦੀ ਜਾਂਚ ਆਪ ਕਰਨੀ ਹੈ। ਠੀਕ ਹੈ ਜੀ, ਤਾਂ ਉਹ ਜਾਂਚ ਇੱਥੇ ਸਾਫ਼ ਸੁਥਰੀ ਨਹੀਂ ਹੋ ਸਕਦੀ। ਉਹਦੇ ਲਈ ਜਾਂ ਤਾਂ ਸਰਕਾਰ ਦਾ ਇੰਟਰਸਟ ਹੋਣਾ ਚਾਹੀਦਾ, ਉਹ ਕਦੇ ਹੋਣਾ ਨਹੀਂ, ਅਤੇ ਇਹ ਹੁਣ ਸਿਰਫ ਜਾਂ ਤਾਂ CBI ਕਰ ਸਕਦੀ ਹੈ ਜੀ, ਜਾਂ ਕੋਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਹੋਣ, ਉਹ ਇਹ ਕਰ ਸਕਦੇ ਆ। ਐਕਸਾਈਜ਼ ਵਿਭਾਗ ਦਾ ਜਿਹੜਾ ਘੁਟਾਲਾ ਸਾਹਮਣੇ ਉਹੀ ਲਿਆ ਸਕਦੇ ਆ। ਆਪ ਹੁਣ ਤੁਸੀਂ ਕਰੋਨਾ ਤੱਕ ਉਡੀਕ ਕਰ ਰਹੇ ਹੋ, ਜਾਂ ਜਿਹੜੇ ਇਹ ਠੇਕੇਦਾਰ ਆ ਇਹਨਾਂ ਨੂੰ ਕਹਿ ਰਹੇ ਹੋ ਕਿ ਭਾਈ ਕਰੋਨਾ ਤੋਂ ਬਾਅਦ ਜਿਹੜੀ ਆ, ਜੇਕਰ ਮੈਂ ਅੱਗੇ ਜਾਣਾ ਆ ਤਾਂ ਫਿਰ ਜ਼ਰੂਰ ਕੁਛ ਨਾ ਕੁਛ ਦੇਖਣ ਨੂੰ ਜ਼ਰੂਰ ਮਿਲੂਗਾ ਵੱਡਾ? ਨਹੀਂ, ਵੱਡਾ ਉਹਨਾਂ ਨੂੰ ਤਾਂ ਪਤਾ ਹੈ ਜੀ, ਉਹਨਾਂ ਨੂੰ ਪਤਾ। ਦੇਖੋ ਉਹਨਾਂ ਦਾ ਫੋਨ ਹੀ ਚੱਲ ਰਿਹਾ, ਕਿਉਂਕਿ ਮੈਂ ਆਪਦੀਆਂ ਕਈ ਫੇਸਬੁੱਕ ਲਾਈਵਾਂ ਦੇ ਵਿੱਚ ਵੀ ਅਫਸਰਾਂ ਦੇ ਵੀ ਅਤੇ ਜਿਹੜੇ ਸ਼ਰਾਬ ਦੇ ਸਮਗਲਰ ਹੈ ਉਹਨਾਂ ਦੇ ਵੀ ਨਾਮ ਵੀ ਲੈ ਚੁੱਕੇ ਹਾਂ, ਵੀ ਜਿਨ੍ਹਾਂ ਤੋਂ ਮੈਨੂੰ ਖਤਰਾ ਹੈ। ਦੇਖੋ ਇਹ ਤਾਂ ਉਹਨਾਂ ਨੂੰ ਪਤਾ ਵੀ ਜੇ ਇਹ ਮੇਰੇ ਨਾਲ ਕੁਛ ਕਰਦੇ ਆ ਤਾਂ ਇਹ ਐਂ ਤਾਂ ਨਹੀਂ ਹੈਗਾ ਵੀ ਜ਼ਿੰਦਗੀ ਐਂ ਬਾਹਰ ਕੱਟ ਲੈਣਗੇ। ਦੇਖੋ ਜੇਲ੍ਹ ਤਾਂ ਇਹਨਾਂ ਨੂੰ ਦੇਖਣੀ ਪੈਣੀ ਹੈ, ਅਤੇ ਇਹ ਜਿਹੜੇ ਮਤਲਬ ਤੁਹਾਡੇ ਮੇਰੇ ਵਰਗੇ ਤਾਂ ਫਿਰ ਜੀ ਦਿਹਾੜੀ ਕਰ ਲਾਂਗੇ, ਇਹਨਾਂ ਨੂੰ ਦਿਹਾੜੀਆਂ ਕਰਨੀਆਂ ਵੀ ਔਖੀਆਂ ਜੀ। ਇਹ ਬੜਾ ਔਖਾ ਹੈ ਜੀ, ਵੱਡੇ ਸਿਸਟਮਾਂ ਤੋਂ ਥੱਲੇ ਵੱਜਣਾ। ਠੀਕ ਹੈ ਜੀ, ਅਤੇ ਹਾਲ ਇਹਨਾਂ ਦੇ ਬੁਰੇ ਹੁੰਦੇ ਆ। ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਨੂੰ ਨੀਂਦ ਆਉਂਦੀ ਹੋਣੀ ਹੈ, ਕਿਉਂਕਿ ਨੀਂਦ ਇਹਨਾਂ ਨੂੰ ਉੱਦਾਂ ਹੀ ਆਉਣੀ ਹੈ ਜਿੱਦਾਂ ਕੋਈ ਸੰਦੀਪ ਪਾਠਕ ਨਾਲ ਸੈਟਿੰਗ ਹੋ ਗਈ।
ਤੇ ਮੈਨੂੰ ਲੱਗਦਾ ਵੀ ਜਿਹੜੇ ਲੋਕਾਂ ਨੂੰ ਲੱਗਦਾ ਸੀ ਸੈਟਿੰਗ ਹੋਊਗੀ ਸ਼ਾਇਦ ਕੋਈ, ਉਹਨਾਂ ਨੂੰ ਆ ਤੁਹਾਡਾ ਲਾਈਵ ਦੇਖ ਕੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਕੀ ਸੈਟਿੰਗ ਹੋਈ ਹੈ। ਤਾਂ ਇਹਨਾਂ ਨੂੰ ਮੈਂ ਕਹੂੰਗਾ, ਮੈਂ ਕੋਈ ਤੁਹਾਡੇ ਨਾਲ ਤੁਹਾਡੇ ਚੈਨਲ ਰਾਹੀਂ ਇਹ ਜਿਹੜੇ ਸ਼ਰਾਬ ਦੇ ਸਮਗਲਰ ਹੈ ਇਹਨਾਂ ਨੂੰ ਮੈਂ ਡਿਫਾਲਟਰਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਕੁਛ ਤੁਸੀਂ ਅਫਸਰਾਂ ਨੂੰ ਜਾਂ ਮੈਨੂੰ ਜਾਂ ਕਿਸੇ ਨੂੰ ਵੀ ਚੁੱਪ ਕਰਾਉਣ ਲਈ ਲਾ ਰਹੇ ਹੋ, ਉਹਨਾਂ ਕੁ ਸਰਕਾਰ ਕੋਲੇ ਭਰ ਦਿਓ, ਉਹ ਜ਼ਿਆਦਾ ਬਿਹਤਰ ਰਹੂਗਾ। ਅਤੇ ਸਰਕਾਰ ਤੋਂ ਕੋਈ ਐਕਸਾਈਜ਼ ਮਹਿਕਮੇ ਤੋਂ ਨਾ ਕਿਸ਼ਤਾਂ ਬਣਵਾ ਲਓ ਇਹਨਾਂ ਪੈਸਿਆਂ ਦੀਆਂ, ਅਤੇ ਉਹ ਕੋਈ ਤੁਸੀਂ 3-3 ਮਹੀਨੇ 6-6 ਮਹੀਨਿਆਂ ਬਾਅਦ ਭਰੀ ਚੱਲੋ। ਇਹਦਾ ਇੱਕੋ ਇੱਕ ਇਹਨਾਂ ਕੋਲ ਅਲਟਰਨੇਟਿਵ ਹੈ ਜੀ, ਹੋਰ ਕੋਈ ਹੈ ਨਹੀਂ। ਅੱਛਾ, ਇੱਕ ਚੀਜ਼ ਹੋਰ, ਅਕਸਰ ਕਹਾਵਤ ਆ, ਕਹਿੰਦੇ ਜੇ ਜੰਗਲ 'ਚ ਰਹਿਣਾ ਤਾਂ ਫਿਰ ਸ਼ੇਰ ਨਾਲ ਤਾਂ ਦੋਸਤੀ ਕਰਨੀ ਪੈਣੀ ਆ, ਪਰ ਤੁਸੀਂ ਤਾਂ ਫਿਰ ਉਸੇ ਸ਼ੇਰ ਨਾਲ ਦੁਸ਼ਮਣੀ ਲਈ ਫਿਰਦੇ ਹੋ ਜੇਕਰ ਜੰਗਲ ਦੇ ਵਿੱਚ ਰਹਿਣਾ। ਇਹ ਜਸ ਜੀ ਤੁਹਾਡੀ ਸੋਚ 'ਤੇ ਡਿਪੈਂਡ ਹੁੰਦਾ। ਮੈਂ ਇਹ ਜਿਹੜੇ ਸਮਗਲਰ, ਇਹ ਵਾਈਟ ਕਾਲਰ ਗੁੰਡੇ, ਇਹ ਜਿਹੜੇ ਅਫਸਰ ਹੈ ਜਾਂ ਲੀਡਰ ਹੈ, ਜਿਹੜਾ ਜਨਤਾ ਇਹਨਾਂ ਨੂੰ ਸ਼ੇਰ ਸਮਝੀ ਬੈਠੀ ਹੈ, ਅਤੇ ਤੁਸੀਂ ਸੱਚ ਮੰਨੋ ਸੰਧਿਆ ਵੇਲਾ ਮੈਂ ਦਿਲੋਂ ਚਾਹੁੰਦਾ ਕਿ ਜਿਹੜੇ RTA ਐਕਟੀਵਿਸਟ ਨੇ, ਜਿਹੜੇ ਸੋਸ਼ਲ ਕੰਮਾਂ ਵਿੱਚ ਇੰਟਰਸਟ ਲੈਂਦੇ ਨੇ, ਜਿਨ੍ਹਾਂ ਨੂੰ ਇਹ ਸਿਸਟਮ ਚੇਂਜ ਹੋਵੇ, ਇਹ ਲੀਡਰਾਂ ਨੂੰ, ਵਾਈਟ ਕਾਲਰ ਗੁੰਡਿਆਂ ਨੂੰ, ਅਫਸਰਾਂ ਨੂੰ ਅਤੇ ਸਮਗਲਰਾਂ ਨੂੰ ਪਤਾ ਲੱਗ ਜੇ ਵੀ ਸ਼ੇਰਾਂ ਨਾਲ ਦੁਸ਼ਮਣੀ ਨਹੀਂ ਲੈਣੀ। ਜੇ ਕਰਪਸ਼ਨ ਹੈ ਜਿਹੜੀ, ਇਹ ਸ਼ੇਰਾਂ ਨਾਲ ਦੁਸ਼ਮਣੀ ਲੈਣ ਦੇ ਬਰਾਬਰ ਹੈ। 10 ਵੀ ਚੰਗੇ RTA ਐਕਟੀਵਿਸਟ ਪੈਦਾ ਹੋ ਜਾਣ ਨਾ ਜੀ ਪੰਜਾਬ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ, ਅਤੇ ਤੁਹਾਨੂੰ ਪਤਾ ਲੱਗ ਜੂ ਵੀ ਸ਼ੇਰ ਕੌਣ ਹੈ ਅਤੇ ਡਰ ਕੌਣ ਰਿਹਾ। ਤਾਂ ਇਹ ਬੜੀ ਜਲਦੀ ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ ਜੀ। ਇਹ ਜਿਹੜਾ ਜਸਵਿੰਦਰ ਸਿੰਘ ਜੁਗਨੂ ਹੈ ਬਠਿੰਡੇ ਦਾ, ਸ਼ਰਾਬ ਠੇਕੇਦਾਰ, ਸ਼ਿਵਲਾਲ ਡੋਡੇ ਦਾ ਭਰਾ ਜਿਹੜਾ, ਇਹ ਬਠਿੰਡੇ ਦੇ ਵਪਾਰੀ ਹੈ, ਜਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਜਿਨ੍ਹਾਂ 'ਤੇ ਰਿਕਵਰੀ ਪੈਂਡਿੰਗ ਹੈ, ਜਿਹੜੇ ਹੋਰ ਠੱਗ ਨੇ ਜਾਂ ਜਿਹੜੇ ਹੋਰ ਅਫਸਰ ਜਿਹੜੇ ਇਹਨਾਂ ਨੇ ਸਾਥ ਦਿੱਤਾ, ਇਹ ਬਹੁਤ ਜਲਦ ਤੁਹਾਡੇ ਸਾਹਮਣੇ, ਪੰਜਾਬ ਵਾਸੀਆਂ ਸਾਹਮਣੇ ਮੈਂ ਇਹਦੇ ਰਿਜ਼ਲਟ ਦਿਖਾਊਂਗਾ ਜੀ। ਅੱਛਾ ਬਾਈ ਜੀ, ਹੁਣ ਆਖਰੀ ਸੁਨੇਹਾ ਮੈਂ ਤਾਂ ਉਹਨਾਂ ਦੇ ਲਈ ਲਊਂਗਾ, ਉਹਨਾਂ ਠੇਕੇਦਾਰਾਂ ਲਈ ਜਿਨ੍ਹਾਂ ਦੀ ਰਿਕਵਰੀ ਬਾਕੀ, ਉਹਨਾਂ ਦੇ ਲਈ ਆਖਰੀ ਸੁਨੇਹਾ ਕੀ ਆ? ਆਖਰੀ ਸੁਨੇਹਾ ਮੇਰਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜਿਹੜੇ ਲੀਡਰ ਸਾਹਿਬਾਨ ਇਹਨਾਂ ਅਫਸਰਾਂ ਅਤੇ ਠੇਕੇਦਾਰਾਂ ਨੂੰ, ਸ਼ਰਾਬ ਮਾਫੀਆ ਨੂੰ ਸ਼ਹਿ ਦੇ ਰਹੇ ਹੈ, ਇਹਨਾਂ ਨੂੰ ਦਵਲ ਦਿਓ ਜੀ, ਦਵਲਣ ਦਾ ਟਾਈਮ ਆ ਗਿਆ। ਇਹਨਾਂ ਦੇ ਖਿਲਾਫ ਕਾਰਵਾਈ ਕਰ ਦਿਓ, ਕਿਉਂਕਿ ਕਿਤੇ ਨਾ ਕਿਤੇ ਜਦੋਂ ਇਹਨਾਂ ਦੀ ਚੂੜੀ ਕੱਸੀ ਗਈ, ਜਦੋਂ ਇਹਨਾਂ ਦੇ ਘਰ ਨੂੰ ਅੱਗ ਪਈ, ਤਾਂ ਸੇਕ ਤੁਹਾਨੂੰ ਵੀ ਲੱਗਣਾ। ਇਹਨਾਂ ਨੂੰ ਟਾਈਮ ਨਾਲ ਦਵਲ ਦਿਓ, ਆਪਦੇ ਖਾਤੇ ਖੁੱਤੇ ਪਹਿਲਾਂ ਹੀ ਸੈਟਲ ਕਰ ਲਓ। ਅਤੇ ਇਹ, ਕਿਉਂਕਿ ਇਹ ਕੰਮ ਦੇਖੋ ਜੀ, ਮੈਂ ਐਂਡ ਦੇਖੂੰਗਾ ਇਸ ਗੱਲ ਦਾ, ਮੈਂ ਬਿਲਕੁਲ ਇਸ ਗੱਲ ਦੇ ਐਂਡ ਤੱਕ ਜਾਣਾ ਚਾਹੂੰਗਾ। ਕੋਰਟ, ਮਾਨਯੋਗ ਕੋਰਟ ਇਹਨਾਂ ਨੂੰ ਛੱਡ ਦਿੰਦੀ ਹੈ, ਉਹ ਇਹਨਾਂ ਦੀ ਕਿਸਮਤ ਹੈ, ਪਰ ਜਿੰਨੇ ਕੁਛ ਡਾਕੂਮੈਂਟਰੀ ਐਵੀਡੈਂਸ ਆਪਣੇ ਕੋਲੇ ਹੈ, ਇਹਨਾਂ ਦਾ ਜਿਹੜਾ ਸ਼ਰਾਬ ਦੇ ਠੇਕੇਦਾਰਾਂ ਦਾ ਐਂਡ ਹੈ ਨਾ, ਜਿਹੜੇ ਮੈਨੂੰ ਕਹਿੰਦੇ ਸੀ ਵੀ ਪੰਜਾਬ 'ਚ ਅਸੀਂ ਟਾਂਕ ਕਾਂਡ ਨਹੀਂ ਚਾਹੁੰਦੇ, ਉਹਨਾਂ ਦਾ ਜਿਹੜਾ ਐਂਡ ਹੈ ਉਹ ਟਾਂਕ ਕਾਂਡ ਕਰਨ ਵਾਲੇ ਸ਼ਿਵਲਾਲ ਵਰਗਾ ਸੈਂਟਰਲ ਜੇਲ੍ਹ ਬਠਿੰਡਾ ਹੈ। ਇਹ ਗੱਲ ਉਹ ਆਪਦੇ ਮਨ ਵਿੱਚ ਵਸਾ ਲੈਣ ਤਾਂ ਇਹ ਗੱਲ ਵਧੀਆ ਹੋਊਗੀ ਜੀ। ਤੋ ਪਾਠਕ ਸਾਹਿਬ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ, ਅਤੇ ਅਸੀਂ ਅੱਗੇ ਵੀ, ਕਿਉਂਕਿ ਜਿਹੜੀ ਧਾਂਦਲੀ ਹੋ ਰਹੀ ਆ ਪੰਜਾਬ ਦੇ ਵਿੱਚ, ਚਾਹੇ ਕਿਸੇ ਡਿਪਾਰਟਮੈਂਟ ਦੇ ਵਿੱਚ ਆ, ਸਮਾਂ ਕੱਢ ਕੇ ਤੁਹਾਡੇ ਕੋਲੇ 30-40 ਮਿੰਟ ਦਾ ਜ਼ਰੂਰ ਆਇਆ ਕਰਾਂਗੇ। ਧਾਂਦਲੀ ਨੂੰ ਜੱਗ ਜ਼ਾਹਰ ਕਰੀਏ ਤਾਂ ਜੋ ਇੱਕ ਸੰਦੀਪ ਪਾਠਕ ਨਹੀਂ, ਪੰਜਾਬ ਦੇ ਵਿੱਚੋਂ ਹੋਰ ਬੜੇ ਸੰਦੀਪ ਪਾਠਕ ਉੱਠ ਕੇ ਸਾਹਮਣੇ ਆਉਣ ਕਿ ਹਾਂ ਮੈਂ ਵੀ ਸੰਦੀਪ ਪਾਠਕ ਦੇ ਨਾਲ ਹਾਂ, ਤਾਂ ਜੋ ਹੋਰ ਇਸ ਜਿਹੜੇ ਕਾਫਲੇ ਨੂੰ ਵਧਾਈਏ। ਜਿਹੜੀ ਤੁਸੀਂ ਕਹਿੰਦੇ ਹੋ ਕਿ ਮੈਂ ਲਹਿਰ ਚਲਾਈ, ਇਸ ਲਹਿਰ ਦੇ ਵਿੱਚ ਹੋਰ ਲੋਕ ਇਕੱਠੇ ਹੋਣ, ਤਾਂ ਖਾਸ ਕਰਕੇ ਜਿਹੜੇ ਸੱਚੀ ਸੁੱਚੀ ਰਾਜਨੀਤੀ ਵਾਲੇ ਹੈਗੇ ਆ, ਥੋੜ੍ਹੇ ਬਹੁਤ ਲੀਡਰ, ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚੇ ਕਿ ਯਾਰ ਇਹਨਾਂ ਨੂੰ, ਜਿਵੇਂ ਤੁਸੀਂ ਕਿਹਾ ਕਿ ਪਾਸੇ ਕਰ ਦਿਓ, ਕੱਢ ਦਿਓ, ਜੇਕਰ ਥੋੜ੍ਹਾ ਬਹੁਤਾ ਸੁਧਾਰ ਕਰਨਾ ਜਾਂ ਪੰਜਾਬ ਦਾ ਜਿਹੜਾ ਰੈਵਨਿਊ ਆ ਉਹਨੂੰ ਚੱਕਣਾ ਆ। ਬਿਲਕੁਲ, ਦੇਖੋ ਤੁਹਾਡੀ ਸਹੀ ਗੱਲ ਹੈ ਜੀ। ਮੈਂ ਤੁਹਾਨੂੰ ਇੱਥੇ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ, ਬਹੁਤ ਲੋਕ ਹੁੰਦੇ ਆ, ਮੈਂ ਤੁਹਾਨੂੰ ਸ਼ਾਇਦ ਇੱਕ, ਜੇ ਤੁਸੀਂ ਆਪਦੀ ਬਾਈਟ ਇਸੇ 'ਤੇ ਰੱਖ ਲਓ ਤਾਂ ਮੈਂ ਤੁਹਾਨੂੰ ਬਾਈਟ ਕਦੇ ਦੇਣਾ ਚਾਹੂੰਗਾ, ਤੁਹਾਨੂੰ ਦਿਖਾਊਂਗਾ ਕਿਵੇਂ ਲੋਕਾਂ ਦੀਆਂ ਚਿੱਠੀਆਂ ਆਉਂਦੀਆਂ ਜੀ। ਟੂ RTA ਐਕਟੀਵਿਸਟ ਸੰਦੀਪ ਪਾਠਕ ਜੀ, ਮੈਂ ਤੁਹਾਡੇ ਮੂਹਰੇ ਆ ਹੁਣ ਮੈਨੂੰ ਲੇਟੈਸਟ ਇੱਕ ਮਹਿਣਾ ਚੌਂਕ ਦੇ ਵਿੱਚ ਜਿਵੇਂ ਆਈ ਮਿਊਨਸੀਪਲ ਕਾਰਪੋਰੇਸ਼ਨ ਦੇ ਘਪਲੇ 'ਤੇ, ਠੀਕ ਹੈ ਜੀ, ਜਿਹੜੀ ਇਹ ਚੇਂਜ ਆਫ ਲੈਂਡ CLUਆਂ ਦੇ ਨਾਮ 'ਤੇ ਘੁਟਾਲਾ ਹੋਇਆ ਬਠਿੰਡੇ 'ਚ, ਡੱਬ ਵਾਲੀ ਰੋਡ 'ਤੇ, ਉਹਦੇ ਸੰਬੰਧਿਤ ਆਈ ਹੈ। ਦੇਖੋ, ਲੋਕ ਚਾਹੁੰਦੇ ਹੈ ਸਿਸਟਮ ਨਾਲ ਲੜਨਾ, ਪਰ ਉਹਨੂੰ 'ਚ ਹੌਸਲਾ ਨਹੀਂ ਹੁੰਦਾ। ਜਿਹੜਾ ਇੱਕ ਬੰਦਾ ਸਾਹਮਣੇ ਆਉਂਦਾ, ਲੋਕ, ਤੁਹਾਨੂੰ ਕੀ ਲੱਗਦਾ, ਮੇਰੇ ਕੋਲ ਬਹੁਤ ਕੁਛ ਲੋਕਾਂ ਥਰੂ ਆਇਆ,
ਠੀਕ ਹੈ ਜੀ। ਤੇ ਬੜੇ ਅੱਛੇ ਜਿਵੇਂ ਮੇਰੇ ਦੋਸਤ ਨੇ ਦੋ, ਉਹ ਐਡਵੋਕੇਟ ਹੀ ਨੇ, ਪਿੱਛੇ ਖੜੇ ਆ। ਮੈਨੂੰ ਇਹ ਹੈ ਵੀ ਜਿੱਦੇ ਮੈਨੂੰ ਕਿਸੇ ਮੁਕੱਦਮੇ 'ਚ ਫਸਾਤਾ, ਮੇਰੀਆਂ ਜ਼ਮਾਨਤਾਂ ਤਾਂ ਵਿਚਾਰੇ ਕਰਾ ਹੀ ਲੈਣਗੇ। ਤਾਂ ਤੁਹਾਡੇ ਕੋਲ ਇੱਕ ਟੀਮ ਵਰਕ ਹੁੰਦੀ ਹੈ। ਬਹੁਤ ਲੋਕ ਹੁੰਦੇ ਜਿਹੜੇ ਪਿਕਚਰ 'ਚ ਅੱਗੇ ਨਹੀਂ ਆਉਣਾ ਚਾਹੁੰਦੇ ਪਰ ਤੁਹਾਨੂੰ ਪਿੱਛੋਂ ਹੈਲਪ ਕਰਦੇ ਆ। ਤਾਂ ਮੈਨੂੰ ਵੀ ਹੈਲਪ ਮਿਲ ਰਹੀ ਹੈ। ਮੇਰੇ ਦੋਸਤ ਨੇ ਜਿਵੇਂ ਐਡਵੋਕੇਟਸ ਨੇ, ਜਾਂ ਜਿਹੜੇ ਆਮ ਲੋਕ ਜਿਹੜੇ ਮੈਨੂੰ ਚਿੱਠੀਆਂ ਪੱਤਰਾਂ ਰਾਹੀਂ ਸਬੂਤ ਭੇਜਦੇ ਆ, ਐਵੀਡੈਂਸ ਭੇਜਦੇ ਆ, ਕਿਉਂਕਿ ਜਿਹੜੇ ਬੰਦੇ ਡਰਦੇ ਆ ਆਪ ਬੋਲ ਨਹੀਂ ਸਕਦੇ ਜੀ। ਤਾਂ ਬੜਾ ਕੁਝ ਪਹੁੰਚ ਰਿਹਾ ਜੀ। ਤਾਂ ਮੈਂ ਚਾਹੂੰਗਾ ਇਹ RTI ਦੀ ਜਾਗਰੂਕਤਾ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ। ਜੇ ਇੱਕ ਬੜਾ ਵਧੀਆ ਕਿਸੇ ਰਾਈਟਰ ਨੇ ਕਿਹਾ ਸੀਗਾ ਜੀ, ਜੇ ਕੁਛ ਗਲਤ ਹੁੰਦਾ ਦੇਖਦੇ ਹੋ ਉਹਨੂੰ ਰੋਕੋ, ਜੇ ਰੋਕ ਨਹੀਂ ਸਕਦੇ ਚਿল্ਲਾਓ, ਰੌਲਾ ਪਾਓ, ਜੇ ਰੌਲਾ ਨਹੀਂ ਪਾ ਸਕਦੇ ਹੋ ਘੱਟੋ ਘੱਟ ਲਿਖੋ, ਜੇ ਲਿਖ ਵੀ ਨਹੀਂ ਨਾ ਸਕਦੇ ਜੀ ਘੱਟੋ ਘੱਟ ਤਾਂ ਜਿਹੜੇ ਅਸੀਂ ਪ੍ਰਯਾਸ ਕਰ ਰਹੇ ਹਾਂ ਘੱਟੋ ਘੱਟ ਸਾਡਾ ਸਾਥ ਦਿਓ। ਇਹ ਕਿਉਂਕਿ ਇਹ ਲੋਕ ਬੜੇ ਉਦੋਂ ਬਾਅਦ ਤੁਹਾਡੇ ਬਾਰੇ ਝੂਠ ਤੂਫਾਨ ਫੈਲਾਉਂਦੇ ਆ, ਹੋਰ ਕਰਦੇ ਆ। ਤਾਂ ਤੁਸੀਂ ਜਿਹੜੀ ਸਮਾਜ ਲਈ ਕੋਈ ਵੀ ਬੰਦਾ ਪੋਜ਼ੀਟਿਵ ਕੰਮ ਕਰਨ ਜਾ ਰਿਹਾ ਉਹਨਾਂ ਦਾ ਘੱਟੋ ਘੱਟ ਸਾਥ ਦਿਓ। ਤਾਂ ਇਹੀ ਮੈਸੇਜ ਦੇਣਾ ਚਾਹੂੰਗਾ। ਭੱਟ ਸਾਹਿਬ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਮੇਰੇ ਨਾਲ ਸੰਦੀਪ ਪਾਠਕ ਜੀ ਸੀ। ਜੇਕਰ ਮੈਂ ਮੌਜੂਦਾ ਸਮੇਂ ਦੀ ਗੱਲ ਕਰਾਂ, ਇਹਨਾਂ ਕੋਲ ਆਉਣ ਤੋਂ ਪਹਿਲਾਂ ਸ਼ਾਇਦ ਮੈਨੂੰ ਵੀ ਇੰਨਾ ਚੀਜ਼ ਨਹੀਂ ਪਤਾ ਸੀ ਕਿ ਇੰਨੀ ਧਾਂਦਲੀ ਜਿਹੜੀ ਆ ਚੱਲ ਰਹੀ ਆ। ਤੇ ਹੋਰ ਡਿਪਾਰਟਮੈਂਟ, ਜਦੋਂ ਅਸੀਂ ਇੱਥੇ ਬੈਠੇ ਸੀ ਤਾਂ ਆਫ ਰਿਕਾਰਡ ਸਾਨੂੰ ਇਹ ਦਿਖਾ ਰਹੇ ਸੀ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਆ, ਕਿੰਨੇ ਪੰਨੇ ਜਿਹੜੇ ਆ ਇਹਨਾਂ ਦੇ ਕੋਲੇ ਕਿਤਾਬ ਆ ਉਹਦੇ ਵਿੱਚ ਕਿੰਨੇ ਪੰਨੇ ਆ। ਤੇ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਹਰ ਪੰਨੇ ਨੂੰ ਬੇਬਾਕੀ ਦੇ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਫਰੋਲਿਆ ਜਾਵੇ, ਕਿਉਂਕਿ ਇੱਕ ਅਦਾਰੇ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਕਿ ਕੀ ਸੱਚ ਆ ਕੀ ਝੂਠ ਆ। ਜੇਕਰ ਕਿਸੇ ਸਟੇਟ ਦੇ ਵਿੱਚ ਕੋਈ ਧਾਂਦਲੀ ਹੋ ਰਹੀ ਆ ਤਾਂ ਉਹ ਕੀ ਹੋ ਰਹੀ ਆ ਤੇ ਕਿਸ ਹੱਦ ਤੱਕ ਹੋ ਰਹੀ ਆ, ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ, ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤੀ ਜਾਵੇ। ਕਿਉਂਕਿ ਜਿਹੜੇ ਵੱਡੇ ਲੋਕ ਧਾਂਦਲੀਆਂ ਕਰਦੇ ਆ ਜਾਂ ਵੱਡੇ ਲੀਡਰ ਧਾਂਦਲੀਆਂ ਕਰਦੇ ਆ, ਉਹਨਾਂ ਨੂੰ ਨਾ ਕੁਰਸੀਆਂ 'ਤੇ ਅਸੀਂ ਲੋਕ ਪਹੁੰਚਾਉਣੇ ਆ। ਤਾਂ ਅਸੀਂ ਮਾਲਕ ਆ, ਅਸੀਂ ਉਹਨਾਂ ਨੂੰ ਬਣਾਇਆ, ਉਹ ਲੋਕ ਨੌਕਰ ਆ। ਤਾਂ ਫਿਰ ਨੌਕਰ ਜਿਹੜੇ ਆ ਮਾਲਕਾਂ 'ਤੇ ਧਾਂਦਲੀਆਂ ਕਿਵੇਂ ਕਰ ਲੈਣਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਜਿਹੜੀ ਪਾਠਕ ਸਾਹਿਬ ਕੋਲੇ ਕਿਤਾਬ ਆ ਉਹਦਾ ਹਰ ਪੰਨਾ ਸਮੇਂ-ਸਮੇਂ 'ਤੇ ਫਰੋਲਦੇ ਰਹੀਏ, ਹਰ ਪੰਨਾ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਕਰੀਏ ਕਿ ਅਸਲ ਦੇ ਵਿੱਚ ਜਿਹੜੀ ਪਰਦੇ ਦੇ ਪਿੱਛੇ ਦੀ ਕਹਾਣੀ ਚੱਲ ਰਹੀ ਉਹ ਇਹ ਆ। ਜਿਵੇਂ ਮੈਂ ਕਿਹਾ ਕਿ ਸਾਡੇ ਵਰਗਿਆਂ ਦੇ ਲਈ, ਆਮ ਲੋਕਾਂ ਦੇ ਲਈ ਤਾਂ ਦਾਰੂ ਜਿਹੜੀ ਆ ਟੁੱਟੇ ਦਿਲਾਂ ਦੀ ਦਵਾਈ ਹੋਈ ਬਣ ਕੇ ਰਹੇਗੀ। ਕਲਾਕਾਰਾਂ ਨੇ ਟੁੱਟੇ ਦਿਲਾਂ ਦੀ ਦਵਾਈ ਹੋਈ ਬਣਾਤੀ। ਜਿਹਦਾ ਦਿਲ ਟੁੱਟਦਾ ਉਹਦੇ ਲਈ ਦਾਰੂ ਚੰਗੀ ਆ, ਉਹਨੂੰ ਸਹਾਰਾ ਦਿੰਦੀ ਆ। ਪਰ ਅਸਲੀਅਤ ਦਾਰੂ ਦੀ ਕੀ ਆ, ਜਿੰਨੇ ਕੁ ਸਬੂਤ ਤੱਥ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਇਹ ਆ। ਸਹਾਰਾ ਕਿੰਨੇ ਲੀਡਰਾਂ ਦੇ ਲਈ ਦਾਰੂ ਬਣਦੀ ਆ, ਕਿੰਨੇ ਕਾਰੋਬਾਰੀਆਂ ਦੇ ਲਈ ਸਹਾਰਾ ਦਾਰੂ ਬਣਦੀ ਆ, ਇਹ ਤੱਥ ਆ। ਉਹਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਦੀ ਜਿਹੜੀ ਗੱਲ ਅਸੀਂ ਕਰਾਂਗੇ ਉਹ ਤੱਥਾਂ ਤੇ ਸਬੂਤਾਂ ਦੇ ਨਾਲ ਕਰਾਂਗੇ। ਕਿਸੇ ਦੀ ਬਾਂਹ ਫੜ ਲਈ, ਕਿਸੇ ਦੀ ਲੱਤ ਫੜ ਲਈ, ਇਹ ਨਹੀਂ ਕਰਾਂਗੇ। ਪਾਠਕ ਸਾਹਿਬ ਦੇ ਨਾਲ ਅੱਗੇ ਵੀ ਮੁਲਾਕਾਤਾਂ ਲੈ ਕੇ ਆਉਂਦੇ ਰਹਾਂਗੇ। ਹਰ ਵਿਸ਼ੇ ਤੇ ਜਿਹੜੀ ਗੱਲਬਾਤ ਰਹੇਗੀ, ਹਰ ਉਹ ਪੰਨਾ ਫਰੋਲਾਂਗੇ ਜਿੱਥੇ ਧਾਂਦਲੀ ਚੱਲ ਰਹੀ ਆ, ਚਾਹੇ ਉਹ ਕੋਈ ਵੀ ਡਿਪਾਰਟਮੈਂਟ ਹੋਵੇ। ਇੱਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।